ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਦਾ ਸ਼ਹਿਰ ਪਟਿਆਲੇ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਸਵਾਗਤ ਕਰਦਾ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਸ਼ਾਮ ਨੂੰ 7:30 ਤੋਂ ਲੈ ਕੇ 9:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਲਾਈਵ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tivanaradio.com ਤੇ ਸੁਣ ਸਕਦੇ ਹੋ, ਜਿੱਥੇ ਆਈਫੋਨ ਤੇ ਐਂਡਰਾਇਡ ਐਪਸ ਆਪਣੀਆਂ ਮਿਲਣਗੀਆਂ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਤੇ ਲਾਈਵ ਹੁੰਦਾ, ਉਹਦਾ ਲਿੰਕ ਤੇ ਰੋਜ਼ਾਨਾ ਖਬਰਾਂ ਦਾ ਬੁਲੇਟਿਨ ਹੁੰਦਾ 10-15 ਮਿੰਟ ਦਾ। ਜੇ ਇਹ ਲਿੰਕ ਤੁਸੀਂ ਮੰਗਵਾਉਣੇ ਨੇ ਤਾਂ ਸਾਡਾ WhatsApp ਗਰੁੱਪ ਨੰਬਰ ਹੈ ਇੰਡੀਆ ਸਟੂਡੀਓ ਦਾ 9876309655। ਇਸੇ ਨੰਬਰ ਤੇ WhatsApp ਗਰੁੱਪ ਸ਼ਾਮਲ ਹੋ ਸਕਦੇ ਹੋ ਤੇ ਇਸੇ ਨੰਬਰ ਤੇ ਤੁਸੀਂ ਸਟੂਡੀਓ ਦੇ ਵਿੱਚ ਲਾਈਵ ਪ੍ਰੋਗਰਾਮਾਂ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਤੇ ਆਪਣੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਹੋਈ ਸੀ। ਇਸ ਦੌਰਾਨ ਆਪਣੇ ਪੁਰਾਣੇ ਸਰੋਤੇ ਹਰਮਨਪ੍ਰੀਤ ਸਿੰਘ ਨੇ ਪੱਟੀ ਤੋਂ ਸਿੱਖੋਂ ਸਾਹਿਬ ਲੈਕਚਰਰ ਨੇ, ਉਹਨਾਂ ਨੇ ਗੱਲ ਛੋਈ ਸੀਗੀ ਪੰਜਾਬ ਦੇ ਕਾਲਜਾਂ ਦੇ ਵਿੱਚ ਲੈਕਚਰਰ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਦੀ, ਜਿਸ ਨੂੰ ਲੈ ਕੇ ਮਾਮਲਾ ਕੋਰਟ ਦੇ ਵਿੱਚ ਵੀ ਗਿਆ, ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਨੇ। ਇਹਨਾਂ ਪ੍ਰੋਫੈਸਰਾਂ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਨਿਯੁਕਤੀਆਂ ਤੇ ਕੁਝ ਸਵਾਲ ਉੱਠ ਰਹੇ ਨੇ। ਇਸ ਸੰਬੰਧੀ ਹਰਮਨਪ੍ਰੀਤ ਸਿੰਘ ਸੇਖੋਂ ਨਾਲ ਗੱਲਬਾਤ ਹੋਈ, ਕੁਦਰਤੀ ਅਚਾਨਕ ਕਾਲਰ ਨੇ ਆਪਣੇ। ਇਸ ਤੋਂ ਬਾਅਦ ਡਾਕਟਰ ਦਵਿੰਦਰ ਮਾਨ ਹੋਰਾਂ ਨਾਲ ਗੱਲਬਾਤ ਹੋਈ ਤੇ ਇਸ ਤੋਂ ਇਲਾਵਾ ਡਾਕਟਰ ਹਰਪ੍ਰੀਤ ਸਿੰਘ ਸਿੱਧੂ ਨਾਲ ਗੱਲਬਾਤ ਹੋਈ ਜੋ ਪੰਜਾਬੀ ਯੂਨੀਵਰਸਿਟੀ ਤੋਂ ਨੇ। ਤੇ ਇਹਨਾਂ ਸਾਰੇ ਸੱਜਣਾਂ ਦੀਆਂ ਜਿਹੜੀਆਂ ਕਾਲਸ ਨੇ ਉਹ ਆਪਾਂ ਪ੍ਰੋਗਰਾਮ ਦੇ ਵਿੱਚੋਂ ਕੱਢ ਕੇ ਇਹਨੂੰ ਐਡਿਟ ਕਰਕੇ ਇੱਕ ਅਲੱਗ ਕੈਪਸੂਲ ਬਣਾਇਆ ਤੇ ਇਸ ਦੇ ਵਿੱਚ ਇਹਨਾਂ ਵੱਖ-ਵੱਖ ਸ਼ਖਸੀਅਤਾਂ ਨਾਲ ਇਸ ਮੁੱਦੇ ਤੇ ਗੱਲਬਾਤ ਹੈ, ਤੁਸੀਂ ਜ਼ਰੂਰ ਸੁਣ ਸਕਦੇ ਹੋ। ਤੇ ਜੇ ਕਿਸੇ ਹੋਰ ਧਿਰ ਨੇ ਆਪਣਾ ਪੱਖ ਰੱਖਣਾ ਹੋਵੇ ਤਾਂ ਉਹ ਵੀ ਸਾਨੂੰ 9876309655 ਨੰਬਰ ਤੇ ਸੰਪਰਕ ਕਰ ਸਕਦੇ ਨੇ। ਆ ਰਹੇ ਨੇ ਲੋ ਆਪਣੇ ਨਾਲ ਕਾਲਰ ਜੁੜੇ ਨੇ। ਹਰਮਨਜੀਤ ਸਿੰਘ, ਸਵਾਗਤ ਹੈ ਤੁਹਾਡਾ, ਵੈਲਕਮ ਜੀ। ਹਾਂਜੀ, ਮੈਂ ਹਰਮਨਪ੍ਰੀਤ ਸਿੰਘ ਸੇਖੋਂ ਬੋਲ ਰਿਹਾ ਜੀ, ਪੱਟੀ ਤੋਂ। ਹਾਂਜੀ, ਪੱਟੀ 9 ਲੱਖੀ, ਸਵਾਗਤ ਸੇਖੋਂ ਸਾਹਿਬ। ਸਾਡੇ ਮਾਨਯੋਗ ਮੁੱਖ ਮੰਤਰੀ ਜੀ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਏ ਸੀ, ਇੱਕ ਮਾਨਯੋਗ ਵਿਧਾਇਕ ਵੱਲੋਂ ਵੀਸੀ ਜੀ ਦੇ ਖਿਲਾਫ ਕੁਝ ਜਿਹੜਾ ਹੈ ਮਤਲਬ ਬੜਾ ਸਖਤ ਕਰੜਾ ਜਿਹੜਾ ਮਤਲਬ ਸ਼ਬਦ ਬੋਲੇ ਗਏ ਔਰ ਇਸ ਦਾ ਪੰਜਾਬ ਦੇ ਬੁੱਧੀਜੀਵੀਆਂ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ। ਲੇਕਿਨ ਪਿਛਲੇ ਦਿਨੀ ਸਰ ਜਿਹੜੀਆਂ ਅਸਿਸਟੈਂਟ ਪ੍ਰੋਫੈਸਰ ਦੀਆਂ ਜਿਹੜੀਆਂ ਪੋਸਟਾਂ ਇਹਨਾਂ ਨੇ ਕੱਢੀਆਂ ਨੇ, ਖਾਸ ਕਰਕੇ ਪੰਜਾਬੀ ਦੀਆਂ ਪੋਸਟਾਂ ਦੇ ਵਿੱਚ ਤੇ ਬਹੁਤ ਭਾਰੀ ਮਾਤਰਾ ਦੇ ਵਿੱਚ ਗਲਤੀਆਂ ਪਈਆਂ ਗਈਆਂ, ਉਣਤਾਈਆਂ ਪਈਆਂ ਗਈਆਂ ਔਰ ਕਈ ਜਿਹੜੇ ਡਿਪਾਰਟਮੈਂਟ ਦੇ ਅਜਿਹੇ ਬੰਦੇ ਜਿਹੜੇ ਉਹਨਾਂ ਦੇ ਸਟੂਡੈਂਟਸ ਕੋਈ 18 ਕੋਈ 16 ਮਤਲਬ ਇਸ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪਰਟੀਕੂਲਰ ਪ੍ਰੋਫੈਸਰਸ ਦੇ ਜਿਹੜੇ ਮਤਲਬ ਸਟੂਡੈਂਟਸ ਨੇ ਉਹ ਸਿਲੈਕਟ ਜਿਹੜੇ ਆ ਹੋਏ ਆ। ਔਰ ਦੂਜੀ ਗੱਲ ਸਰ, ਇਹਨਾਂ ਨੇ ਇੱਕ ਜਿਹੜਾ ਬੇਸਿਕ ਜਿਹੜੀ ਐਲੀਜੀਬਿਲਿਟੀ ਸੀਗੀ ਪੇਪਰ ਦੀ ਕਿ ਉਹ ਪੇਪਰ ਨੈਟ ਬੇਸ ਸੀਗਾ ਕਿ ਨੈਟ ਕੁਆਲੀਫਾਈ ਹੋਣਾ ਜ਼ਰੂਰੀ ਹੈ UGC ਨੈਟ, ਤੇ ਸਰ ਉਹ ਜਿਹੜਾ UGC ਨੈਟ ਦਾ ਪੇਪਰ ਸੀਗਾ ਉਹ ਨੈਟ ਦੇ ਪੇਪਰ ਦੇ ਮੁਤਾਬਕ ਸਟੈਂਡਰਡਾਈਜ਼ ਪੇਪਰ ਪਾਇਆ ਹੀ ਨਹੀਂ ਗਿਆ। ਪਤਾ ਨਹੀਂ ਕੀ ਮਤਲਬ ਇੱਕ ਜਿਹੜੀ ਪਦਵੀ ਹੈ ਅਸਿਸਟੈਂਟ ਪ੍ਰੋਫੈਸਰ ਦੀ, ਇਹਦੇ ਵਿੱਚ ਤੁਸੀਂ ਜ਼ਰੂਰੀ ਨਹੀਂ ਹੈ ਕਿ ਇੱਕ ਤੁਸੀਂ ਸਿਰਫ ਫੈਕਟ ਬੇਸਡ ਡਾਟਾ ਇਕੱਠਾ ਕਰਨਾ ਹੈ, ਇਹਦੇ ਵਿੱਚ ਤੁਸੀਂ ਕੋਈ ਅੰਡਰਸਟੈਂਡਿੰਗ, ਕੋਈ ਐਪਲੀਕੇਸ਼ਨ, ਕੋਈ ਉਸ ਤਰ੍ਹਾਂ ਦੇ ਸਵਾਲ ਜਿਹੜੇ ਕਿ ਵਿਦਿਆਰਥੀ ਨੂੰ ਕਿ ਇਹ ਨਹੀਂ ਹੈ ਕਿ ਸਿਰਫ ਤੁਸੀਂ ਜੋ ਲਿਖਿਆ ਹੈ ਜੋ ਜਿਸ ਤਰ੍ਹਾਂ ਹੈ ਉਸ ਤਰੀਕੇ ਦੇ ਨਾਲ ਵੀ ਨੈਟ ਦੇ ਸਟੈਂਡਰਡ ਦੇ ਮੁਤਾਬਕ ਪੇਪਰ ਨਹੀਂ ਹੈ ਔਰ ਪੇਪਰ 'ਚ ਬਹੁਤ ਉਣਤਾਈਆਂ, ਗਲਤੀਆਂ ਔਰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਕਿ ਇਹ ਪੋਸਟਾਂ ਸਿਰਫ ਆਪਣਿਆਂ ਨੂੰ ਭੇਟ ਕਰਨ ਲਈ ਇੱਕ ਤੋਹਫੇ ਦੇ ਤੌਰ ਤੇ ਕੱਢੀਆਂ ਗਈਆਂ ਸਨ। ਧੰਨਵਾਦ। ਸੇਖੋਂ ਸਾਹਿਬ 2 ਮਿੰਟ ਲਵਾਂਗਾ ਮੈਂ ਤੁਹਾਡੇ, ਕਿਉਂਕਿ ਇਸ ਵਿਸ਼ੇ ਤੇ ਆਪਾਂ ਗੱਲ ਨਹੀਂ ਕੀਤੀ। ਇਹ ਠੀਕ ਹੈ ਕਿ ਵਿਵਾਦ ਉੱਠ ਰਿਹਾ ਪੰਜਾਬੀ ਵਿਭਾਗ ਤੋਂ ਕੁਝ ਪੇਪਰ ਸੈਟਰ ਨੇ ਜਿਨ੍ਹਾਂ ਦਾ ਨਾਂ ਅਸੀਂ ਲੋਕਲ ਇਹਦੇ ਬਾਰੇ ਨਿੱਜੀ ਤੌਰ ਤੇ ਕਾਫੀ ਜਾਣਦੇ ਹਾਂ, ਕੁਝ ਅਧਿਆਪਕ ਵਿਸ਼ੇਸ਼ ਨੇ ਜਿਨ੍ਹਾਂ ਨੇ ਕੁਝ ਖਾਸ ਆਪਣੇ ਵਿਦਿਆਰਥੀਆਂ ਨੂੰ, ਕਿਉਂਕਿ ਹੁੰਦਾ ਹੀ ਹੈ ਜਦੋਂ ਤੁਸੀਂ ਟੀਚਰ ਹੋ ਤੁਹਾਡੇ ਸੰਪਰਕ 'ਚ ਬਹੁਤ ਜ਼ਿਆਦਾ ਵਿਦਿਆਰਥੀ ਹੁੰਦੇ ਨੇ, ਪੇਪਰ ਸੈਟਰ ਵੱਲੋਂ ਵੀ ਕੁਝ ਚੀਜ਼ਾਂ ਆ ਰਹੀਆਂ ਨੇ ਕਿ ਉਹਨਾਂ ਨੇ ਆਪਣੇ ਖਾਸ ਲੋਕਾਂ ਨੂੰ ਇਹ ਪੇਪਰ ਵੰਡ ਦਿੱਤਾ ਸੀ। ਇੱਕ ਤਾਂ ਕੁਐਸਚਨ ਜਿਹੜੇ ਆਏ ਨੇ, ਜਿਹੜੇ ਸ਼ਾਰਟ ਆਨਸਰ ਨੇ, ਜਿਵੇਂ ਪਾਣੀਪਤ ਦੀ ਲੜਾਈ ਕਦੋਂ ਹੋਈ, ਕਿੱਥੇ ਕੀ ਵਾਪਰਿਆ, ਉਹਨਾਂ ਦੀਆਂ ਡੇਟਸ ਵਗੈਰਾ ਦੇ ਵਿੱਚ ਇੱਕਦਮ ਯਾਦ ਨਹੀਂ ਰਹਿੰਦਾ। ਤੇ ਇਹਦੀ ਜਗ੍ਹਾ ਜਿਹੜੇ ਇੱਕ ਇੰਟੈਲੈਕਚੁਅਲ ਪੱਧਰ ਪਰਖਣ ਦੇ ਵਾਸਤੇ ਕੋਈ ਪ੍ਰੈਸੀ ਟੈਪ ਹੋਵੇ, ਉਹ ਵੱਡੇ ਜਿਹੜੇ ਨੇ ਨਹੀਂ ਲਏ ਗਏ। ਤੇ ਇਹ ਜਿਹੜਾ ਪੈਟਰਨ ਸੀਗਾ ਕਿੱਦਾਂ ਨਹੀਂ ਹੈ ਜਿਹੜਾ PPSC ਦਾ, ਤੇ ਇਹਦਾ ਜਿਹੜਾ ਪੈਟਰਨ ਸੀ ਜਿਹੜਾ ਹੁਣ ਬਣਾਇਆ ਗਿਆ ਯੂਨੀਵਰਸਿਟੀ ਨੇ ਨਿੱਜੀ ਤੌਰ ਤੇ ਬਣਾਇਆ, ਚਲੋ ਇਹ ਚੰਗੀ ਗੱਲ ਹੈ। 25 ਸਾਲ ਬਾਅਦ ਇਹ ਭਰਤੀ ਪ੍ਰੋਫੈਸਰਾਂ ਦੀ ਹੋਈ ਹੈ, ਅਸਿਸਟੈਂਟ ਪ੍ਰੋਫੈਸਰਾਂ ਦੀ, ਜਿਹਨੂੰ ਪਹਿਲਾਂ ਲੈਕਚਰਰ ਹੀ ਕਿਹਾ ਜਾਂਦਾ ਸੀਗਾ। ਤੇ PPSC ਨਿਯਮਾਂ ਦਾ ਤੇ ਇਹਨਾਂ ਨਿਯਮਾਂ ਦਾ ਕੀ ਫਾਇਦਾ? ਇੱਕ ਤਾਂ ਦੇਖੋ ਜਿਹੜਾ ਪੇਪਰ ਲੀਕ ਹੋਇਆ ਜਾਂ ਦੋਸ਼ ਲੱਗੇ ਨੇ ਕੁਝ ਪ੍ਰੋਫੈਸਰਾਂ ਤੇ ਕਿ ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਦਿੱਤਾ ਤੇ ਉਹੀ ਵਿਦਿਆਰਥੀ ਜ਼ਿਆਦਾ ਸਿਲੈਕਟ ਹੋਏ ਨੇ। ਹਾਲਾਂਕਿ ਜਿਹੜੇ ਕਾਲਜਾਂ 'ਚ ਪ੍ਰੋਫੈਸਰ ਪੜ੍ਹਾਉਂਦੇ ਰਹੇ ਨੇ ਉਹ ਪਾਸ ਨਹੀਂ ਹੋ ਸਕੇ ਤੇ ਜਿਹੜੇ ਵਿਦਿਆਰਥੀ ਨੇ ਉਹ ਪਾਸ ਹੋ ਗਏ।
ਬਿਲਕੁਲ ਜੀ, ਬਿਲਕੁਲ 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 ਸਹੀ ਫਰਮਾਇਆ। ਪੈਟਰਨ 'ਚ ਕੀ ਫਰਕ ਹੈ ਸੇਖੋ ਸਾਹਿਬ? ਤੁਸੀਂ ਚਲੋ ਗੱਲ ਕੀਤੀ, ਇਹਦੇ ਬਾਰੇ ਆਪਾਂ ਬਾਹਲੀ ਡਿਟੇਲ 'ਚ ਨਹੀਂ ਗੱਲ ਕੀਤੀ। ਇਸ਼ੂ ਇਹ ਬਹੁਤ ਮਗ ਰਿਹਾ ਤੇ ਇਹਦੇ ਤੇ ਰਿਟ ਵੀ ਹੋ ਗਈ ਹੈ, ਵੈਸੇ ਰੋਕ ਲੱਗ ਗਈ ਆ ਬਿਲਕੁਲ ਜੀ, ਬਿਲਕੁਲ ਸਰ ਰੋਕ ਲੱਗ ਗਈ ਹੈ। ਪਰ ਇਹ ਤਾਂ ਸਿਰਫ ਪੰਜਾਬੀ ਦਾ ਮਾਮਲਾ ਸਰ ਸਾਹਮਣੇ ਆਇਆ। ਜੇ ਆਪਾਂ ਬਾਕੀ ਵਿਸ਼ਿਆਂ ਦੇ ਉੱਪਰ ਵੀ ਝਾਤ ਮਾਰੀਏ ਤਾਂ ਬਾਕੀ ਵਿਸ਼ਿਆਂ ਦੇ ਵਿੱਚ ਵੀ ਜਿਹੜਾ ਪ੍ਰਸ਼ਨ ਪੱਤਰ ਸੀ ਉਹ ਤਾਂ ਜਿਹੜਾ ਭੌਤਿਕ ਪੱਧਰ ਸੀਗਾ ਉਹ ਬਿਲਕੁਲ ਵੀ ਮੇਰੇ ਹਿਸਾਬ ਨਾਲ ਨੈਟ ਦੇ ਮੁਤਾਬਕ ਨਹੀਂ ਸੀ, ਕਿਉਂਕਿ ਬਹੁਤੇ ਜਦੋਂ ਤੁਹਾਨੂੰ ਸ਼ਰਤ ਹੀ ਕਹੀ ਗਈ ਹੈ ਕਿ ਨੈਟ ਦੇ ਮੁਤਾਬਕ ਤੁਸੀਂ ਤਿਆਰੀ ਕਰੋ, ਕਿਉਂਕਿ ਤੁਹਾਡਾ ਸਿਲੇਬਸ ਜਿਹੜਾ UGC ਨੈਟ ਦੇ ਹਿਸਾਬ ਨਾਲ ਹੈ, ਪਰ ਉਸ ਹਿਸਾਬ ਨਾਲ ਕੋਈ ਪੇਪਰ ਨਹੀਂ ਆਇਆ। ਪੇਪਰ ਪਤਾ ਨਹੀਂ ਇਹਨਾਂ ਨੇ ਆਪਣੇ ਹਿਸਾਬ ਨਾਲ ਕਿਸ ਤਰ੍ਹਾਂ ਸੈੱਟ ਕੀਤਾ ਤੇ ਜੋ ਕਿ ਸਟੈਂਡਰਡਸ ਹੁੰਦੇ ਨੇ ਮਤਲਬ ਕਾਲਜਸ ਦੇ ਵਾਸਤੇ, ਉਸ ਹਿਸਾਬ ਦੇ ਨਾਲ ਪੇਪਰ ਦੇ ਵਿੱਚ ਕੋਈ ਇਹਦੀ ਚੀਜ਼ ਜਿਹੜੀ ਨਹੀਂ ਪਾਈ ਗਈ। ਇਹਦੇ ਤੇ ਹੁਣ ਜਿਸ ਤਰ੍ਹਾਂ ਰਿਟ ਹੋ ਗਈ ਹੈ ਪ੍ਰੈਸ ਸਾਹਿਬ, ਇਹਦਾ ਮਤਲਬ ਜੇ ਰਿਟ ਹੋ ਗਈ, ਅਜੇ ਇਹਨਾਂ ਨੂੰ ਅਪੁਆਇੰਟਮੈਂਟ ਤੇ ਮਿਨਿਸਟਰਾਂ ਨੇ ਵੰਡ ਦਿੱਤੀਆਂ ਨੇ ਸਰਕਾਰ ਨੇ, ਪਰ ਜਦੋਂ ਹੁਣ ਰਿਟ ਹੋ ਗਈ ਹੈ ਮੇਰੇ ਖਿਆਲ 13 ਜਾਂ 13 ਦਸੰਬਰ ਇਹਦੀ ਨੈਕਸਟ ਹੀਅਰਿੰਗ ਹੈ, ਉਸ ਤਰ੍ਹਾਂ ਪੰਜਾਬੀ ਦੀਆਂ ਪੋਸਟਾਂ ਤੇ ਬਹਿਰਹਾਲ ਰਿਟ ਲੱਗੀ ਹੋਈ ਹੈ, ਇਹਨਾਂ ਨੇ ਰੋਕ ਲਾਈ ਹੋਈ ਹੈ। ਮੈਂ ਸਮਝਿਆ ਸ਼ਾਇਦ ਸਾਰੀਆਂ ਤੇ ਲੱਗੀ ਜਾਂ ਸਿਰਫ ਪੰਜਾਬੀ ਤੇ ਲੱਗੀ? ਸਰ ਸਾਰਿਆਂ ਤੇ ਨਹੀਂ ਲੱਗੀ, ਕੇਵਲ ਪੰਜਾਬੀ ਤੇ ਲੱਗੀ ਹੈ, ਕਿਉਂਕਿ ਸਰ ਪੰਜਾਬੀ ਦੀਆਂ ਪੋਸਟਾਂ ਕੰਪੈਰੇਟਿਵਲੀ ਜ਼ਿਆਦਾ ਸਨ ਤੇ ਕੈਂਡੀਡੇਟ ਸੀ ਤਕਰੀਬਨ ਪੰਜਾਬੀ ਦੇ ਕਾਫੀ ਸਨ। ਸੋ ਦੂਜੇ ਕੈਂਡੀਡੇਟ ਜੋ ਤੁਹਾਨੂੰ ਪਤਾ ਕੈਂਡੀਡੇਟ ਸੀ ਘੱਟ ਹੁੰਦਾ, ਫਿਰ ਉਹ ਆਪਣੇ ਆਪ ਫਰਕ ਵੀ ਪੈਂਦਾ ਇਸ ਚੀਜ਼ ਦਾ ਵੀ। ਹਾਂਜੀ ਅੱਛਾ, ਇੱਕ ਹੋਰ ਦੱਸੋ, ਜਿਸ ਤਰ੍ਹਾਂ ਕੁਝ ਜਿਹੜੇ ਹੋਰ ਕੀ ਪੈਟਰਨ ਨਵੇਂ ਸੀ ਜਿਹੜੇ PPSC ਨਾਲ ਮੇਲ ਨਹੀਂ ਸੀ ਖਾਂਦੇ, ਜਿੱਥੇ ਤੁਹਾਨੂੰ ਕੋਈ ਲੱਗਦਾ ਚੋਰ ਮੋਰੀ ਜਾਂ ਲੂਪ ਹੋਲ ਰਿਹਾ ਹੋਵੇ ਜਿਹਦਾ ਮਿਸਯੂਜ਼ ਹੋਇਆ ਕਿ ਗੈਰ ਤਜਰਬੇਕਾਰ, ਉਹ ਦੂਜੇ ਕੀ ਫਰਕ ਸੀਗਾ ਥੋੜਾ ਜਿਹਾ, ਕਿਉਂਕਿ ਮੈਂ ਤੁਹਾਡੀ ਬਣਾ ਤੇ ਜਾਣਨਾ ਚਾਹਾਂਗਾ, ਤੁਸੀਂ ਬੜੇ ਪੁਰਾਣੇ ਸਰੋਤੇ ਵੀ ਹੋ, ਲੈਕਚਰਰ ਹੋ। ਮੈਂ ਤੱਕ ਮੰਨਦਾ ਜੀ 100 ਨੰਬਰ ਦਾ ਪੇਪਰ ਇਹਨਾਂ ਨੇ ਸੈੱਟ ਕਰ ਦਿੱਤਾ, ਇੱਕ ਮਲਟੀਪਲ ਚੁਆਇਸ ਕੁਐਸਚਨ ਪੇਪਰ। ਈਵਨ ਜਦੋਂ ਸਕੂਲ ਲੈਕਚਰਰ ਦੀ ਭਰਤੀ ਵੀ ਹੁੰਦੀ ਹੈ ਤਾਂ ਉਹਦੇ ਦੇ ਵਿੱਚ ਮਤਲਬ 150 ਨੰਬਰ ਦਾ ਪੇਪਰ ਆਉਂਦਾ ਹੈ। ਠੀਕ ਹੈ ਜੀ, ਇੱਕ ਪੇਪਰ ਦਾ ਤੁਸੀਂ ਇੱਕ ਇਸ ਪੱਧਰ ਦਾ ਪੇਪਰ ਲੈ ਰਹੇ ਹੋ, ਉਸ ਬੌਧਿਕ ਪੱਧਰ ਦੇ ਉੱਪਰ ਜਿਹੜਾ ਪੇਪਰ ਹੈ ਮੇਰੇ ਹਿਸਾਬ ਦੇ ਨਾਲ ਉਹ ਬਣਦਾ ਹੀ ਨਹੀਂ ਹੈ। ਤੇ ਇਹਦੇ ਵਿੱਚ ਜਿਹੜੀ ਹੈ ਮਤਲਬ ਜਿਸ ਕਿਸਮ ਦਾ ਆਪਾਂ ਕਹਿੰਦੇ ਨਾ ਕਿ ਮਤਲਬ ਤੁਸੀਂ ਕਾਲ ਖੰਡ ਨੂੰ ਯਾਦ ਕਰਨਾ, ਕਿਸੇ ਕਿਤਾਬ ਕਿਸੇ ਫਨ ਨੂੰ ਯਾਦ ਕਰਨਾ, ਕਿਸੇ ਪਬਲਿਸ਼ਰ ਦੀ ਕਿਤਾਬ ਨੂੰ, ਕਿਸੇ ਮਤਲਬ ਰਾਈਟਰ ਦੀ ਕਿਤਾਬ ਦਾ ਨਾਂ ਯਾਦ ਕਰਨਾ, ਕਦੋਂ ਪ੍ਰਕਾਸ਼ਿਤ ਹੋਈ, ਮਤਲਬ ਇਸ ਤਰ੍ਹਾਂ ਦੇ ਪ੍ਰਸ਼ਨ ਜ਼ਿਆਦਾ ਪਾਏ ਗਏ ਬਜਾਏ ਇਸ ਦੇ ਕਿ ਜਿਹੜਾ ਉਹਦਾ ਇੰਟੈਲੈਕਚੁਅਲ ਲੈਵਲ ਜਿਹੜਾ ਉਹ ਚੈੱਕ ਕੀਤਾ ਜਾਵੇ। ਉਹ ਤਾਂ ਬਿਲਕੁਲ ਸਰ ਇਸ ਕਿਸਮ ਦਾ ਪੇਪਰ ਆਇਆ ਹੀ ਨਹੀਂ ਅਸਲ ਦੇ ਵਿੱਚ। ਮੈਂ ਆਪਣੇ ਵਿਸ਼ੇ ਬਾਰੇ, ਇਤਿਹਾਸ ਬਾਰੇ ਤੇ ਕਹਿ ਸਕਦਾ ਹਾਂ, ਕਿਉਂਕਿ ਪੰਜਾਬੀ ਮੇਰਾ ਆਪਣਾ ਵਿਸ਼ਾ ਨਹੀਂ ਹੈ, ਇਹਦੇ ਬਾਰੇ ਵਿੱਚ ਮੈਂ ਜ਼ਿਆਦਾ ਡਿਟੇਲ ਵਿੱਚ ਤੁਹਾਨੂੰ ਨਹੀਂ ਦੱਸ ਸਕਦਾ। ਤੁਹਾਡੇ ਕੀ ਫਰਕ ਸੀ, ਮਸਲਨ ਕਿਸ ਟਾਈਪ ਦਾ ਪੇਪਰ ਸੀ ਜਿਹੜਾ PPSC ਮੁਤਾਬਕ ਹੋਣਾ ਚਾਹੀਦਾ ਸੀ? ਇਹ ਗੱਲ PPSC ਦੇ ਪੇਪਰ ਤਾਂ ਵੈਸੇ ਜਦੋਂ PPSC ਦੇ ਪੇਪਰ ਜੋ ਵੀ ਭਰਤੀ ਹੁੰਦੀ ਸੀ ਨਿਕਲਦੇ ਸੀ ਇਸ਼ਤਿਹਾਰ, ਉਹ ਕੇਸ ਲੱਗਾ ਹੁੰਦਾ ਸੀ, ਉਹ ਰੱਦ ਹੋ ਜਾਂਦੀ ਸੀ ਇਹ ਵਾਲੀ ਭਰਤੀ। ਤੇ ਉਹ ਮੇਰੇ ਖਿਆਲ ਦੇ ਵਿੱਚ ਬਹੁਤ ਲੰਮਾ ਸਮਾਂ ਕਦੇ ਚੱਲਦਾ ਰਿਹਾ PPSC ਦਾ ਇਮਤਿਹਾਨ। ਤੇ ਸਰ ਜਦੋਂ ਵੀ ਇਸ਼ਤਿਹਾਰ ਆਇਆ ਨਾ ਤੇ ਹਰ ਵਾਰੀ ਇਸ਼ਤਿਹਾਰ ਆਉਣ ਦੇ ਨਾਲ ਹੀ ਜਿਹੜੀ ਸੀ ਉੱਥੇ ਜਿਹੜੀ ਸੀ ਰਿਟ ਪੈ ਜਾਂਦੀ ਸੀਗੀ ਤੇ ਪੇਪਰ ਮੋਸਟ ਪ੍ਰੋਬਬਲੀ ਹੁੰਦਾ ਹੀ ਨਹੀਂ ਸੀਗਾ। ਔਰ ਇਹ ਚਲੋ ਇੰਨਾ ਤਾਂ ਚੰਗੀ ਗੱਲ ਹੈ ਕਿ ਪੇਪਰ ਹੋਇਆ ਵਨ ਵੇ ਔਰ ਅਦਰ, ਪਰ ਇਹ ਆ ਵੀ ਸਰ ਜਿਹੜਾ ਪੈਟਰਨ ਸੀਗਾ ਸਰ, ਪੈਟਰਨ ਤਾਂ ਬਿਲਕੁਲ ਵੀ ਨਹੀਂ ਸੀਗਾ, ਪੈਟਰਨ ਦੀ ਬਿਲਕੁਲ ਫੋਲੋ ਜੇ ਉਹ ਨੈਟ ਦਾ ਵੀ ਕਹਿੰਦੇ ਸੀਗੇ ਸਰ, ਨੈਟ ਵਿੱਚ ਵੀ 2 ਪੇਪਰ ਹੁੰਦੇ ਆ ਜੀ। ਤੇ ਇਹਨਾਂ ਨੇ ਇੱਕ ਪੇਪਰ ਲੈ ਕੇ ਤੇ ਬੁੱਤਾ ਕਰਨ ਵਾਲੀ ਗੱਲ ਕੀਤੀ ਹੈ, ਟਾਈਮ ਪਾਸ ਕਰਨ ਵਾਲੀ ਗੱਲ ਕੀਤੀ ਹੈ ਜੀ। ਹਾਂਜੀ ਜੀ ਜੀ। ਤੇ ਇਹਦਾ ਤੋਂ ਮਤਲਬ ਕਿ ਜੇ ਪੰਜਾਬੀ ਤੇ ਰਿਟ ਹੋ ਗਈ ਹੈ, ਦੂਸਰਿਆਂ ਤੇ ਨਹੀਂ ਹੋਈ, ਤੇ ਦੂਸਰਿਆਂ ਤੇ ਵੀ ਫਿਰ ਕਿਉਂਕਿ 1000 ਪੋਸਟਾਂ ਨੇ 1060 ਦੇ ਕਰੀਬ, ਉਹਨਾਂ ਦੇ ਵੀ ਫਿਰ ਰਿਟ ਪਟੀਸ਼ਨ ਦਾ ਸਿਲਸਿਲਾ ਚੱਲ ਰਿਹਾ। ਸਰ ਇਹ ਵੀ ਹੋ ਸਕਦਾ ਹੈ ਕਿ ਸਰਕਾਰਾਂ ਦਾ ਜੋ ਰੁਜ਼ਗਾਰ ਦੇਣ ਦਾ ਮੰਤਵ ਤੁਹਾਨੂੰ ਸਪਸ਼ਟ ਹੀ ਹੈ ਕਿ ਕਈ ਵਾਰੀ ਕੀ ਹੁੰਦਾ ਕਿ ਜਾਣਬੁੱਝ ਕੇ ਇਦਾਂ ਦੇ ਹਾਲਾਤ ਪੈਦਾ ਕੀਤੇ ਜਾਂਦੇ ਨੇ ਕਿ ਰਿਟ ਲੱਗੇਗੀ ਤੇ ਆਪਣੇ ਆਪ ਪੋਸਟਾਂ ਰੱਦ ਹੋ ਜਾਣਗੀਆਂ, ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਜਾਏਗਾ। ਸਰ ਆਪਾਂ ਹੁਣ ਇਹਨਾਂ ਦੀਆਂ ਅੰਦਰੂਨੀ ਜਿਹੜੀਆਂ ਗੱਲਾਂ ਨੇ ਆਪਾਂ ਇਹਨਾਂ ਬਾਰੇ ਕੀ ਕਹਿ ਸਕਦੇ ਹਾਂ? ਅੱਛਾ, ਨਿੱਜੀ ਤੌਰ ਤੇ ਤੁਸੀਂ ਜਾਣਦੇ ਹੋ ਕਿ ਇਸ ਦਾ ਕਿੰਨੇ ਕੁ ਬੱਚਿਆਂ ਨੂੰ ਨੁਕਸਾਨ ਹੋਇਆ? ਕਿਉਂਕਿ ਪੋਸਟਾਂ ਤਾਂ ਇਸ ਤੋਂ ਕਿਤੇ ਜ਼ਿਆਦਾ ਖਾਲੀ ਨੇ। ਜੇ ਉਹਨਾਂ ਬੱਚਿਆਂ ਨੂੰ ਇੱਕ ਸਪੈਸ਼ਲ ਕਮੇਟੀ ਬਣਾ ਕੇ ਉਹਨਾਂ ਬੱਚਿਆਂ ਨੂੰ ਵੀ ਮੌਕਾ ਦਿੱਤਾ ਜਾਵੇ ਜਿਹੜੇ ਰਹਿ ਗਏ ਨੇ, ਤੇ ਕਿਉਂਕਿ ਦੇਖੋ ਕਾਲਜ ਖਾਲੀ ਪਏ ਨੇ, ਤੇ ਜੇ ਉਹਨਾਂ ਬੱਚਿਆਂ ਨੂੰ ਵੀ ਕੁਝ ਦਿੱਤਾ ਜਾਵੇ ਤਾਂ ਉਹ ਬੱਚੇ ਵੀ ਅਪੁਆਇੰਟ ਕਰ ਦਿੱਤੇ ਜਾਣ। ਇਦਾਂ ਨਹੀਂ ਹੋ ਸਕਦਾ ਕਿ ਚਲੋ ਠੀਕ ਹੈ ਥੋੜੀਆਂ ਪੋਸਟਾਂ ਸਰਕਾਰ ਹੋਰ ਵਧਾ ਦੇਵੇ, ਕਾਲਜ ਤਾਂ ਬਹੁਤ ਖਾਲੀ ਪਏ ਨੇ। ਕਿੰਨੇ ਕੁ ਬੱਚੇ ਨੇ ਜਿਹਨਾਂ ਦਾ ਹੱਕ ਮਾਰਿਆ ਗਿਆ? ਸਰ ਪੰਜਾਬੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਿਦਿਆਰਥੀਆਂ ਦਾ ਹੱਕ ਮਾਰਿਆ ਗਿਆ। ਪੰਜਾਬੀ ਦੇ ਵਿੱਚ ਸਰ ਜ਼ਿਆਦਾ ਲੁੱਟ ਖਸੁੱਟ ਜਿਹੜੀ ਹੈ ਪੰਜਾਬੀ ਦੇ ਵਿੱਚ ਵੀ ਹੋਈ ਹੈ, ਔਰ ਉਹਦੇ ਵਿੱਚ ਤਾਂ ਕਲੀਅਰ ਹੀ ਹੈ ਕਿ ਸਰ ਮੇਰੇ ਹਿਸਾਬ ਨਾਲ 50 ਤੋਂ 60 ਪੋਸਟਾਂ ਜਿਹੜੀਆਂ ਨਜਾਇਜ਼ ਜਿਹੜੀਆਂ ਮੇਰੇ ਹਿਸਾਬ ਨਾਲ ਘੱਟੋ ਘੱਟ ਜਿਹੜੀਆਂ ਗਈਆਂ ਨੇ। ਤੇ ਮੈਂ ਇੱਥੇ ਕਲੀਅਰਲੀ ਕਹਿ ਸਕਦਾ 60-70 ਪੰਜਾਬੀ ਦੇ ਵਿਦਿਆਰਥੀ ਨੇ ਜਿਨ੍ਹਾਂ ਦਾ ਡਾਇਰੈਕਟਲੀ ਹੱਕ ਮਰਿਆ।
60-70 ਨੇ ਟੋਟਲ ਪੰਜਾਬੀ ਦੀਆਂ ਪੋਸਟਾਂ ਕਿੰਨੀਆਂ ਭਰੀਆਂ ਨੇ ਇਹਨਾਂ ਨੇ? ਸਰ ਮੇਰੇ ਖਿਆਲ ਦੇ ਵਿੱਚ 150 ਦੇ ਕਰੀਬ ਪੋਸਟ ਸੀਗੀ ਪੰਜਾਬੀ ਦੀ, ਜੋ ਤੱਕ ਮੇਰਾ ਖਿਆਲ। ਵੈਸੇ ਰਿਕੁਆਇਰਮੈਂਟ ਤਾਂ ਇਸ ਤੋਂ ਜ਼ਿਆਦਾ ਵੀ ਹੈਗੀ ਹੈ, ਸਾਰੇ ਕਾਲਜ ਖਾਲੀ ਪਏ ਨੇ। ਬਿਲਕੁਲ ਕਾਲਜ ਤਾਂ ਸਾਰੇ ਖਾਲੀ ਪਏ ਜੀ। ਹਾਂਜੀ, ਜਿਹੜੇ ਮਤਲਬ ਜਿਹੜੇ ਲਿਸਟ ਚੋਂ ਬਾਹਰ ਕੀਤੇ ਗਏ ਨੇ, ਜੇ ਉਹਨਾਂ ਨਾਲ ਕੋਈ ਐਡਜਸਟਮੈਂਟ ਹੋ ਜਾਏ, ਕੋਈ ਹੋਰ ਮਤਲਬ ਵਧਾ ਦੇਵੇ ਸਰਕਾਰ, ਤਾਂ ਐਡੀ ਵੀ ਗੱਲ ਨਹੀਂ, ਉਹਨਾਂ ਨੂੰ ਉਹਨਾਂ ਦਾ ਬਣਦਾ ਹਕੂਕ ਮਿਲੇ, ਦੁਆਰ ਤੋਂ ਟੈਸਟ ਲੈ ਲਿਆ ਜਾਵੇ। ਬਿਲਕੁਲ ਸਰ, ਬਿਲਕੁਲ ਜੀ, ਬਿਲਕੁਲ। ਗੈਸਟ ਫੈਸਿਲਿਟੀ ਸਰ ਦੇਖ ਲਓ ਕਿੰਨੇ ਸਾਲਾਂ ਦੇ ਉਹ ਵਿਚਾਰੇ ਮਤਲਬ ਸਰਸ ਰਹੇ ਆ। ਅਸੀਂ ਤਾਂ ਚਲੋ ਫਿਰ ਵੀ ਜੌਬ ਚ ਚਲੋ ਸਕੂਲ ਲੈਕਚਰਰ ਸਹੀ, ਪਰ ਜੌਬਸ ਦੇ ਹੈਗੇ ਆ, ਪਰ ਉਹ ਲੋਕ ਗੈਸਟ ਫੈਸਿਲਿਟੀ ਉਹਨਾਂ ਦਾ ਜਿਹੜਾ ਫਿਊਚਰ ਹੀ ਸਰ ਦਾ ਤੇ ਲੱਗਾ ਹੋਇਆ ਵਾ। 16,000 ਤੇ 21-24,000 ਤੱਕ ਕੰਮ ਕਰਦੇ ਨੇ, ਹਾਲਾਂਕਿ ਬੇਸਿਕ ਸਟਾਰਟਿੰਗ 65,000 ਹੈ, 60 ਦੇ ਕਰੀਬ ਹੈ ਮੇਰੇ ਖਿਆਲ। ਜੀ ਸਰ। ਥੈਂਕ ਯੂ ਸੇਖੋ ਸਾਹਿਬ, ਇਸ ਵਿਸ਼ੇ ਤੇ ਤੁਸੀਂ ਅਪਡੇਟ ਦਿੱਤੀ ਹੈ। ਕਾਫੀ ਮੈਸੇਜ ਮੈਨੂੰ ਆਏ ਸੀ, ਹੋ ਸਕਦਾ ਇਸ ਵਿਸ਼ੇ ਤੇ ਆਪਾਂ ਗੱਲਬਾਤ ਹੋਰ ਯੂਨੀਅਨ ਨਾਲ ਕਰੀਏ, ਜਿਹੜੇ ਪ੍ਰੋਟੈਸਟ ਕਰ ਰਹੇ। ਬਿਲਕੁਲ ਸਰ, ਕਰਨੀ ਚਾਹੀਦੀ ਹੈ ਜੀ, ਲਾਜ਼ਮ ਤੌਰ ਚੰਗੀ ਮੰਗ ਹੈ ਜੀ, ਹੋਣੀ ਵੀ ਚਾਹੀਦੀ ਹੈ ਜੀ। ਥੈਂਕ ਯੂ ਸੇਖੋ ਸਾਹਿਬ, ਥੈਂਕ ਯੂ, ਮਿਹਰਬਾਨੀ। ਚਲੋ ਮਿਹਰਬਾਨੀ, ਜੇ ਕੋਈ ਹੋਰ ਅਪਡੇਟ ਹੋਈ ਇਸ ਵਿਸ਼ੇ ਤੇ ਗੱਲ ਕਰਾਂਗੇ, ਕੁਛ ਤੁਸੀਂ ਜੁੜਨਾ। ਸੋ ਇਹ ਸੀ ਕਿ ਪੰਜਾਬ ਸਰਕਾਰ ਵੱਲੋਂ ਜੋ ਭਰਤੀਆਂ ਕੀਤੀਆਂ ਗਈਆਂ ਨੇ ਉਹਨਾਂ ਤੇ ਸਵਾਲ ਖੜਾ ਹੋਇਆ ਕਿ ਇਹਦੇ ਚ ਖਾਸ ਕਰਕੇ ਕੁਝ ਜਿਹੜੇ ਅਧਿਆਪਕ ਨੇ ਉਹਨਾਂ ਦੇ ਨਾਮ ਵੀ ਆ ਰਹੇ ਨੇ। ਕਾਫੀ ਚਰਚਾ ਪੰਜਾਬੀ ਯੂਨੀਵਰਸਿਟੀ ਚ ਚੱਲ ਰਹੀ ਹੈ ਇਸ ਮੁਤਲਕ, ਕਿਉਂਕਿ ਪੰਜਾਬੀ ਯੂਨੀਵਰਸਿਟੀ ਅਕਸਰ ਇਸ ਤਰ੍ਹਾਂ ਦੇ ਵਿਵਾਦਾਂ ਚ, ਵੈਸੇ ਤਾਂ ਸਾਰੀ ਯੂਨੀਵਰਸਿਟੀਆਂ ਦੇ ਹਾਲ ਇਹ ਨੇ ਕਿ ਜਵਾਬ ਲੈਣ ਦੇਣ ਨੂੰ ਲੈ ਕੇ ਬੜਾ ਕੁਝ ਹੁੰਦਾ ਹੈ। ਸ਼ੋਸ਼ਣ ਦੇ ਘਾਹ ਦੀ ਪੰਡ ਪਿੱਛੇ ਹੁੰਦਾ ਤੇ ਸ਼ੋਸ਼ਣ PhD ਦੀ ਡਿਗਰੀ ਪਿੱਛੇ ਵੀ ਹੁੰਦਾ। ਇਹ ਕੋਈ ਪਹਿਲੀ ਵਾਰ ਨਹੀਂ, ਇਹ ਪਹਿਲਾਂ ਵੀ ਕਈ ਮਰਤਬਾ ਜਿਹੜਾ ਅਕਸਰ ਖਬਰਾਂ ਲੱਗਦੀਆਂ ਨੇ। ਈਵਨ ਸ਼ੋਸ਼ਣ ਮੁੰਡਿਆਂ ਦਾ ਨਹੀਂ, ਸ਼ੋਸ਼ਣ ਕੁੜੀਆਂ ਦਾ ਨਹੀਂ, ਸ਼ੋਸ਼ਣ ਮੁੰਡਿਆਂ ਦਾ ਵੀ ਹੁੰਦਾ। ਉਹ ਕੋਈ ਕਹੂਗਾ ਮੈਨੂੰ ਕਣਕ ਲਿਆ ਦੇ, ਕੋਈ ਕਹੂਗਾ ਮੈਨੂੰ ਪੈਸੇ ਦੇ ਦੇ। ਸੋ ਇਹ ਜਿਹੜਾ ਸਾਰਾ ਸਿਲਸਿਲਾ ਨਾ, ਇਹ ਕਈ ਸਵਾਲ ਖੜੇ ਕਰਦਾ ਹੈ। ਇਹਨਾਂ ਵਿਦਿਅਕ ਪ੍ਰਬੰਧਾਂ ਦੇ ਵਿੱਚ ਜੋ ਕੁਝ ਹੋ ਰਿਹਾ, ਹੁਣ ਤੁਸੀਂ ਵੇਖੋ ਕਿ ਚਰਨਜੀਤ ਸਿੰਘ ਚੱਢਾ ਦੁਨੀਆ ਤੋਂ ਰੁਖਸਤ ਹੋਏ ਨੇ। ਵੈਸੇ ਤਾਂ ਇਹ ਹੁੰਦਾ ਕਿ ਜਦੋਂ ਕੋਈ ਵਿਅਕਤੀ ਦੁਨੀਆ ਤੋਂ ਜਾਂਦਾ ਹੈ, ਉਹਦੇ ਤੇ ਚਿੱਟਾ ਕਫਨ ਇਸੇ ਕਰਕੇ ਪਾਇਆ ਹੁੰਦਾ ਕਿ ਉਹਦੇ ਸਾਰੇ ਗੁਨਾਹ ਨੇ ਜਿਹੜੇ ਉਹ ਮਾਫ ਹੋ ਜਾਂਦੇ ਨੇ। ਪਰ ਦੂਜੇ ਬੰਨੇ ਕਿਤੇ ਨਾ ਕਿਤੇ ਕੁਝ ਫਰਕ ਹੁੰਦਾ। ਉਹ ਜਿਹੜਾ ਕਹਿੰਦੇ ਆ ਨਾ, ਬਾਂਦਰ ਬੁੱਢਾ ਹੋਇਆ ਵੀ ਗਲੋਟੀ ਮਾਰਨੋਂ ਨਹੀਂ ਹਟਦਾ, ਫਿਤਰ ਤਾਂ ਇਹ ਵੀ ਹੁੰਦੀਆਂ ਨੇ। ਸੋ ਇਸ ਤਰ੍ਹਾਂ ਬਹੁਤ ਸਾਰੇ ਵਿਦਵਾਨ ਸੱਜਣ ਹੈਗੇ ਨੇ ਜਿਨ੍ਹਾਂ ਦੇ ਨਾਲ ਵਿਦਵਾਨਾਂ ਦੇ ਨਾਲ ਬਦਵਾਨ ਕਹਿਣਾ ਪੈਂਦਾ ਉਹਨਾਂ ਨੂੰ, ਤੇ ਵਿਵਾਦ ਉਹਨਾਂ ਦੇ ਨਾਲ ਵੀ ਜੁੜਦੇ ਨੇ। ਖੈਰ, ਇਹਨਾਂ ਲੈਕਚਰ ਭਰਤੀਆਂ ਬਾਰੇ, ਅਸਿਸਟੈਂਟ ਪ੍ਰੋਫੈਸਰ ਭਰਤੀਆਂ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਗੱਲਬਾਤ ਕਰ ਸਕਦੇ ਹੋ, ਨਹੀਂ ਤਾਂ ਆਪਾਂ ਅੱਗੇ ਚੱਲ ਕੇ ਇਸ ਦੇ ਵਿੱਚ ਇਸ ਮੁਤਲਕ ਗੱਲ ਕਰ ਲਵਾਂਗੇ। ਲਓ, ਆਪਣੇ ਨਾਲ ਇਸ ਵਕਤ ਪ੍ਰੋਫੈਸਰ ਦਵਿੰਦਰ ਸਿੰਘ ਮਾਨ ਜੁੜੇ ਨੇ, ਇਸ ਇਸ਼ੂ ਤੇ ਵੀ ਨਾਲ ਗੱਲ ਕਰਾਂਗੇ। ਮਾਨ ਸਾਹਿਬ, ਸਵਾਗਤ ਹੈ ਤੁਹਾਡਾ, ਵੈਲਕਮ। ਸਤਿ ਸ੍ਰੀ ਅਕਾਲ ਜੀ ਸਰ, ਜੀ ਆਇਆਂ ਨੂੰ ਸਾਰਿਆਂ ਨੂੰ ਜੀ। ਮਿਹਰਬਾਨੀ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ। ਮਾਨ ਸਾਹਿਬ, ਥੋੜੀ ਜਿਹੀ ਆਪਣੀ ਆਇਡੈਂਟੀ ਤੁਸੀਂ ਆਪ ਹੀ ਦੱਸ ਦਿਓ, ਕਿੱਥੇ ਜੌਬ ਕਰਦੇ ਹੋ ਤੇ ਇਹ ਮਸਲਾ ਕੀ ਹੈ ਜਿਹੜਾ ਅਧਿਆਪਕ ਪ੍ਰੋਫੈਸਰਾਂ ਦੀ ਭਰਤੀ ਨੂੰ ਲੈ ਕੇ ਅੱਜ ਕੁਦਰਤੀ ਸਾਡੇ ਕਾਲਰ ਨੇ, ਬੜੇ ਪੁਰਾਣੇ ਇਤਿਹਾਸਕਾਰ ਨੇ, ਬੜੀ ਸੰਜੀਦਾ ਸ਼ਖਸੀਅਤ ਨੇ, ਹਰਮਨਪ੍ਰੀਤ ਸਿੰਘ ਪੱਟੀ ਤੋਂ। ਉਹਨਾਂ ਨੇ ਸ਼ੋਅ ਦੇ ਸ਼ੁਰੂ 'ਚ ਹੀ ਗੱਲ ਚਲਾਈ ਸੀ, ਮੇਰੀ ਕੋਸ਼ਿਸ਼ ਵੀ ਸੀ ਇਸ ਮੁੱਦੇ ਤੇ ਗੱਲਬਾਤ ਹੋਵੇ, ਤੇ ਕਿਉਂਕਿ ਮਾਮਲਾ ਕੋਰਟ ਦੇ ਵਿੱਚ ਵੀ ਗਿਆ, ਕੁਝ ਬੈਨ ਵੀ ਹੋ ਗਈਆਂ ਨੇ, ਰੋਕ ਵੀ ਲਾ ਦਿੱਤੀ ਅਪਾਇੰਟਮੈਂਟਸ ਤੇ। ਕੀ ਇਹ ਸਾਰਾ ਮਸਲਾ ਤਫਸੀਲ 'ਚ ਦੱਸੋ ਪਲੀਜ਼। ਅਸਲ ਦੇ ਵਿੱਚ ਦੇਖੋ ਜੀ, ਇਹ ਤਕਰੀਬਨ 25 ਸਾਲਾਂ ਦੇ ਵਿੱਚ ਭਰਤੀ ਨਿਕਲੀ ਇਹ ਟਵਾਣਾ ਸਰ ਜੀ ਪ੍ਰੋਫੈਸਰਾਂ ਦੀ। ਤਾਂ ਪਹਿਲੀ ਗੱਲ ਤਾਂ ਇਹਦੇ 'ਚ ਇਹ ਨਹੀਂ ਪਤਾ ਲੱਗਿਆ ਵੀ ਪੰਜਾਬ ਸਰਕਾਰ ਨੇ ਕੋਈ ਐਕਟ ਪਾਸ ਕੀਤਾ PPSC ਨੂੰ PPSC ਤੋਂ ਪੋਸਟਾਂ ਲੈਣ ਦੇ ਲਈ ਜਾਂ ਨਹੀਂ। 45 ਦਿਨਾਂ ਦਾ ਟਾਈਮ ਰੱਖਤਾ ਭਰਤੀ ਪੀਰੀਅਡ ਦਾ ਜੀ। ਉਸ ਤੋਂ ਬਾਅਦ ਦੂਸਰਾ ਇੱਕ ਇਹ ਯੂਨੀਵਰਸਿਟੀ ਦੀ ਮੱਦ ਦੇ ਵਿੱਚ ਲਿਖਿਆ ਹੋਇਆ ਹੈ ਵੀ ਜੇ ਯੂਨੀਵਰਸਿਟੀ ਨੇ ਪੇਪਰ ਲੈਣਾ ਹੈ ਤਾਂ ਆਪ ਪੇਪਰ ਨਹੀਂ ਪਾਊਗੀ ਜੀ, ਆਪ ਪੇਪਰ ਨਹੀਂ ਸੈੱਟ ਕਰੂਗੀ। ਤੇ ਇਹ ਪੇਪਰ ਯੂਨੀਵਰਸਿਟੀਆਂ ਵੱਲੋਂ ਖੁਦ ਹੀ ਸੈੱਟ ਕੀਤਾ ਗਿਆ, ਖੁਦ ਹੀ ਲਿਆ ਗਿਆ ਜੀ। ਅੱਛਾ, ਜਿਸ ਤਰ੍ਹਾਂ ਦੋ ਯੂਨੀਵਰਸਿਟੀ ਨੇ, ਮੈਂ ਥੋੜਾ ਪੁਆਇੰਟ ਟੂ ਪੁਆਇੰਟ ਸਰੋਤਿਆਂ ਦੀ ਸਮਝਾਉਣ ਦੇ ਮੁਤਾਬਕ ਜਾਣਾਗਾ। ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਪੇਪਰ ਲਿਆ, ਤੇ ਇਹ ਹੁਣ ਜਿਹੜਾ ਸੈਟਿੰਗ ਦਾ ਰੌਲਾ, ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਕੁਝ ਪ੍ਰੋਫੈਸਰਾਂ ਦੇ ਨਾਂ ਕਾਫੀ ਇਹਦੇ ਵਿੱਚ ਘੜੀਸੇ ਜਾ ਰਹੇ ਨੇ ਕਿ ਉਹਨਾਂ ਨੇ ਆਪਣਿਆਂ ਨੂੰ ਪੇਪਰ ਵੰਡ ਦਿੱਤਾ। ਹੁੰਦਾ ਵੀ ਕੁਦਰਤੀ ਆਪਣੇ ਨੇੜਲੇ ਵਿਦਿਆਰਥੀਆਂ ਨੂੰ। ਇਹਦੇ 'ਚ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੇਪਰ ਲਿਆ, ਉਹ ਗੁਰੂ ਨਾਨਕ ਨੇ ਸੈੱਟ ਕੀਤਾ ਜਾਂ ਪੰਜਾਬੀ ਵਾਲਿਆਂ ਨੇ ਕੀਤਾ? ਆਪਣੀ ਯੂਨੀਵਰਸਿਟੀ ਦਾ ਪੇਪਰ ਆਪਣਿਆਂ ਨੇ ਕੀਤਾ ਜਾਂ ਦੂਜਿਆਂ ਨੇ ਕੀਤਾ? ਜਿਹੜੇ ਸਬਜੈਕਟ ਵੰਡ ਕੇ ਦਿੱਤੇ ਗਏ ਜੀ ਵਿਸ਼ੇ, ਪੰਜਾਬੀ ਜਿਹੜਾ ਵਿਸ਼ਾ ਸੀਗਾ ਉਹ ਪੰਜਾਬੀ ਯੂਨੀਵਰਸਿਟੀ ਦੇ ਹੱਕ 'ਚ ਆਇਆ ਜੀ, ਪੱਖ 'ਚ ਆਇਆ। ਅੱਧੇ ਵਿਸ਼ਿਆਂ ਦਾ ਟੋਟਲ ਜਿੰਨੇ ਵਿਸ਼ੇ ਸੀਗੇ ਉਹਦੇ ਚੋਂ 35 ਜਾਂ 36 ਵਿਸ਼ਿਆਂ ਦੇ ਵਿੱਚੋਂ ਅੱਧਿਆਂ ਦਾ ਟੈਸਟ ਸੀਗਾ ਜਿਹੜਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੰਡਕਟ ਕਰਵਾਇਆ, ਪੇਪਰ ਸੈੱਟ ਕੀਤਾ, ਅੱਧਿਆਂ ਯੂਨੀਵਰਸਿਟੀ ਨੇ ਕੀਤਾ ਜੀ।
ਜੀ ਤੁਸੀਂ ਮੈਂ ਗੱਲ ਕਰ ਰਿਹਾ ਪਹਿਲਾਂ, ਆਪਾਂ ਸਾਰੇ ਪੰਜਾਬੀ ਦੇ ਬੁੱਧੀਜੀਵੀ ਪ੍ਰੋਫੈਸਰ ਨੇ ਜੀ। ਮੈਂ ਉਹ ਗੱਲ ਤੇ ਨਹੀਂ ਜਾਂਦਾ ਵੀ ਕਿਹਨੇ ਲੀਕ ਕੀਤਾ ਕਿਹਨੇ ਨਹੀਂ ਕੀਤਾ, ਤੇ ਉਹ ਤੁਸੀਂ ਬੁੱਧੀਜੀਵੀ ਪ੍ਰੋਫੈਸਰ ਨੇ ਸਾਰੇ ਜੀ। ਤੁਸੀਂ ਪੇਪਰ ਕਢਵਾ ਕੇ ਦੇਖ ਲਓ, ਉਹਦੇ ਚ 25 ਕੁਐਸਚਨਾਂ ਦੇ ਵਿੱਚ ਬਿਹਾਰੀਆਂ ਸਿਹਾਰੀਆਂ ਸਪੈਲਿੰਗਾਂ ਅੱਖਾਂ ਦੀਆਂ ਗਲਤੀਆਂ ਨੇ ਜੀ। ਠੀਕ ਹੈ, ਤਾਂ ਉਹ 25 ਕੁਐਸਚਨ ਲਾਜ਼ਮੀ ਉਹ ਬੱਚਾ ਟਪਲਾ ਖਾ ਜਾਂਦਾ ਸਟੂਡੈਂਟ ਜਦੋਂ ਪੜ੍ਹ ਰਿਹਾ। ਇੱਕ ਤਾਂ ਵੈਸੇ ਵਿੱਚ 25 ਸਾਲਾਂ ਬਾਅਦ ਪੇਪਰ ਹੋ ਰਿਹਾ, ਉਂਝ ਹੀ ਦਿਮਾਗ ਦੇ ਉੱਤੇ ਬੜਾ ਬੋਝ ਹੁੰਦਾ, ਪ੍ਰੈਸ਼ਰ ਹੁੰਦਾ ਜੀ। ਠੀਕ ਹੈ, ਤਾਂ ਉਹ ਏਦਾਂ ਦੇ 25 ਕੁਐਸਚਨਾਂ ਦੇ ਵਿੱਚ ਜੇ ਬੱਚਾ 5-10 ਵੀ ਗਲਤ ਕਰ ਆਇਆ ਉਹਨਾਂ ਦੇ ਵਿੱਚੋਂ ਜਾਂ ਛੱਡ ਆਇਆ ਵੀ ਇਹਦਾ ਕੀ ਆਨਸਰ ਸਹੀ ਹੋ ਸਕਦਾ ਹੈ। ਠੀਕ ਹੈ, ਤਾਂ ਉਹ ਆਪ ਹੀ ਸਮਝ ਲਓ ਤੁਸੀਂ ਕਿੱਥੇ ਗਿਆ ਜੀ ਉਹ। ਇੱਕ ਦੂਸਰੀ ਸੀ, ਉਹ ਕਹਿੰਦੇ ਵੀ ਜਿਹੜਾ ਸਿੱਖੋਂ ਸਾਹਿਬ ਆਏ ਸੀ ਤੁਹਾਡੇ ਤੋਂ ਪਹਿਲਾਂ ਘੰਟਾ ਕੁ ਹੋ ਗਿਆ, ਉਹਨਾਂ ਨੇ ਵੀ ਹਿਸਟਰੀ ਦਾ ਪੇਪਰ ਦਿੱਤਾ ਸੀ, ਹਾਲਾਂਕਿ ਉਹ ਸਕੂਲ ਲੈਕਚਰਰ ਨੇ। ਉਹ ਕਹਿੰਦੇ ਵੀ ਜਿਹੜਾ ਸ਼ਾਰਟ ਆਨਸਰ ਨੇ ਉਹ ਜ਼ਿਆਦਾ ਪਾਏ ਗਏ, ਜਿਹੜੇ ਬੌਧਿਕ ਪੱਧਰ ਦੇ ਕੁਐਸਚਨ ਨੇ ਉਹ ਘੱਟ ਪਾਏ ਗਏ, ਤੇ ਉਹਦੇ ਚ ਹੁਣ ਡੇਟਾ ਚ ਟਪਲਾ ਖਾ ਜਾਂਦਾ ਉਹ। ਪਰ ਜਿਹਨੂੰ ਪੇਪਰ ਮਿਲਿਆ ਹੋਇਆ, ਹੁਣ ਜਿਵੇਂ ਸਪੋਜ਼ ਕਰੋ ਕੋਈ ਮੈਨੂੰ ਪੁੱਛ ਲੈ ਪਾਣੀਪਤ ਦੀ ਲੜਾਈ, ਇਹ ਚੀਜ਼ਾਂ ਟਿਪਸ ਤੇ ਨਹੀਂ ਰਹਿੰਦੀਆਂ ਇੱਕਦਮ। ਇਹ ਜਿਹੜੇ ਸ਼ਾਰਪ ਮਾਈਂਡਡ ਨਵੇਂ ਬੱਚੇ ਹੁੰਦੇ ਨੇ ਉਹਨਾਂ ਦੇ ਜ਼ਿਆਦਾ ਰਹਿ ਜਾਂਦੀਆਂ ਡੇਟਸ, ਜਾਂ ਜਿਨ੍ਹਾਂ ਨੇ ਘੋਟਾ ਲਾਇਆ ਉਹ ਘੋਟੇ ਵਾਲੇ ਕੰਮ ਕਰਦੇ ਨੇ। ਕੀ ਪੈਟਰਨ ਦੀ ਗੱਲ ਉਦਾਹਰਨ ਬਿਲਕੁਲ ਤੁਹਾਨੂੰ ਇੱਕ ਉਦਾਹਰਨ ਹੋਰ ਦਿੰਨਾ ਜੀ ਪੰਜਾਬੀ ਦੇ ਪੇਪਰ ਦੀ। ਉਹ ਪਰਮਿੰਦਰ ਸਿੰਘ ਸੋਢੀ ਨੇ, ਕੋਈ ਜਾਪਾਨ ਦੇ ਵਿੱਚ ਰਹਿੰਦੇ ਨੇ ਜੀ। ਹਾਂ, ਠੀਕ ਹੈ, ਵਧੀਆ ਲੇਖਕ। ਸਾਡੇ ਮੋਸਟਲੀ ਪ੍ਰੋਫੈਸਰਾਂ ਦੀ ਆਓ ਭਗਤ ਉਹੀ ਕਰਦੇ ਨੇ ਜਦੋਂ ਜਾਪਾਨ ਜਾਂਦੇ ਨੇ। ਆਉਂਦੇ ਰਹਿੰਦੇ ਇੱਥੇ, ਮਿਲਦੇ ਰਹਿੰਦੇ ਮੈਨੂੰ ਵੀ। ਉਹਨਾਂ ਦੀ ਕਿਤਾਬ ਹਾਲੇ ਸਿਰਫ ਪੇਪਰ ਤੋਂ 4 ਜਾਂ 5 ਦਿਨ ਪਹਿਲਾਂ ਫੇਸਬੁੱਕ ਦੇ ਉੱਤੇ ਨਸ਼ਰ ਹੋਈ ਹੈ ਜੀ। ਪਬਲਿਸ਼ ਵੀ ਨਿਊ ਬੁੱਕ ਹੋਈ ਹੈਗੀ ਜੀ, ਉਹਦਾ ਵੀ ਪੇਪਰ ਦੇ ਵਿੱਚ ਜ਼ਿਕਰ ਕੀਤਾ ਹੋਇਆ। ਫਿਰ ਤਾਂ ਸਿੱਧਾ ਭਾਈ ਭਤੀਜਾ ਅਗਲੇ ਭਾਈ ਜਾਪਾਨ ਚ ਚਾਹ ਛਕਾਉਂਦੇ ਨੇ। ਤੇ ਉਹ ਮਤਲਬ ਆਮ ਬੱਚੇ ਨੂੰ, ਹੁਣ ਜਿਹੜੇ ਬੱਚੇ ਬਹੁਤ ਸਾਰੇ ਸੋਸ਼ਲ ਮੀਡੀਆ ਨਾਲ, ਕਿਉਂਕਿ ਆਪਣੇ ਆਪਣੇ ਪੇਜ ਤੇ ਪਾਈ ਹੁੰਦੀ, ਅਗਲੇ ਨੇ ਜਿਹੜੀ ਕਿਤਾਬ ਨਵੀਂ ਆਈ ਹੈ ਉਹਦੇ ਬਾਰੇ ਕੀ ਪੁੱਛਿਆ ਗਿਆ ਸੋਢੀ ਸਾਹਿਬ ਦੀ ਕਿਤਾਬ ਬਾਰੇ? ਉਹਦੇ ਬਾਰੇ ਜੀ, ਉਹਦਾ ਵੀ ਇਹ ਕਿਤਾਬ ਕਿਹਨੇ ਲਿਖੀ ਜੀ ਆਪਣਾ ਜੀ, ਉਹਦਾ ਨਾਂ ਪਰਮਿੰਦਰ ਸਿੰਘ ਸੋਢੀ ਦੀਆਂ 2-3 ਕਿਤਾਬਾਂ ਦੇ ਨਾਂ ਦਿੱਤੇ ਗਏ ਜੀ। ਲੇਟੈਸਟ ਕਿਹੜੀ ਆ ਉਹਦੇ ਚ ਏਦਾਂ ਦਾ ਕੁਐਸਚਨ ਪੁੱਛਿਆ ਗਿਆ ਜੀ। ਇਹਦਾ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਸਾਰਾ ਦਿਨ ਬੈਠੇ ਰਹਿੰਦੇ ਨੇ ਉਹ ਜ਼ਿਆਦਾ ਕਾਬਲੀਅਤ ਆ ਇਹਦੇ ਚ। ਦੇਖੋ ਹੁਣ ਜਿਵੇਂ ਪ੍ਰੋਫੈਸਰ ਭਰਤੀ ਕਰਨੇ ਨੇ, ਇਹ ਕ੍ਰਿਸਚਨ ਦੇ ਚ ਨਿਕਲੇ ਲਫ਼ਜ਼ ਨੇ। ਮੇਰਾ ਇਹਨਾਂ ਤੇ ਕਈ ਵਾਰੀ ਵਿਵਾਦ ਹੋ ਗਿਆ ਜਦੋਂ ਇੰਦਰ ਸਿੰਘ ਘੱਗਾ ਨੂੰ ਵੀ ਪ੍ਰੋਫੈਸਰ ਕਹੀ ਜਾਂਦੇ ਸੀ। ਮੈਂ ਜੀ ਉਹ ਤਾਂ ਪੜ੍ਹਿਆ ਹੀ ਦੱਸਦਾ, ਪ੍ਰੋਫੈਸਰ ਕਿੱਥੋਂ ਹੋ ਗਿਆ, ਹਨਾ? ਕਿਉਂਕਿ ਪ੍ਰੋਫੈਸਰ ਮੀਨਜ਼ ਪਰਫੈਕਟ ਗੱਲ। ਉਹਦੇ ਚ ਹੁਣ ਜਿਹੜੇ ਬੌਧਿਕ ਪੱਧਰ ਤੇ ਕੁਐਸਚਨ ਨੇ, ਜਿਹਨੇ 45 ਮਿੰਟ ਲੈਕਚਰ ਦੇਣਾ, ਉਹਦਾ ਇੱਕ ਬੌਧਿਕ ਪੱਧਰ ਵੀ ਵੇਖਿਆ ਜਾਵੇ। ਇਹ ਨਾ ਕਿ ਫਲਾਣੀ ਕਿਤਾਬ ਕਿਹਨੇ ਲਿਖੀ, ਮੌਜੂਦਾ ਪ੍ਰਧਾਨ ਮੰਤਰੀ ਕੌਣ ਹੈ, ਫਲਾਣੇ ਸ਼ਹਿਰ ਦਾ SHO ਕੌਣ ਹੈ, ਇਹ ਕੋਈ ਸਵਾਲ ਨਹੀਂ ਹੈ। ਇਹ ਤਾਂ 10ਵੀਂ ਪੱਧਰ ਦੇ ਜਾਂ ਛੋਟੀਆਂ ਪੋਸਟਾਂ ਲਈ ਤੁਸੀਂ ਕਰ ਸਕਦੇ ਹੋ, ਜਿਨ੍ਹਾਂ ਦਾ ਸਿੱਧਾ ਬੌਧਿਕ ਪੱਧਰ ਦੇ ਕੁਐਸਚਨ ਤਾਂ ਹੈ ਹੀ ਨਹੀਂ ਸੀ ਮੇਰੇ ਖਿਆਲ ਪੈਟਰਨ ਦੇ ਵਿੱਚ। ਬਹੁਤ ਥੋੜੇ ਜੀ, ਬਹੁਤ ਥੋੜੇ ਪੇਪਰ ਬਹੁਤ ਵਧੀਆ ਵੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਈ ਪੇਪਰ ਬਹੁਤ ਵਧੀਆ ਆਏ ਨੇ, ਪੰਜਾਬੀ ਯੂਨੀਵਰਸਿਟੀ ਦੇ ਕਈ ਪੇਪਰ ਬਹੁਤ ਵਧੀਆ ਆਏ ਨੇ। ਹੁਣ ਇੱਕ ਕੱਲ ਦਾ ਹੋਰ ਰੌਲਾ ਪੈ ਰਿਹਾ ਕਿ ਮੈਥ ਦਾ ਪੇਪਰ ਸੀਗਾ ਜਿਹੜਾ, ਉਹਦੇ ਚ 40 ਕੁਐਸਚਨ, ਜਿਹੜਾ ਪਹਿਲਾਂ ਮੈਥ ਦਾ ਲੈਕਚਰਾਰਾਂ ਦਾ ਪੇਪਰ ਹੋਇਆ ਸੀ ਸਕੂਲ ਲੈਕਚਰਾਰਾਂ ਦਾ ਜੀ, 40 ਕੁਐਸਚਨ ਉਹਦੇ ਵਿੱਚੋਂ ਡਿਟੋ ਚੁੱਕ ਕੇ ਪਾਤੇ ਜੀ। ਡਿਟੋ ਆਨਸਰ ਸੀਰੀਜ਼, ਡਿਟੋ ਸੀਕੁਐਂਸ ਹੈ ਕੁਐਸਚਨਾਂ ਦਾ ਜੀ। ਅੱਛਾ, ਉਹ ਹੀ ਚੱਕ ਕੇ ਪਿਛਲੇ ਪਾ ਦਿੰਦੇ। ਹਾਂਜੀ ਹਾਂ, ਉਹ ਵੀ ਮੈਨੂੰ ਲੱਗਦਾ ਕੱਲ ਸ਼ਾਇਦ ਕੋਰਟ ਦੇ ਵਿੱਚ ਕੇਸ ਚਲਾ ਗਿਆ ਉਹਦੇ ਰਿਗਾਰਡਿੰਗ ਵੀ। ਜ਼ਿਆਦਾ ਵਿਵਾਦ ਕਿਹੜੀਆਂ ਪੋਸਟਾਂ ਤੇ, ਪੰਜਾਬੀ ਤੇ ਹਿਸਟਰੀ ਤੇ ਕਿਹੜੀਆਂ ਤੇ ਹੋ ਰਿਹਾ? ਪੰਜਾਬੀ ਤੇ ਤਾਂ ਕਲੀਅਰ ਹੀ ਹੈ, ਕਿਉਂਕਿ ਕੁਝ ਵਿਦਵਾਨ ਜਿਨ੍ਹਾਂ ਨੇ ਪੇਪਰ ਸੈੱਟ ਕੀਤੇ ਨੇ, ਸੋਢੀ ਸਾਹਿਬ ਦੇ ਵੀ ਖਾਸ ਖਾਸ ਨੇ। ਹਾਂਜੀ ਹਾਂ, ਜ਼ਿਆਦਾਤਰ ਪੰਜਾਬੀ ਦੇ ਉੱਤੇ ਹੈ ਜੀ। ਠੀਕ ਹੈ, ਤਾਂ ਮੋਸਟਲੀ ਪੰਜਾਬੀ ਦੇ ਉੱਤੇ ਆ। ਜਾਂ ਹੁਣ ਕੁਐਸਚਨਾਂ ਨੂੰ ਲੈ ਕੇ ਕਈ ਸਬਜੈਕਟਾਂ ਦੇ ਵਿੱਚ ਹੈ ਜੀ। ਕਈ ਸਬਜੈਕਟਾਂ ਦੇ ਵਿੱਚ ਕੀ ਹੋਇਆ, ਜਿਵੇਂ ਪਹਿਲਾਂ ਹੀ ਆਪਣਾ 10 ਜਾਂ 15 ਕੁਐਸਚਨ ਮੋਸਟਲੀ ਪੇਪਰ ਸੈਟਰਾਂ ਨੇ ਕੀ ਕੀਤਾ ਜੀ, ਉਹਦੇ ਚ 2-2 ਆਪਸ਼ਨਾਂ ਵਾਲੇ ਪਾਤੇ ਨੇ ਜੀ। ਜਿਵੇਂ ਆਪਣੇ ਚਹੇਤਿਆਂ ਨੂੰ ਸਮਝ ਲਓ ਵੀ, ਜੇ ਆਪਣਾ ਹੁਣ ਪਤਾ ਹੀ ਅੰਦਰ ਕਿਹਦਾ ਪੇਪਰ ਆਇਆ, ਗਿਣਤੀ ਦੇ ਵਿਦਿਆਰਥੀ ਨੇ ਮੋਸਟਲੀ ਆਪਦੀ ਯੂਨੀਵਰਸਿਟੀ ਤੇ ਸਾਰਿਆਂ ਨੂੰ ਜਾਣਦੇ ਹੁੰਦੇ ਨੇ। ਇਹਦੇ ਚ ਵੈਰੀ ਫਰੈਂਕ, ਚਲੋ ਅਸੀਂ ਜਰਨਲਿਸਟਾਂ, ਅਸੀਂ ਪਰਵਾਹ ਨਹੀਂ ਕਰੀਦੀ। ਨਾਲੇ ਮੇਰੀ ਤੇ ਜਰਨਲਿਜ਼ਮ ਥੋੜੀ ਵੱਖਰੀ ਕਿਸਮ ਦੀ, ਅਖੜ ਕਿਸਮ ਦੀ ਕਹਿ ਲਈ ਫਸਟ। ਇਹਦੇ ਚ ਕੁਝ ਕਿੱਥੇ ਕਾਮਰੇਡ ਲਾਣੇ ਦਾ ਨਾਂ ਆ ਰਿਹਾ ਵੀ ਉਹਨਾਂ ਨੇ ਆਪਣੇ ਖਾਸਮ ਖਾਸ ਨੂੰ, ਖਾਸ ਕਰਕੇ ਯੂਥ ਨੂੰ, ਮਟਿਆਰਾਂ ਨੂੰ ਪੇਪਰ ਡਿਸਟ੍ਰੀਬਿਊਟ ਕੀਤੇ ਨੇ। ਇਹ ਚਰਚਾ ਪਹਿਲਾਂ ਵੀ ਉਹਨਾਂ ਦੇ ਨਾਲ ਥੋੜਾ ਜਿਹਾ ਵਿਵਾਦ ਜੁੜਦੇ ਨੇ। ਯੂਨੀਵਰਸਿਟੀ ਚ ਸਰ ਇਹ ਚਰਚਾ ਤਕਰੀਬਨ ਜਿੱਦਣ ਦਾ ਪੇਪਰ ਹੋਇਆ ਉਸੇ ਦਿਨ ਤੋਂ ਚੱਲ ਰਹੀ ਹੈ। ਪਟਿਆਲੇ ਸ਼ਹਿਰ ਚ ਸਾਰੇ ਬੌਧਿਕ ਹਲਕਿਆਂ ਚ ਵੀ। ਹਾਂਜੀ ਹਾਂ, ਹਾਂਜੀ ਹਾਂ, ਠੀਕ ਹੈ ਜੀ। ਦੂਸਰਾ ਉਂਝ ਵੀ ਸਰ ਆਪਣੇ ਜੇ ਸਿੱਖਿਆ ਦੀ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਦੇ ਉੱਤੇ ਤਾਂ ਹੁਣ ਕਾਮਰੇਡਾਂ ਦਾ ਕਬਜ਼ਾ ਹੀ ਹੈ ਇੱਕ ਤਰ੍ਹਾਂ ਦਾ ਜੀ।
ਠੀਕ ਹੈ। ਤਾਂ ਜੇ ਆਪਾਂ ਹੁਣ ਨੈਤਿਕ ਸਿੱਖਿਆਵਾਂ ਦੀ, ਸਿੱਖੀ ਨਾਲ ਜੁੜੀਆਂ ਸਿੱਖਿਆਵਾਂ ਦੀ ਜਾਂ ਸਮਾਜਿਕ ਸਿੱਖਿਆਵਾਂ ਦੀ ਗੱਲ ਕਰਦੇ ਹਾਂ ਤਾਂ ਈਵਨ ਕਿ ਉਹਨਾਂ ਦੇ ਮੋਸਟਲੀ ਜਿਹੜੇ ਕਈ ਸਕੂਲਾਂ ਦੇ ਉਦਾਹਰਨਾਂ ਨੇ ਜੀ, ਉਹਨਾਂ ਦੇ ਬੱਚੇ ਉੱਥੋਂ ਆਉਂਦੇ ਹੀ ਕਾਮਰੇਡ ਬਣ ਕੇ ਨੇ ਜੀ। ਠੀਕ ਹੈ ਜੀ। ਤਾਂ ਹੁਣ ਇਹ ਵੀ ਇੱਕ ਨਵਾਂ ਉਹ ਚੱਲ ਰਿਹਾ ਜੀ। ਕਾਮਰੇਡ ਹੋਣਾ ਕੋਈ ਗੁਨਾਹ ਨਹੀਂ ਹੈ, ਪਰ ਦੇਖੋ ਮੈਂ ਅਕਸਰ ਕਹਿਣਾ ਹੁੰਦਾ ਕਿ ਸਰਦਾਰ ਕਪੂਰ ਸਿੰਘ ਨੇ ਕਾਮਰੇਡਾਂ ਦੀ ਵੀ ਉਨੀ ਤਾਰੀਫ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਮਾਰਕਸ ਤੇ ਪਰੂਦੋਨ ਨੇ ਬਣਾਇਆ। ਸੱਚਾ ਕਾਮਰੇਡ ਵੀ ਹੋਣਾ ਕੋਈ ਮਾੜਾ ਨਹੀਂ, ਸੱਚਾ ਸਿੱਖ ਹਾਂਜੀ ਹਾਂ। ਦੇਖੋ ਆਪਣੇ ਜਿਹੜੇ ਮਾੜੇ ਕਾਮਰੇਡ ਤੇ ਮਾੜੇ ਸਿੱਖ ਨੇ ਉਹਨਾਂ ਨੇ ਬਹੁਤਾ ਬੇੜਾ ਗਰਕ ਕੀਤਾ, ਜਿਹੜੇ ਜਾਲੀ ਨੇ। ਹਰ ਇੱਕ ਸੁਸਾਇਟੀ ਦੇ ਵਿੱਚ, ਹਰ ਇੱਕ ਆਈਡੀਓਲੋਜੀ ਦੇ ਵਿੱਚ ਚੰਗੇ ਮਾੜੇ ਤਾਂ ਹੈ ਹੀ ਨੇ ਜੀ। ਦੇਖੋ ਕਾਮਰੇਡ ਹੁਣ ਆਪਾਂ ਦੇਖਿਆ ਜਾਵੇ, ਮਾਰਕਸਿਜ਼ਮ ਨੂੰ ਦੇਖਿਆ ਜਾਂ ਸੋਸ਼ਲਿਜ਼ਮ ਨੂੰ, ਕਿਸੇ ਪਾਸੋਂ ਵੀ ਮਾੜਾ ਨਹੀਂ। ਆਪਣੇ ਪੁਰਾਣੇ ਤੇਜਾ ਸਿੰਘ ਸੰਤਰ, ਤਮੰਨਾ ਭਾਜੀ, ਹੋਰ ਕਿੰਨੇ ਹੋਏ ਨੇ ਹਨਾ ਜੀ, ਕਿੱਡੇ ਤਕੜੇ ਨਾਂ ਨੇ ਕਾਮਰੇਡਾਂ ਦੇ ਵਿੱਚ ਜੀ। ਬਿਲਕੁਲ ਬਿਲਕੁਲ। ਰਾਮ ਸਰੂਪ ਅਣਖੀ ਹੋ ਗਿਆ ਉੱਧਰ, ਉਹ ਸਾਰੀ ਉਮਰ ਕਿਸਾਨੀ ਦੇ ਲਈ ਲਿਖਦਾ ਰਿਹਾ ਜੀ। ਠੀਕ ਹੈ। ਅੱਜ ਕਾਮਰੇਡਾਂ ਦੇ ਵਿੱਚ ਦੇਖਿਆ ਜਾਵੇ ਤਾਂ ਜੇ ਉਗਰਾਹਾਂ ਜਥੇਬੰਦੀ ਹੈ ਤਾਂ ਉਹ ਕਾਮਰੇਡਾਂ ਦੀ ਹੋਇਆ। ਠੀਕ ਹੈ ਨਾ। ਪਰ ਉਹਨਾਂ ਦਾ ਇੱਕ ਬੜਾ ਉਹਨਾਂ ਨੇ ਵਧੀਆ ਸੋਸ਼ਲ ਸਟਰਕਚਰ ਖੜਾ ਕੀਤਾ ਜੀ। ਅੱਜ ਉਹਨਾਂ ਦੀ ਜਥੇਬੰਦੀ ਦੇ ਵਿੱਚ ਦੇਖੋ ਤੁਸੀਂ, ਉਹ ਬਰਾਬਰ ਦੀਆਂ ਔਰਤਾਂ, ਬਰਾਬਰ ਦੇ ਮਰਦ, ਇੱਕੋ ਇੱਕ ਜਥੇਬੰਦੀ ਆ ਪੰਜਾਬ ਦੀ ਜਿੱਥੋਂ ਤੱਕ ਮੈਨੂੰ ਲੱਗਦਾ। ਉਸ ਤੋਂ ਬਾਅਦ ਤੁਸੀਂ ਇਹ ਦੇਖੋ, ਇੱਕੋ ਇੱਕ ਜਥੇਬੰਦੀ ਆ ਜਿਹਦੇ ਚ ਕਿਸਾਨਾਂ ਤੇ ਮਜ਼ਦੂਰਾਂ ਦੀ ਗਿਣਤੀ ਵੀ ਬਰਾਬਰ ਹੈ ਤਕਰੀਬਨ। ਨਹੀਂ, ਮੋਸਟਲੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੱਲੀਆਂ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਠੀਕ ਹੈ ਜੀ। ਤਾਂ ਨੋ ਡਾਊਟ ਕਾਮਰੇਡ ਕੰਮ ਵੀ ਬਹੁਤ ਵਧੀਆ ਕਰ ਰਹੇ ਨੇ, ਪਰ ਕਈਆਂ ਤੇ ਉਂਗਲਾਂ ਵੀ ਉੱਠਦੀਆਂ ਨੇ ਜੀ। ਹਾਂ, ਜਿਹੜੇ ਉਹ ਕੱਚ ਕਾਰਨ ਨੇ ਨਾ। ਦੇਖੋ ਪੰਜਾਬ ਦੀਆਂ ਦੋ ਮੂਵਮੈਂਟਾਂ ਸਿੰਧੇ ਪੁੱਤਾਂ ਦੀਆਂ ਸੀ, ਇੱਕ ਖਾਲਿਸਤਾਨ ਮੂਵਮੈਂਟ ਬਾਅਦ ਚ ਆਈ ਤੇ ਉਸ ਤੋਂ ਪਹਿਲਾਂ ਕਿਤੇ ਜਿਹੜੀ ਹੈ ਦੂਜੀ ਮੂਵਮੈਂਟ ਆਈ ਆਪਣਾ ਜਿਹੜੀ ਨਕਸਲ ਮੂਵਮੈਂਟ ਸੀਗੀ। ਪਰ ਉਹਦੇ ਚ ਜਾਲੀ ਸਿੱਖਾਂ ਨੇ ਬਹੁਤ ਮਾੜਾ ਰੋਲ ਨਿਭਾਇਆ ਤੇ ਬਾਅਦ ਵਾਲੀ ਚ ਜਾਲੀ ਕਾਮਰੇਡਾਂ ਨੇ ਬਹੁਤ ਮਾੜਾ ਰੋਲ ਨਿਭਾਇਆ। ਤੇ ਇਸੇ ਤਰ੍ਹਾਂ ਮੀਡੀਆ ਚ ਇਹ ਜਿਹੜਾ ਕਾਮਰੇਡ ਲਾਣਾ, ਬਨਾਮ ਸਿੱਖ ਲਾਣਾ, ਇਹਨਾਂ ਨੇ ਅੰਦੋਲਨ ਨੂੰ ਵੀ ਖਰਾਬ ਕਰਨ ਚ ਕੋਈ ਕਸਰ ਨਹੀਂ ਛੱਡੀ। ਸੋ ਇਸ ਕਰਕੇ ਇਹਦੇ ਚ ਹੁਣ ਜੇ ਆਪਾਂ ਪੁਆਇੰਟ ਵੱਲ ਨੂੰ ਆਈਏ ਤੇ ਇਹਦੇ ਚ ਪ੍ਰੋਫੈਸਰ ਮਾਨ ਸਾਹਿਬ ਤੇ ਕੀ ਨਿਕਲਦਾ ਹੁਣ, ਜਿਸ ਤਰ੍ਹਾਂ ਰਿਟ ਹੋ ਗਈ ਹੈ, ਸਪੋਜ਼ ਕਰੋ ਉਹਨਾਂ ਤੇ ਰੋਕ ਲੱਗ ਗਈ ਹੈ, ਉਹਦਾ ਕੀ ਪ੍ਰਾਵਧਾਨ? ਦੇਖੋ 25 ਸਾਲ ਬਾਅਦ ਪੋਸਟਾਂ ਨਿਕਲੀਆਂ ਨੇ ਤੇ ਰੋਕ ਲੱਗਣਾ ਵੀ ਮੰਦਭਾਗਾ ਹੈ। ਨਹੀਂ, ਜਿੱਥੋਂ ਦੇਖੋ ਜੀ ਇਹੀ ਹੋ ਸਕਦਾ। ਹੁਣ ਦੇਖੋ ਪ੍ਰਗਟ ਸਿੰਘ ਆਏ ਜੀ ਪਰਸੋਂ ਯੂਨੀਵਰਸਿਟੀ ਚੌਥੇ, ਪ੍ਰਗਟ ਸਿੰਘ ਜੀ ਆਪਣੇ ਐਜੂਕੇਸ਼ਨ ਮਿਨਿਸਟਰ। ਮਾਨ ਸਾਹਿਬ ਗੱਲ ਕਰੋ ਤੁਸੀਂ, ਪਲੀਜ਼ ਕੰਟੀਨਿਊ ਕਰੋ। ਮੈਂ ਸਰੋਤੇ ਨਾਲ ਸੀ ਬਸ ਗੱਲ ਕਰੋ, ਤੁਸੀਂ ਗੱਲ ਕਰੋ ਮਾਨ ਸਾਹਿਬ ਜੀ। ਹਾਂਜੀ ਮਾਨ ਸਾਹਿਬ, ਮੇਰੀ ਆਵਾਜ਼ ਸੁਣ ਰਹੀ ਹੈ? ਹਾਂਜੀ ਹਾਂ, ਸੁਣ ਰਹੀ ਹੈ। ਹਾਂ, ਤੁਸੀਂ ਆਪਣੀ ਗੱਲ ਕੰਪਲੀਟ ਕਰੋ ਜੀ, ਕੰਟੀਨਿਊ। ਪ੍ਰਗਟ ਸਿੰਘ ਆਪਣੀ ਯੂਨੀਵਰਸਿਟੀ ਆਏ ਜੀ, ਆਪਣੇ ਹਾਇਰ ਐਜੂਕੇਸ਼ਨ ਮਿਨਿਸਟਰ ਜੀ। ਉਹ ਕੋਈ ਕਮੇਟੀ ਨਹੀਂ ਬਣਾਈ, ਕੋਈ ਇਨਕੁਆਇਰੀ ਨਹੀਂ ਕੀਤੀ, 5 ਮਿੰਟਾਂ ਦੇ ਵਿੱਚ 3 ਚਿੱਠ ਦੇ ਕੇ ਚਲੇ। ਤੇ ਇਹ ਹੋਣਾ ਹੁਣ ਦੇਖੋ, ਕਈ ਮੈਂ ਇਹ ਨਹੀਂ ਕਹਿੰਦਾ ਸਾਰਿਆਂ ਦੀ ਉਹ ਹੋਵੇ, ਜਿਹੜਿਆਂ ਦੇ ਉੱਤੇ ਓਬਜੈਕਸ਼ਨ ਉੱਠੇ ਨੇ 2-4 ਸਬਜੈਕਟ ਦੇ ਉੱਤੇ ਜੀ, ਤਾਂ ਉਹਨਾਂ ਦੀ ਬਕਾਇਦਾ ਕਮੇਟੀ ਬਣਾ ਕੇ ਇਨਕੁਆਇਰੀ ਕਰਵਾਈ ਜਾਵੇ। ਜੇ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਪੇਪਰ ਦੁਬਾਰਾ ਕੰਡਕਟ ਕਰਵਾਇਆ ਜਾਵੇ ਜੀ। ਕਿਹੜਾ ਮਤਲਬ ਇੱਕ ਤਾਂ ਹਿਸਟਰੀ ਦਾ ਡਿਸਪਿਊਟ ਹੈ, ਪੰਜਾਬੀ ਦਾ ਸਭ ਤੋਂ ਜ਼ਿਆਦਾ, ਕਿਹੜੇ ਸਬਜੈਕਟਾਂ ਦਾ ਜ਼ਿਆਦਾ ਡਿਸਪਿਊਟ ਹੈ? ਦੇਖੋ ਸਾਰੀਆਂ ਭਰਤੀਆਂ ਤੇ ਰੋਕ ਲੱਗਣਾ ਮੰਦਭਾਗਾ ਹੈ, ਕਿਸੇ ਤੇ ਵੀ ਲੱਗਣਾ ਮੰਦਭਾਗਾ ਹੈ। ਜਿਹੜੇ ਬੱਚਿਆਂ ਨਾਲ ਬੇਇਨਸਾਫੀ ਹੋਈ ਹੈ ਉਹਨਾਂ ਦਾ ਹੱਕ ਸੁਣਿਆ ਜਾਵੇ, ਉਹਨਾਂ ਦੀ ਗੱਲ, ਉਹਨਾਂ ਨੂੰ ਉਹਨਾਂ ਦਾ ਹਕੂਕ ਮਿਲੇ ਜੀ। ਆਪਣਾ ਸਰ ਹਿਸਟਰੀ ਦਾ ਕੋਈ ਡਿਸਪਿਊਟ ਸਾਹਮਣੇ ਨਹੀਂ ਆਇਆ ਜੀ। ਹਿਸਟਰੀ ਦੇ ਉੱਤੇ ਨਾ ਪੇਪਰ ਹੋਣ ਤੋਂ ਪਹਿਲਾਂ ਹੀ ਰਿਟ ਹੋਈ ਸੀ ਜੀ ਕੋਈ। ਓਕੇ, ਠੀਕ ਹੈ। ਹਿਸਟਰੀ ਦਾ ਉਂਝ ਕੋਈ ਡਿਸਪਿਊਟ ਨਹੀਂ ਹੈਗਾ। ਪ੍ਰੋਫੈਸਰ ਨੇ ਜਿਨ੍ਹਾਂ ਨੇ ਆਪਣਾ ਹਰਮਨ ਸੇਖੋਂ ਪੱਟੀ ਤੋਂ ਜਿਹੜੇ ਸਵੇਰੇ ਗੱਲ ਕਰਕੇ ਗਏ ਨੇ ਇਸ ਇਸ਼ੂ ਤੇ ਉਹ ਕਹਿੰਦੇ ਉਹਦੇ ਪੇਪਰ ਦੇਣ ਪਟਿਆਲੇ ਪੇਪਰ ਹੋਇਆ ਮੇਰੇ ਖਿਆਲ ਇਹ ਹਿਸਟਰੀ ਦਾ। ਹਾਂ, ਨਹੀਂ ਇਹ ਆਪਣਾ ਕਰਵਾਇਆ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੰਡਕਟ ਕਰਵਾਇਆ ਸੀ। ਹਾਂ, ਉਹਨਾਂ ਨੇ ਕੰਡਕਟ ਕਰਾਇਆ ਸੀ, ਹੋਇਆ ਪਟਿਆਲੇ ਸੀ। ਉਹਦੇ ਤੇ ਵੀ ਬੌਧਿਕ ਕੁਐਸਚਨ ਕਹਿੰਦੇ ਨਹੀਂ ਸੀ, ਉਹੀ ਜਿਵੇਂ ਰੱਟਾ ਕੁਐਸਚਨ ਇੱਕ ਨੰਬਰ ਇੱਕ ਪੁਆਇੰਟ ਦੇ, ਉਹਦੇ ਚ ਇੱਕ ਬੌਧਿਕ ਪੱਖ ਨਹੀਂ ਜਿਹੜਾ ਸੀਗਾ ਉਹ ਉਹਦੇ ਤੇ ਵੀ ਯੂਜ਼ਰ ਸੀ ਪੈਟਰਨ ਤੇ, ਕਿਉਂਕਿ ਪੈਟਰਨ UGC ਵਾਲਾ ਚੱਕਣਾ ਚਾਹੀਦਾ ਸੀ ਜੀ। ਹਾਂਜੀ, ਉਹਦੇ ਚ ਹੁਣ ਇਹ ਹੈ ਜੀ, ਦੇਖੋ ਵੀ ਜਿਹੜਿਆਂ ਤੇ ਜ਼ਿਆਦਾ ਪੇਪਰ ਮੋਸਟਲੀ ਅਸਲ ਤਾਂ ਇਹ ਹੈ ਜੀ, ਜਿਹੜੇ ਪੇਪਰਾਂ ਤੇ ਜਿਹੜੇ ਡਿਸਪਿਊਟਡ ਪੇਪਰ ਨੇ, ਦੇਖੋ ਹਿਸਟਰੀ ਦਾ ਜਿੱਥੋਂ ਤੱਕ ਆਪਾਂ ਗੱਲ ਕਰਦੇ ਹਾਂ ਵੀ ਬੌਧਿਕ ਪੱਖ ਨਹੀਂ ਸੀਗਾ। ਜਦੋਂ ਕੋਰਟ ਦੇ ਵਿੱਚ ਜਾਣਗੇ ਤਾਂ ਉੱਥੇ ਪ੍ਰੋਫੈਸਰ ਸਾਹਿਬਾਨ ਜਾ ਕੇ ਉਹ ਸਾਬਤ ਕਰੀ ਆਉਣਗੇ ਵੀ ਨਹੀਂ ਏਦਾਂ ਦੀ ਕੋਈ ਗੱਲ ਹੈ ਨਹੀਂ। ਤਾਂ ਜਿਹੜਿਆਂ ਦੇ ਉੱਤੇ ਜਿਵੇਂ ਕੁਐਸਚਨਾਂ ਨੂੰ, ਗਲਤ ਕੁਐਸਚਨਾਂ ਨੂੰ ਲੈ ਕੇ, ਗਲਤ ਆਪਸ਼ਨਾਂ ਨੂੰ ਲੈ ਕੇ ਡਿਸਪਿਊਟ ਉੱਠੇ ਹੋਏ ਨੇ ਜੀ ਮਾਨ ਸਾਹਿਬ, ਠੀਕ ਹੈ, ਜਾਂ ਫਿਰ ਜਿਨ੍ਹਾਂ ਦੇ ਉੱਤੇ ਵੀ ਇਹ ਹੈ ਵੀ ਪੇਪਰ ਲੀਕ ਹੋ ਗਿਆ, ਉਹ ਤਾਂ ਹੁਣ ਦੇਖੋ ਇਨਕੁਆਇਰੀ ਜਾਂ ਕਮੇਟੀ ਬਣਾਏ ਤੋਂ ਹੀ ਪਤਾ ਲੱਗੂ ਲੀਕ ਹੋਇਆ ਕੀ ਸਿਸਟਮ ਹੋਇਆ, ਹੈ ਨਾ ਜੀ।
ਤਾਂ ਉਹ ਸਾਰਾ ਕਿੰਨੇ ਕੁ ਬੱਚੇ ਨੇ? ਮੇਰੀ ਸੇਖੋ ਸਾਹਿਬ ਨਾਲ ਵੀ ਗੱਲ ਹੋਈ ਸੀ, ਉਹਨਾਂ ਨੇ ਵੀ ਦੱਸਿਆ ਸੀ ਕਿ ਸ਼ਾਇਦ 20-50 ਲੋਕ ਨੇ ਜਿਨ੍ਹਾਂ ਨੂੰ ਉਜਰ ਹੈ, ਜੋ ਡਿਜ਼ਰਵ ਕਰਦੇ ਸੀ, ਹੱਕ ਜਿਨ੍ਹਾਂ ਦਾ ਮਾਰਿਆ ਗਿਆ। ਦੇਖੋ ਪੋਸਟਾਂ ਤਾਂ ਮਾਨ ਸਾਹਿਬ ਆਪਾਂ ਨੂੰ ਵੀ ਪਤਾ, ਤੁਸੀਂ ਪਟਿਆਲਾ ਇਲਾਕੇ ਨਾਲ ਸੰਬੰਧਿਤ ਹੋ, ਸਾਰੇ ਕਾਲਜ ਭਾਂ ਕਰਦੇ ਨੇ। ਬੌਧਿਕ ਤੌਰ ਤੇ ਪੰਜਾਬ ਦਾ ਸਥਿਤੀ ਮਾੜੀ ਹੋ ਰਹੀ ਹੈ ਕਿਉਂਕਿ ਜਿਹੜੀਆਂ ਦੁਕਾਨਾਂ ਖੁੱਲ੍ਹ ਗਈਆਂ ਨੇ ਉੱਥੇ ਕੋਈ ਐਜੂਕੇਸ਼ਨ ਦਾ ਮਿਆਰ ਨਹੀਂ ਹੈ ਪ੍ਰਾਈਵੇਟ ਲੱਡੂ ਯੂਨੀਵਰਸਿਟੀਆਂ 'ਚ। ਇਸ ਕਰਕੇ ਬੌਧਿਕ ਪੱਖੋਂ ਬਾਕੀ ਸਰਕਾਰੀ ਕਾਲਜ ਜੇ ਕਾਇਮ ਰਹਿਣਗੇ ਤਾਂ ਆਮ ਬੱਚਾ ਪੜ੍ਹ ਸਕੇਗਾ। ਐਜੂਕੇਸ਼ਨ ਬਹੁਤ ਮਹਿੰਗੀ ਹੋ ਗਈ ਹੈ। ਪੋਸਟਾਂ ਤਾਂ ਕਿਤੇ ਜ਼ਿਆਦਾ ਖਾਲੀ ਨੇ, ਭਰੀਆਂ ਤਾਂ 1000 ਨੇ, ਪੋਸਟ ਤਾਂ ਮੇਰੇ ਖਿਆਲ ਕਈ ਹਜ਼ਾਰ ਖਾਲੀ ਹੋਣੀ ਹੈ। ਜਿਹੜੇ ਇਹ ਬੱਚੇ ਪ੍ਰੋਟੈਸਟ ਕਰਦੇ ਨੇ ਜਾਂ ਰਿਟ ਪਟੀਸ਼ਨ ਪਾਉਂਦੇ ਨੇ ਉਹ ਕਿੰਨੇ ਕੁ ਬੱਚੇ ਨੇ? ਜੇ ਕੋਈ ਇਸ ਤਰ੍ਹਾਂ ਦੀ ਕਮੇਟੀ ਬਣੇ, ਪ੍ਰਗਟ ਸਿੰਘ ਸੰਜੀਦਾ ਬੰਦੇ ਨੇ, ਚੰਨੀ ਸਾਹਿਬ ਨੂੰ ਵੀ ਕ੍ਰੈਡਿਟ ਜਾਏਗਾ ਕਿ 25 ਸਾਲ ਬਾਅਦ ਪ੍ਰੋਫੈਸਰ ਭਰਤੀ ਕੀਤੇ ਨੇ ਉਹਨਾਂ ਨੇ। ਪਰ ਅਫਸੋਸ ਕਿ ਇੱਕ ਪਾਸੇ ਤਾਂ ਕਹਿੰਦੇ ਮੈਂ PhD ਕਰਾਂਗਾ ਸੰਸਕ੍ਰਿਤ ਤੇ ਤਾਂ ਜੇ ਕਰਾਂਗਾ, ਦੂਜੇ ਪਾਸੇ ਪ੍ਰੋਫੈਸਰ ਹੀ ਉਹਦੇ ਖਿਲਾਫ ਕਿੰਗਰਾ ਹੋਰੀ ਜਾਂ ਹੋਰ ਮੋਰਚੇ ਖੋਲ੍ਹੀ ਬੈਠੇ ਨੇ। ਇਹ ਮਤਲਬ ਬਹੁਤ ਜਨਾਜ਼ਾ ਨਹੀਂ ਨਿਕਲਣਾ ਚਾਹੀਦਾ। ਤੇ ਜੇ ਕੋਈ ਸੈਟਲਮੈਂਟ ਲੱਗਦੀ ਹੈ ਤੁਹਾਨੂੰ, ਕੀ ਲੱਗਦਾ ਹੈ ਕਿ ਇਹਦੇ 'ਚ ਕਮੇਟੀ ਬਣੇ ਜਾਂ ਕਿਵੇਂ ਇਹ ਮਸਲਾ ਸੌਰਟ ਆਊਟ ਹੋ ਸਕਦਾ? ਕਿਉਂਕਿ ਇਹਨਾਂ ਪ੍ਰੋਫੈਸਰਾਂ ਨੇ ਕਈ ਲੱਖ ਰੁਪਈਆ ਇਕੱਠਾ ਕਰਕੇ ਵਕੀਲਾਂ ਨੂੰ ਦਿੱਤਾ ਤੇ ਉਹ ਵੀ ਉਹਨਾਂ ਦੀ ਡਬਲ ਲੁੱਟ ਹੈ। ਤੇ ਹੱਲ ਕੀ ਨਿਕਲਦਾ ਹੈ? ਕਿੰਨੇ ਕੁ ਵਿਰੋਧ ਹੈ, ਕਿੰਨਾ ਕੁ ਹੱਲ ਦੇਖੋ ਜੀ, ਜਿਹੜੇ ਹਿਸਾਬ ਨਾਲ ਇਹਦੇ ਤੇ ਰਿਟਾਂ ਪੈ ਚੁੱਕੀਆਂ ਨੇ 23 ਦੇ ਕਰੀਬ ਕੱਲ ਤੱਕ ਹੋ ਚੁੱਕੀਆਂ ਸੀ ਜੀ, ਤੇ ਕੱਲ ਸ਼ਾਮ ਨੂੰ ਸ਼ਾਇਦ ਤੁਹਾਨੂੰ ਵੀ ਪਤਾ ਲੱਗਿਆ ਉਹ ਸਟੇ ਵੀ ਹੋ ਚੁੱਕੀ ਹੈ ਇੱਕ ਕੇਸ ਦੇ ਵਿੱਚ। ਪੰਜਾਬੀ ਦੀ ਸਟੇ ਹੋਈ ਹੈ ਮੇਰੇ ਖਿਆਲ। ਹਾਂਜੀ, ਮੈਨੂੰ ਇਹ ਵੀ ਸੁਣਨ ਚ ਆਇਆ ਕਿ ਸਾਰੀ ਭਰਤੀ ਦੇ ਉੱਤੇ ਸਟੇ ਹੋ ਗਈ ਹੈ। ਕੱਲ ਕੋਈ ਰਸ਼ਮੀ ਕੋਹਲੀ ਦਾ ਕੇਸ ਸੀਗਾ। ਹਾਂ, ਉਹ ਸਮਦ ਨੇ ਕੀਤੀ ਸੀ ਰਿਪੋਰਟ। ਹਾਂਜੀ, ਮੈਨੂੰ ਵੀ ਹਾਲੇ ਅਪਡੇਟ ਨਹੀਂ ਉਹਦੇ ਤੇ। ਤਾਂ ਦੇਖੋ ਜਿੱਥੋਂ ਤੱਕ ਲੱਗਦਾ ਕਿਤੇ ਕੋਰਟ ਇਹ ਰੱਦ ਹੀ ਨਾ ਕਰਦੇ ਤਾਂ ਉਹ ਵੀ ਤਰਾਸਦੀ ਹੈ, ਕਿਉਂਕਿ ਜਿਹੜੇ ਵਿਚਾਰੇ ਪੜ੍ਹੇ ਨੇ, ਜਿਨ੍ਹਾਂ ਨੇ ਜ਼ੋਰ ਲਾਇਆ, ਮਿਹਨਤ ਕੀਤੀ ਹੈ ਨਾ, ਉਹ ਫੇਰ ਰਹਿ ਜਾਣ, ਉਹ ਵੀ ਗਲਤ ਹੈ ਕੰਮ। ਤਾਂ ਇਹ ਹੈ ਜੇ ਜੇ ਪੰਜਾਬ ਸਰਕਾਰ ਕਮੇਟੀ ਬਣਾ ਕੇ ਘੱਟੋ ਘੱਟ 2300 ਪੋਸਟ ਤਾਂ 2350 ਪੋਸਟ ਤਾਂ ਪੁਰਾਣੀ ਹੈ ਜੀ 95 ਵੇਲੇ ਦੀ। ਤਾਂ ਉਸ ਤੋਂ ਬਾਅਦ ਕਾਲਜਾਂ ਦਾ ਵਰਕਲੋਡ ਕਿੰਨਾ ਵਧਿਆ ਜੀ। ਮੋਸਟਲੀ ਕਾਲਜਾਂ ਦੀਆਂ ਅੱਜ ਹੀ ਤੁਸੀਂ ਦੇਖ ਲਓ, ਉਸ ਟਾਈਮ ਤੇ ਮਹਿੰਦਰਾ ਕਾਲਜ ਦੇ ਵਿੱਚ 2500 ਸਟਰੈਂਥ ਸੀ, ਅੱਜ 8000 ਤੋਂ ਪਾਰ ਸਟਰੈਂਥ ਹੈ ਜੀ। ਤਾਂ ਹਰ ਇੱਕ ਸਰਕਾਰੀ ਕਾਲਜ ਦੀ ਸਟਰੈਂਥ ਹੈ ਜਿਹੜੀ ਉਹ ਟਿਕਣੀ ਜਾਂ ਚੌਕਣੀ ਹੋਈ ਹੈ ਜੀ। ਉਸ ਤੋਂ ਬਾਅਦ ਤਾਂ ਸਰਕਾਰੀ ਕਾਲਜਾਂ ਦੀ ਗਿਣਤੀ ਵੀ ਵਧੀਆ। ਜੇ ਉਸ ਟਾਈਮ ਤੇ 2300 ਸੀ ਤਾਂ ਘੱਟੋ ਘੱਟ 2300 ਪੋਸਟ ਹੋਰ ਐਡ ਹੋ ਸਕਦੀ ਹੈ ਜੀ, ਜੇ ਸਾਰੇ ਸਰਕਾਰੀ ਕਾਲਜਾਂ ਦੇ ਭਰਨੇ ਨੇ। ਉਹਦਾ 1/3 ਵੀ ਨਹੀਂ ਕੀਤਾ ਇਹਨਾਂ ਨੇ, 1064 ਪੋਸਟਾਂ ਕੱਢੀਆਂ ਨੇ ਮੇਰੇ ਖਿਆਲ ਟੋਟਲ। ਹਾਂਜੀ, ਤਾਂ ਜੇ ਕਮੇਟੀ ਬਣਾ ਕੇ 4500 ਬੰਦਾ ਰੱਖਿਆ ਜਾਂਦਾ ਤਾਂ ਇਸੇ ਟੈਸਟ ਦੇ ਆਧਾਰ ਤੇ ਮੈਨੂੰ ਲੱਗਦਾ ਕੋਈ ਰਹਿਣਾ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ। ਜਿਹੜੇ ਐਲੀਜੀਬਲ ਬੰਦੇ ਨੇ ਸਾਰੇ ਮੋਸਟਲੀ 90% ਲੱਗ ਹੀ ਜਾਣੇ ਨੇ। ਕੋਈ ਮੀਟਿੰਗ ਹੋਈ ਤੁਹਾਡੇ ਲੋਕਾਂ ਦੀ ਇਸ ਬਾਰੇ, ਪੈਟਰਨ ਬਾਰੇ, ਜਾਂ ਜਿਹੜੇ ਲੋਕ ਰਹਿ ਗਏ ਨੇ, ਸਰਕਾਰ ਨੇ ਕੋਈ ਭਰੋਸਾ ਦਿੱਤਾ? ਨਹੀਂ, ਸਰਕਾਰ ਨੇ ਤਾਂ ਕੀ ਭਰੋਸਾ ਦੇਣਾ ਸੀ। ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਜੀ, ਪਰਸੋਂ ਪ੍ਰਗਟ ਸਿੰਘ, ਤੁਹਾਨੂੰ ਦੱਸਣੀ ਜਿਵੇਂ ਪਹਿਲਾਂ ਦੱਸ ਚੁੱਕਿਆ ਜੀ, ਪਰਸੋਂ ਆਏ ਸੀ ਯੂਨੀਵਰਸਿਟੀ ਪੰਜਾਬੀ ਜੀ, ਇਹਦੇ ਮਸਲੇ ਦੇ ਵਿੱਚ ਵਾਈਸ ਚਾਂਸਲਰ ਸਾਹਿਬ ਨੇ ਬੁਲਾਏ ਸੀ। ਪੰਜਾਬੀ ਦਾ ਰੌਲਾ ਪੈ ਰਿਹਾ ਬਹੁਤ ਜ਼ਿਆਦਾ ਜੀ। ਤਾਂ ਉਹ ਮੌਕੇ ਦੇ ਉੱਤੇ ਕਲੀਨ ਚਿੱਟ ਦੇ ਕੇ ਚਲੇ ਗਏ 5 ਮਿੰਟਾਂ ਦੇ ਵਿੱਚ ਵੀ ਨਹੀਂ ਕੋਈ ਏਦਾਂ ਦੀ ਗੱਲ ਨਹੀਂ। ਉਹਨਾਂ ਨੂੰ ਤਾਂ ਸਰ ਅਸਲ ਦੇ ਵਿੱਚ ਕ੍ਰੈਡਿਟ ਲੈਣ ਦੀ ਹੋਈ ਪਈ ਹੈ। ਰਾਤ ਨੂੰ 12 ਵਜੇ ਤੱਕ ਤਾਂ ਤੁਸੀਂ ਆਪ ਦੇਖਿਆ ਹੋਊਗਾ ਜੀ, ਲੈਟਰ ਵੰਡੇ ਜਾ ਰਹੇ ਨੇ ਜੀ, ਜੁਆਇਨਿੰਗ ਲੈਟਰ ਵੰਡੇ ਜਾ ਰਹੇ ਨੇ ਵੀ ਤੁਹਾਨੂੰ ਰਿਟ ਹੋਵੇ ਜੋ ਮਰਜ਼ੀ ਹੋਵੇ। ਪਤਾ ਲੱਗੂਗਾ ਨਾ ਜਦੋਂ ਪਟਵਾਲਵੀ ਸਾਹਿਬ ਜਾਣਗੇ ਉੱਥੇ। ਧੱਜੀ ਉੱਡ ਗਈ ਹੈ, ਰੋਕ ਲੱਗ ਗਈ ਹੈ, ਕ੍ਰੈਡਿਟ ਕੀ ਕਰੋਗੇ ਤੁਹਾਡੀ? ਹਜੇ ਤਾਂ ਦੇਖੋ ਮੀਡੀਆ ਸਪੋਰਟ ਨਹੀਂ ਕਰ ਰਿਹਾ ਬਹੁਤਾ, ਮੀਡੀਆ ਕਿਉਂਕਿ ਹੋਰ ਪਾਸੇ ਉਲਝਿਆ ਵਾ, ਥੋੜੀ ਕਵਰੇਜ ਮਿਲ ਰਹੀ ਹੈ। ਪਰ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਇਦਾਂ ਪੇਪਰ ਲੀਕ ਹੋਇਆ, ਫਿਰ ਕਿਹੜੇ ਬੰਦਿਆਂ ਦਾ ਨਾਂ ਆ, ਉਹ ਪਹਿਲਾਂ ਵਿਵਾਦਤ ਵੀ ਨੇ, ਤੇ ਫਿਰ ਉੱਥੇ ਕ੍ਰੈਡਿਟ ਕੀ ਹੋਊਗਾ? ਬਦਨਾਮੀ ਸਿਰ ਪਾ ਰਿਹਾ ਪ੍ਰਗਟ ਸਿੰਘ ਹੋਰੀ। ਉਹੀ ਜੀ, ਅੱਗਾ ਦੌੜ ਸਾਡੀ ਹਮੇਸ਼ਾ ਕੋਈ ਵੀ ਸਰਕਾਰ ਆਈ ਆ ਉਹਦੀ ਇਹੀ ਪਾਲਿਸੀ ਰਹੀ ਆ, ਅੱਗਾ ਦੌੜ ਪਿੱਛਾ ਚੌੜ ਜੀ, ਵੀ ਇੱਕ ਵਾਰ ਬਸ ਉਹ ਕਰੋ ਜੀ। ਨੋ ਡਾਊਟ ਦੇਖੋ ਪਿੱਛੇ ਅਕਾਲੀ ਸਰਕਾਰ ਦੇ ਵਿੱਚ ਭਰਤੀਆਂ ਹੋਈਆਂ, ਉਹਨਾਂ ਨੇ ਆਪਾਂ ਨੂੰ ਜਿੱਥੋਂ ਦਾ ਬੜਾ ਰੌਲਾ ਪੈਂਦਾ ਹੁੰਦਾ ਸੀਗਾ, ਠੀਕ ਹੈ ਅਕਾਲੀ ਮੈਨੂੰ ਲੱਗਦਾ ਕਈ ਮਾਮਲਿਆਂ ਦੇ ਵਿੱਚ ਉਹ ਵੀ ਉਹਨਾਂ ਨੇ ਗਲਤੀਆਂ ਵੀ ਕੀਤੀਆਂ, ਪਰ ਉਹਨਾਂ ਨੇ ਭਰਤੀਆਂ ਉਹਨਾਂ ਦੀਆਂ ਕਾਫੀ ਹੱਦ ਤੱਕ ਨਿਰਪੱਖ ਤੇ ਹੋ ਰਹੀਆਂ। ਪਿਛਲੇ ਸਮੇਂ ਦੀਆਂ ਭਰਤੀਆਂ ਉਹਨਾਂ ਦੀਆਂ ਪੁਲਿਸ ਦੀਆਂ ਜਾਂ ਹੋਰ ਕਈ ਮਤਲਬ ਬਿਹਤਰ ਰਹੀਆਂ। ਨਿਰੋਲ ਮੈਰਿਟ ਦੇ ਆਧਾਰ ਤੇ ਭਰਤੀਆਂ ਹੋਈਆਂ ਜੀ, ਠੀਕ ਹੈ ਜੀ। ਤਾਂ ਕੋਈ ਏਦਾਂ ਦੀ ਉਹ ਨਹੀਂ ਵੀ ਆਪਣਾ ਜੇ ਚਾਹੇ ਤਾਂ ਸਰਕਾਰ ਕਰ ਵੀ ਸਕਦੀ ਹੈ। ਉਹੀ ਹੈ ਗਵਰਨਮੈਂਟ ਹੈ ਜੀ, ਜੇ ਮਿੰਟ ਗੌਰ ਕਰਨਾ ਤਾਂ ਮਿੰਟ 'ਚ ਹੋ ਸਕਦਾ, ਜੇ ਨਹੀਂ ਕਰਨਾ ਤਾਂ ਫਿਰ ਅੱਖਾਂ ਬੰਦ ਹੀ ਨੇ। ਤੇ ਹੋਰ ਤੁਹਾਡੀ ਜਥੇਬੰਦੀ ਦੇ ਲੋਕਾਂ ਵੱਲੋਂ ਜਿਹੜੀ ਹੈ ਕਿੰਨੇ ਕੁ ਲੋਕ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਤੇ ਕੀ ਤੁਸੀਂ ਹੋਰ ਇਹਦੇ ਬਾਰੇ ਆਪਣਾ ਪੱਖ ਜਨਤਾ ਨੂੰ ਦੱਸਣਾ ਚਾਹੁੰਦੇ ਹੋ ਸਾਡੇ ਇਸ ਨਿੱਕੇ ਜਿਹੇ ਮੰਚ ਤੋਂ? ਜੀ ਹਾਂਜੀ, ਦੇਖੋ
ਮੈਂ ਜਥੇਬੰਦੀ ਦੇ ਵਿੱਚ ਨਹੀਂ, ਮੈਂ ਤਾਂ ਸਹਿਯੋਗ ਕਰ ਰਿਹਾ, ਕਿਉਂਕਿ ਗਲਤ ਤਾਂ ਗਲਤ ਹੈ ਜੀ। ਤੁਸੀਂ ਤਾਂ ਤੁਹਾਨੂੰ ਮੇਰੇ ਬਾਰੇ ਪਤਾ ਹੀ ਹੈ, ਮੇਰੇ ਨਾਲ ਪਹਿਲਾਂ ਵੀ ਸ਼ਾਇਦ 2-3 ਤਰਾਸਦੀਆਂ ਹੋ ਚੁੱਕੀਆਂ ਨੇ। ਨਾਲ ਤਾਂ ਪਹਿਲਾਂ ਵੀ ਠੀਕ ਹੈ, ਤੌਰ ਤੇ ਹਾਂਜੀ ਹਾਂ ਠੀਕ ਹੈ। ਤੇ ਮੈਂ ਸਹਿਯੋਗ ਜ਼ਰੂਰ ਕਰ ਰਿਹਾ, ਜਿੱਥੇ ਗਲਤ ਹੈ ਤਾਂ ਗਲਤ, ਉਹਦੇ ਖਿਲਾਫ ਆਵਾਜ਼ ਉਠਾਉਣੀ ਬਣਦੀ ਹੈ ਜੀ। ਤਕਰੀਬਨ ਮੋਸਟਲੀ ਜਿਹੜੇ ਪੰਜਾਬੀ ਵਾਲੇ ਇਕੱਠੇ ਹੋਏ ਨੇ, ਕੱਲ ਵੀ ਤਕਰੀਬਨ 150-200 ਮੁੰਡਾ ਯੂਨੀਵਰਸਿਟੀ ਇਕੱਠਾ ਹੋਇਆ ਸੀਗਾ ਜੀ। ਪਰਸੋਂ ਤਕਰੀਬਨ 400-500 ਇਕੱਠਾ ਹੋਇਆ ਸੀ ਪੂਰੇ ਪੰਜਾਬ ਦੇ ਵਿੱਚੋਂ ਜੀ। ਜ਼ਿਆਦਾਤਰ ਜ਼ੋਰ ਪੰਜਾਬੀ ਦੇ ਸਟੂਡੈਂਟਸ ਦਾ ਹੀ ਲੱਗਿਆ ਹੋਇਆ ਜੀ। ਅੱਛਾ, ਇਹ ਹੈਗੇ ਨੇ ਮਤਲਬ ਇੱਕ ਬ੍ਰੇਨ ਡਰੇਨ ਹੋ ਰਿਹਾ ਜਿਹੜਾ ਬੌਧਿਕ ਵਰਗ ਹੈ, ਤੁਸੀਂ ਤਾਂ ਉਹਨਾਂ ਚੋਂ ਜਿਹੜੇ ਵਿਦੇਸ਼ ਦੀ ਜੌਬ ਛੱਡ ਕੇ ਦੇਸ਼ 'ਚ ਕਰਨ ਲੱਗੇ ਹੋ, ਜੇ ਮੈਂ ਗਲਤ ਨਹੀਂ? ਬਿਲਕੁਲ ਜੀ, ਬਿਲਕੁਲ ਸਰ। ਇੰਗਲੈਂਡ ਸੀ ਮੇਰੇ ਖਿਆਲ ਤੁਸੀਂ ਪਹਿਲਾਂ ਨਾ? ਹਾਂਜੀ ਹਾਂ, ਮੈਂ ਇੰਗਲੈਂਡ ਸਰ। ਹਾਂ ਚਲੋ, ਸਰਕਮਸਟੈਂਸ ਬਣੇ, ਤੁਸੀਂ ਛੱਡ ਕੇ ਉੱਥੋਂ ਆਪਣਾ ਫਿਊਚਰ ਇੱਥੇ ਡਟੇ ਹੋ, ਲੜ ਰਹੇ ਹੋ ਸਿਸਟਮ ਨਾਲ, ਇਹਦਾ ਖਮਿਆਜਾ ਵੀ ਭੁਗਤ ਰਹੇ ਹੋ, ਹੈਨਾ। ਸਿਸਟਮ ਦੇ ਵਿੱਚ ਜਿਹੜੀਆਂ ਇਜਾਰੇਦਾਰੀਆਂ ਨੇ, ਭਾਵੇਂ SGPC ਵਾਲਿਆਂ ਦੀ ਹੋਣ, ਭਾਵੇਂ ਸਰਕਾਰਾਂ ਵਾਲਿਆਂ ਦੀ ਹੋਣ, ਕਿਉਂਕਿ ਭਾਵੇਂ DAV ਵਾਲਿਆਂ ਦੀ ਹੋਣ, ਇਹ 2-3 ਸੰਸਥਾਵਾਂ ਨੇ ਜੋ ਐਜੂਕੇਸ਼ਨ ਦੇ ਕੰਮ ਕਰ ਰਹੀਆਂ ਨੇ। ਇਹਨਾਂ 'ਚ ਜਿਹੜਾ ਸਿਰ ਝੁਕਾ ਕੇ ਜਿਉਂਦਾ ਉਹ ਕੱਟੀ ਜਾ ਰਿਹਾ, ਤੇ ਜਿਹੜਾ ਬਾਗੀ ਆ ਉਹਨੂੰ ਅੱਜ ਜਾਂ ਕੱਲ ਖਮਿਆਜਾ ਭੁਗਤਣਾ ਵੀ ਪੈ ਰਿਹਾ, ਉਹ ਤੁਸੀਂ ਭੁਗਤ ਰਹੇ ਹੋ। ਪਰ ਇਸ ਦੌਰਾਨ ਮਾਨ ਸਾਹਿਬ, ਇਸ ਸਿਸਟਮ ਦੇ ਵਿੱਚ, ਕਿਉਂਕਿ ਜੇ ਇੱਕ ਬੌਧਿਕ ਵਰਗ ਬਚੇਗਾ, ਜੇ ਇਹ ਇੰਟੈਲੈਕਚੁਅਲ ਪਰਸਨ ਹੋਰ ਵਧਾ ਦਿੱਤੇ ਜਾਣਗੇ, ਠੀਕ ਹੈ 1000 ਬੰਦਾ ਭਰਤੀ ਕਰ ਦਿੱਤਾ, 500-700 ਹੋਏਗਾ ਮੇਰੇ ਖਿਆਲ, ਟੋਟਲ 150 ਪੰਜਾਬੀ ਵਾਲੇ ਨੇ, ਕੁਝ ਹੋਰ ਨੇ, ਜੇ ਉਹਨਾਂ ਨੂੰ ਬਣਦਾ ਮੌਕਾ ਦਿੱਤਾ ਜਾਵੇ, ਕਿਉਂਕਿ ਪ੍ਰਾਈਵੇਟ ਕੰਡਕਟ ਹੋ ਰਿਹਾ, ਯੂਨੀਵਰਸਿਟੀਆਂ ਕੰਡਕਟ ਕਰ ਸਕਦੀਆਂ ਨੇ, ਪਰਸਨ ਨੂੰ ਇਮਤਿਹਾਨ ਲੈ ਸਕਦੀਆਂ ਨੇ, ਕੋਰਟ ਤੋਂ ਸਮਾਂ ਲੈਣ, ਤੇ ਉਹਦੇ 'ਚੋਂ ਡਿਲੇ ਹੋ ਸਕਦਾ ਹੈ, ਤੇ ਉਹਨਾਂ ਦੀ ਅਪੁਆਇੰਟਮੈਂਟ ਹੋਵੇ, ਕਿਉਂਕਿ 25 ਸਾਲ ਬਾਅਦ ਇਹ ਜਿਹੜੇ ਅਧਿਆਪਕ ਭਰਤੀ ਕੀਤੇ ਗਏ ਨੇ, ਇਹਨਾਂ ਦੀ ਬਣਾ ਤੇ ਹੋਰ ਬਹੁਤ ਸਾਰੇ ਬੱਚੇ, ਕਿਉਂਕਿ ਉਹ ਇੱਕ ਐਜੂਕੇਸ਼ਨ, ਇੱਕ ਕਹਿੰਦੇ ਨਾ, ਇੱਕ ਲੜਕੀ ਪੜ੍ਹ ਜੇ ਖਾਨਦਾਨ ਪੜ੍ਹ ਜਾਂਦਾ ਹੈ। ਭਾਈ ਗੁਰਦਾਸ ਕਹਿੰਦੇ, ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਮਾਸਟਰ ਦੂਜਾ ਰੱਬ ਹੁੰਦਾ ਹੈ, ਮਾਪਿਆਂ ਤੋਂ ਵੱਡਾ ਰੋਲ ਮਾਸਟਰ ਦਾ, ਅਧਿਆਪਕ ਦਾ। ਜੇ ਇਹ ਅੱਛੇ ਅਧਿਆਪਕ ਅੱਛੇ ਵੇਜਸ ਤੇ ਭਰਤੀ ਹੋਣਗੇ ਤੇ ਇਹ ਪੰਜਾਬ ਦਾ ਫਿਊਚਰ ਬਚੇਗਾ। ਪੰਜਾਬ ਜਿਹੜਾ ਖੁਰ ਰਿਹਾ, ਸਿੱਖੀ ਜਿਹੜੀ ਖੁਰ ਰਹੀ ਹੈ, ਪੰਜਾਬੀਅਤ ਜਿਹੜੀ ਮਰ ਰਹੀ ਹੈ, ਅੱਛਾ ਅਧਿਆਪਕ ਉਹਨੂੰ ਬਚਾ ਸਕਦਾ। ਜੈਸਾ ਮਾਸਟਰ ਵੈਸਾ ਰਾਸ਼ਟਰ। ਪਰ ਸਾਡੀਆਂ ਸਰਕਾਰਾਂ, ਸਾਡਾ ਮੀਡੀਆ ਜ਼ਿੰਮੇਵਾਰੀ ਨਹੀਂ ਸਮਝਦਾ। ਇਸ ਮਾਮਲੇ ਤੇ ਸਪੋਰਟ ਗੱਡ ਕੇ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਨਿੱਜੀ ਤੁਸੀਂ ਮੈਨੂੰ ਜਾਣਦੇ ਹੋ, ਪਰ ਠੀਕ ਹੈ ਉਹ ਬੱਚੇ ਵੀ ਜਿਹੜੇ ਭਰਤੀ ਹੋ ਗਏ ਉਹਨਾਂ ਨੂੰ ਵੀ ਅਪਾਇੰਟਮੈਂਟ ਜਾਰੀ ਰਹੇ, ਜਿਸ ਤਰ੍ਹਾਂ ਮਰਜ਼ੀ ਲੈ ਗਏ। ਪਰ ਜਿਹੜੇ ਹੋਰ, ਕਿਉਂਕਿ 4600 ਪੋਸਟ ਹੋ ਸਕਦੀ ਹੈ, 2300 ਤਾਂ ਪੁਰਾਣੀ ਹੋ ਹੈ, ਇਹਨਾਂ ਨੇ 1000 ਰੱਖੇ ਨੇ। ਜੇ 1000 1500 ਹੋਰ ਰੱਖ ਦਿੰਦੇ ਆ ਤਾਂ ਮੇਰੇ ਖਿਆਲ 500-700 ਬੰਦੇ ਆ ਜਿਨ੍ਹਾਂ ਦਾ ਹੱਕ ਤੇ ਡਾਕਾ ਪਿਆ, ਉਹ ਐਡਜਸਟ ਹੋ ਜਾਂਦੇ ਆ। ਲੋਕੀ ਤੇ ਛੱਡ ਬਾਹਰ ਨੂੰ ਜਾ ਰਹੇ ਆ। ਤੁਸੀਂ ਇਹ ਜਿਹੜੇ ਇੱਥੇ ਰਹਿਣਾ ਚਾਹੁੰਦੇ ਆ, ਇਹਨਾਂ ਨੂੰ ਮੌਕਾ ਦਿਓ ਤਾਂ ਜੋ ਪੰਜਾਬ ਦੇ ਸਰਕਾਰੀ ਕਾਲਜ ਬਚਣ। ਇਹ ਜਿਹੜੀ ਪ੍ਰਾਈਵੇਟ ਲੁੱਟ ਹੈ, ਇਹ ਜਿਹੜੀਆਂ ਹੁਣ ਪਾਲਿਸੀ RSS BJP ਲੈ ਕੇ ਆ ਰਹੀ ਹੈ, ਐਜੂਕੇਸ਼ਨ ਦਾ ਤਾਂ ਵੈਸੇ ਹੀ ਬੇੜਾ ਗਰਕ ਹੋਣ ਜਾ ਰਿਹਾ। ਹੁਣ ਤੁਸੀਂ ਵੇਖੋ ਕਿ ਇੱਥੇ ਚੱਕੀਆਂ ਚਲਾਉਂਦੇ ਲੋਕ ਸੀਗੇ, ਆਟਾ ਪੀਂਦੇ ਸੀ, ਜਿਹੜੇ ਅੱਜ ਕੱਲ੍ਹ ਯੂਨੀਵਰਸਿਟੀਆਂ ਦੇ ਜਿਹੜੇ ਨੇ ਕੰਟਰੋਲਰ ਬਣ ਗਏ ਨੇ, RSS ਦੇ ਬੰਦੇ VC ਲੱਗ ਰਹੇ ਨੇ, ਉਹ ਲੱਗ ਰਹੇ ਨੇ। ਇਸ ਕਰਕੇ ਸਰਕਾਰਾਂ ਨੂੰ ਜ਼ਿੰਮੇਵਾਰੀ, ਖਾਸ ਕਰਕੇ ਕਾਂਗਰਸ ਪਾਰਟੀ ਹੈ, ਇਹ ਵੀ ਬਹੁਤ ਜ਼ਿੰਮੇਵਾਰੀ ਬਣਦੀ ਹੈ। ਹੋਰ ਮਾਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਬਸ ਸਰ ਦੇਖੋ ਇਹੀ ਹੈ, ਇੱਕ ਤਾਂ ਇਹ ਤੁਹਾਡੀ ਗੱਲ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਆ ਵੀ ਕਮੇਟੀ ਬਣਾ ਕੇ ਐਡਜਸਟਮੈਂਟ ਕੀਤੀ ਜਾ ਸਕਦੀ ਹੈ ਜੀ, ਕਿਉਂਕਿ ਪੋਸਟਾਂ ਬਹੁਤ ਖਾਲੀ ਪਈਆਂ ਨੇ। ਈਵਨ ਕਿ ਆਪਾਂ ਦੇਖਿਆ ਬਹੁਤ ਵਾਰ ਪਹਿਲਾਂ ਪਿੱਛੇ ਸਰਕਾਰਾਂ ਕਰਦੀਆਂ ਰਹੀਆਂ ਨੇ, ਜਿਹੜੇ ਅੱਗੇ ਵੇਟਿੰਗ ਦੇ ਵਿੱਚ ਪਾ ਲਏ ਜਾਂਦੇ ਸੀਗੇ, ਜਿਹੜੇ ਉੱਪਰਲੇ ਆਪਣਾ ਪਹਿਲੇ ਰੈਂਕਾਂ ਦੇ ਵਿੱਚ ਹੁੰਦੇ ਸੀ, ਜਿਨ੍ਹਾਂ ਦੀ ਭਰਤੀ ਨਹੀਂ ਹੁੰਦੀ ਸੀ, ਤਾਂ 6 ਮਹੀਨਿਆਂ ਤੱਕ ਉਹਨਾਂ ਨੂੰ ਬੁਲਾ ਲਿਆ ਜਾਂਦਾ ਸੀਗਾ। ਤੇ 6 ਮਹੀਨਿਆਂ ਤੱਕ ਇਹ ਟੈਸਟ ਵੈਸੇ ਵੀ ਵੈਲਿਡ ਹੁੰਦਾ ਜਦੋਂ ਕੋਈ ਟੈਸਟ ਲਿਆ ਜਾਂਦਾ ਸਰਕਾਰ ਵੱਲੋਂ, ਤਾਂ ਐਡਜਸਟਮੈਂਟ ਹੋ ਸਕਦੀ ਹੈ, ਕੋਈ ਵੱਡੀ ਗੱਲ ਹੈ ਨਹੀਂ ਗੀ। ਠੀਕ ਹੈ। ਤੇ ਦੂਸਰੀ ਗੱਲ ਇਹ ਹੈ ਜੀ, ਦੇਖੋ ਹੁਣ ਮੋਸਟਲੀ ਤੁਸੀਂ ਤਾਂ ਹਰ ਰੋਜ਼ ਵਿਚਰਦੇ ਹੋ ਜੀ ਆਪਣਾ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ ਜੀ। ਈਵਨ ਕਿ ਜਿਹੜੇ ਪੜ੍ਹੇ ਲਿਖੇ ਰੈਗੂਲਰ ਪ੍ਰੋਫੈਸਰ ਨੇ ਜੀ, ਠੀਕ ਹੈ, ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਨੇ ਤੇ ਆਪ ਵੀ ਬਾਹਰ ਜੀ। ਤਾਂ ਤੁਸੀਂ ਆਪ ਦੇਖੋ ਫਿਰ ਤਰਾਸਦੀ ਬੌਧਿਕ ਪੱਧਰ ਪੰਜਾਬ ਦਾ ਕਿੱਥੋਂ ਬਚਣਾ ਜੀ, ਕਿੱਥੋਂ ਉਹ ਹੋਣਾ ਜੀ। ਠੀਕ ਹੈ, ਬਿਲਕੁਲ ਜੀ। ਤੇ ਦੂਸਰੀ ਸਾਡਾ ਇਤਿਹਾਸ ਮਤਲਬ ਇਦਾਂ ਦੇ ਬੰਦੇ ਲਿਖ ਰਹੇ ਨੇ ਜਿਨ੍ਹਾਂ ਨੂੰ ਸਿੱਖੀ ਜਾਂ ਉਹਦੇ ਨਾਲ ਕੋਈ ਲਗਾਅ ਨਹੀਂ, ਜਾਂ ਪੰਜਾਬ ਨਾਲ ਕੋਈ ਲਗਾਅ ਨਹੀਂ, ਇਨਸਾਨੀਅਤ ਨਾਲ ਕੋਈ ਲਗਾਅ ਨਹੀਂ, ਟੂ ਬੀ ਵੈਰੀ ਫਰੈਂਕ। ਉਹ ਜਿਵੇਂ ਆਕਾ ਕਹਿੰਦੇ ਨੇ ਦਿੱਲੀ ਵਾਲੇ, ਤੇ ਉਵੇਂ ਉਹ ਰਜਿਸਟਰਾਰ, VC, ਕੰਟਰੋਲਰ, ਪ੍ਰੋਫੈਸਰ, ਲੈਕਚਰਰ, ਮਾਸਟਰ, ਪੱਤਰਕਾਰ, ਈਵਨ RSS ਕਿੰਨੇ ਪੱਤਰਕਾਰਾਂ ਨੂੰ, ਕੋਈ ਕਾਂਗਰਸੀ ਪੱਤਰਕਾਰ, ਕੋਈ ਅਕਾਲੀ, ਕੋਈ ਖਾਲਿਸਤਾਨੀ, ਕੋਈ ਪਾਕਿਸਤਾਨੀ ਪੱਤਰਕਾਰ ਬਣਿਆ ਹੋਇਆ। ਲਾਹਨਤ ਇਸ ਗੱਲ ਦੀ ਹੈ। ਜੁਡੀਸ਼ਰੀ ਨਹੀਂ ਬਚੀ, ਬਿਲਕੁਲ ਜੀ। ਹਾਂਜੀ, ਜਸਟਿਸ ਆਫ ਇੰਡੀਆ ਦਾ ਉਹਦਾ ਨਹੀਂ ਬਚਿਆ। ਉਹ ਜੀ ਰਾਜ ਸਭਾ ਦੇ ਮੈਂਬਰ ਲੱਗ ਜਾਂਦੇ ਨੇ ਜਾ ਕੇ ਜੀ। ਹਾਂ ਦੱਸੋ, 2 ਫੈਸਲੇ ਪਾਰਟੀ ਦੇ ਹੱਕ 'ਚ ਕੀਤੇ ਤਾਂ ਉਦੋਂ ਬਾਅਦ ਰਾਜ ਸਭਾ ਦੀ ਮੈਂਬਰਸ਼ਿਪ ਮਿਲ ਜਾਂਦੀ ਹੈ। ਬੁਰਕੀਆਂ ਐਡੀਆਂ ਭੁੱਖੜ ਐਡੇ ਹੋ ਚੁੱਕੇ ਆ ਸਾਡੇ ਸਿਸਟਮ 'ਚ ਲੋਕ।
ਤੁਸੀਂ ਗੱਲ ਕੀਤੀ ਜੀ ਹਨਾ ਵੀ ਔਰਤ ਤਾਂ ਪੜ੍ਹਿਆ ਲਿਖਿਆ ਹੋਣਾ, ਔਰਤ ਪੜ ਗਈ ਤਾਂ ਖਾਨਦਾਨ ਤਰ ਗਿਆ ਜੀ। ਤੁਸੀਂ ਆਪਣੇ ਸ਼ਾਇਰ ਨੇ ਜੀ ਲਾਮਾ ਇਕਬਾਲ, ਮੁਹੰਮਦ ਇਕਬਾਲ, ਜਿਨ੍ਹਾਂ ਨੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਲਿਖਿਆ ਜੀ, ਤਾਂ ਉਹ ਕੋਟ ਕਰਦੇ ਨੇ, ਕਹਿੰਦੇ ਵੀ ਔਰਤ ਨੂੰ ਸਭ ਤੋਂ ਵੱਧ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਕਿਉਂਕਿ ਔਰਤ ਇੱਕ ਬੱਚੇ ਨੂੰ ਜਾਂ ਇੱਕ ਸੰਤਾਨ ਨੂੰ ਜਨਮ ਨਹੀਂ ਦਿੰਦੀ, ਉਹ ਕੌਮਾਂ ਨੂੰ ਜਨਮ ਦਿੰਦੀ ਹੈ। ਬਿਲਕੁਲ ਠੀਕ ਹੈ, ਉਹਦੀ ਕੁੱਖ ਚੋਂ ਕੌਮਾਂ ਪੈਦਾ ਹੁੰਦੀਆਂ ਨੇ। ਤੇ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਹਾਲ ਤੁਹਾਨੂੰ ਪਤਾ ਹੀ ਹੈ ਜੀ, ਔਰਤਾਂ ਕੁੜੀਆਂ ਦੇ ਨਾਲ ਕਿੱਦਾਂ ਦੀਆਂ ਤਰਾਸਦੀਆਂ ਹੁੰਦੀਆਂ ਨੇ ਜਦੋਂ PhDਆਂ ਕਰਨ ਜਾਂਦੀਆਂ ਨੇ ਸਾਰੀਆਂ ਨਾਲ। ਕੀ ਹੋਇਆ ਜਦੋਂ ਅਸੀਂ ਸਟੂਡੈਂਟ ਸੀ, ਇੱਥੇ ਲਾਲ ਬੱਤੀ ਕਲਚਰ ਸੀ, VC ਸਾਹਿਬ ਆਲੂ ਵਾਲੇ ਸਾਹਿਬ ਦੀ ਲਾਲ ਬੱਤੀ ਉਹ ਚਲੀ ਜਾਂਦੀ ਸੀ ਜਸਵੀਰ ਸਿੰਘ ਹੋਰਾਂ ਦੀ, ਜਿਹਦੇ ਤੇ ਗੋਲੀਆਂ ਚਲਾਈਆਂ ਸੀ ਫਿਰ ਇੱਕ ਬੰਦੇ। ਸਿੱਖਾਂ ਦੀ ਯੂਨੀਵਰਸਿਟੀ ਦਾ ਉਹ VC ਸੀਗਾ ਫਤਿਹਗੜ੍ਹ ਸਾਹਿਬ ਦੀ ਦਾ, ਹੈ ਨਾ। ਸੋ ਉਹ ਕਹਿੰਦੇ ਆ ਨਾ ਕਿ ਮਾਂ ਦਾ ਗੋਡਾ ਸਭ ਤੋਂ ਸੋਹਣਾ ਸਕੂਲ ਹੁੰਦਾ ਹੈ ਨਾ, ਜਿੱਥੇ ਮੁੱਢ ਬੈਠ ਕੇ ਪ੍ਰੋਫੈਸਰ ਕਪੂਰ ਲਿਖਦੇ ਨੇ ਸਾਡੇ, ਤੇ ਜਿੱਥੇ ਬੈਠ ਕੇ ਬੱਚਾ ਸਭ ਤੋਂ ਵੱਧ ਸਿੱਖਿਆ ਗ੍ਰਹਿਣ ਕਰਦਾ ਹੈ ਨਾ। ਜੇ ਪੜ੍ਹਦਾ ਨਹੀਂ, ਮਾਂ ਗੋਡੇ ਵੀ ਮਾਰਦੀ ਹੈ ਤੇ ਗੋਡੇ ਮੁੱਢ ਬਿਠਾ ਕੇ ਉਹਨੂੰ ਦਲੇਰ ਬਣਾਉਂਦੀ ਹੈ। ਪਰ ਅਫਸੋਸ ਕਿ ਹੁਣ ਜਿਹੜੇ ਇਸ ਤਰ੍ਹਾਂ ਦੇ ਬੱਚੇ, ਉਹਨਾਂ ਨੂੰ ਕਿਸ ਤਰ੍ਹਾਂ ਦੇ ਅਧਿਆਪਕ ਚਾਹੀਦੇ ਆ, ਇਹ ਬਹੁਤ ਸੋਚਣ ਵਿਚਾਰਨ ਦੀ ਗੱਲ ਹੈ। ਸੋ ਮਾਨ ਸਾਹਿਬ ਡਟੇ ਰਹੋ। ਹਾਂਜੀ, ਲਾਸਟ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ, ਤੁਹਾਡਾ ਇੰਨਾ ਹੀ ਕਹਿਣਾ ਚਾਹੁੰਦਾ ਵੀ ਜੇ ਸਰਕਾਰ ਚਾਹੇ ਤਾਂ ਸਭ ਕੁਝ ਹੋ ਸਕਦਾ ਜੀ। ਦੇਖੋ, ਕਮੇਟੀ ਬਣਾਉਣ, ਇਨਕੁਆਇਰੀ ਕਰਕੇ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਨੂੰ ਸਜ਼ਾ ਦਿੱਤੀ ਜਾਣੀ ਵੀ ਜ਼ਰੂਰੀ ਹੈ, ਤਾਂ ਅਗਲਿਆਂ ਲਈ ਵੀ ਕੰਨ ਹੋਣ। ਨੈਕਸਟ ਜਿਹੜੇ ਕੋਈ ਅੱਗੇ ਤੋਂ ਕੋਈ ਏਦਾਂ ਦੀ ਗਲਤੀ ਕਰਨ ਦੀ ਕੋਸ਼ਿਸ਼ ਨਾ ਕਰੇ, ਘੱਟੋ ਘੱਟ ਸਿੱਖਿਆ ਦੇ ਨਾਲ ਤਾਂ ਨਾ ਖਿਲਵਾੜ ਹੋਵੇ। ਦੂਸਰਾ, ਸਰਕਾਰ ਕਮੇਟੀ ਬਣਾ ਕੇ ਜਿਹੜੇ ਮੈਰਿਟ ਦੇ ਵਿੱਚ ਹੈਗੇ ਨੇ ਸਟੂਡੈਂਟ ਅੱਗੇ ਆ ਰਹੇ ਨੇ, ਕਿੰਨੀਆਂ ਪੋਸਟਾਂ ਖਾਲੀ ਪਈਆਂ ਨੇ, ਜੇ 1000 ਬੰਦਾ ਵੀ ਹੋਰ ਭਰਤੀ ਕਰਨੇ ਇਹ ਤਕਰੀਬਨ ਸਾਰੇ ਆ ਜਾਣਗੇ। ਅੱਛਾ, ਇਹਦੇ ਤੁਹਾਡੀ ਕੋਈ ਐਜੀਟੇਸ਼ਨ ਵੀ ਚੱਲ ਰਹੀ ਹੈ, ਧਰਨੇ ਮੁਜ਼ਾਹਰੇ ਵੀ ਮੇਰੇ ਖਿਆਲ ਚੱਲ ਰਹੇ ਨੇ ਕੋਰਟ ਦੇ ਨਾਲ? ਇਹਦੇ ਬਾਰੇ ਉਹਨਾਂ ਦਾ ਪੰਜਾਬੀ ਵਾਲਿਆਂ ਦਾ ਹੀ ਲਾਇਆ ਹੋਇਆ ਜੀ, ਤੇ ਈਵਨ ਕਿ ਕੱਲ ਉਹਨਾਂ ਨੇ ਸ਼ਾਇਦ ਪਟਿਆਲਾ ਸ਼ਹਿਰ ਦੇ ਵਿੱਚ ਵੀ ਰੋਕੀਆਂ ਸੀ ਇੱਕ ਦੋ। ਹਾਂ, ਪਟਿਆਲੇ 'ਚ ਕਾਫੀ ਸਰਗਰਮੀ ਹੈ ਯੂਨੀਵਰਸਿਟੀ, ਉਹਨਾਂ ਨਾਲ ਵੀ ਗੱਲ ਹੋਈ ਸੀ, ਮੇਰੇ ਮੁੰਡਿਆਂ ਦਾ ਮੈਸੇਜ ਆਏ ਸੀ। ਬਿਲਕੁਲ ਜੀ ਸਰ। ਹਾਂ, ਅਜੇ ਮੀਡੀਆ ਸਪਲੀਮੈਂਟ ਲੈਣੇ ਆ ਸਰਕਾਰਾਂ ਤੋਂ, ਅਜੇ ਮੀਡੀਆ ਪੰਜਾਬ ਵਾਲਾ ਹੈਲਪ ਨਹੀਂ ਕਰਦਾ, ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ, ਹੈ ਨਾ। ਉਹ ਪੰਜਾਬੀ ਵਾਲੇ ਜ਼ਿਆਦਾ ਦੇਖਦੇ ਨੇ। ਹਾਂ, ਉਹਦੇ ਚ ਐਜੂਕੇਸ਼ਨ ਵਗੈਰਾ ਚ ਪੰਜਾਬੀ ਵਾਲੇ ਜ਼ਿਆਦਾ ਦੇਖਦੇ ਨੇ, ਕਿਉਂਕਿ ਗਿਣਤੀ ਚ ਜ਼ਿਆਦਾ ਨੇ। ਬਾਕੀ ਉਹਨਾਂ ਦੇ ਨਾਲ 2-2 4-4 ਤਕਰੀਬਨ ਸਾਰੇ ਸਬਜੈਕਟਾਂ ਦੇ ਹੈ ਹੀ ਨਹੀਂ। ਪੰਜਾਬੀ ਵਾਲੇ ਵੈਸੇ ਵੀ ਲੜਾਕੇ ਹੁੰਦੇ ਆ। ਹਾਂਜੀ, ਅਸੀਂ ਤਾਂ ਆਪ ਪੰਜਾਬੀ ਵਾਲੇ ਆ। ਬਿਲਕੁਲ ਜੀ ਸਰ, ਬਿਲਕੁਲ। ਥੈਂਕ ਯੂ, ਮਿਹਰਬਾਨੀ ਮਾਨ ਸਾਹਿਬ। ਹਾਂ, ਕੋਈ ਆਪਣਾ ਤੁਸੀਂ ਨੰਬਰ ਅਨਾਉਂਸ ਕਰਨਾ ਚਾਹੁੰਦੇ ਹੋ, ਕੋਈ ਜੋੜਨਾ ਚਾਹਵੇ ਜਿਵੇਂ, ਤਾਂ ਬੋਲ ਸਕਦੇ ਹੋ ਮਾਨ ਸਾਹਿਬ ਜੀ। ਹਾਂਜੀ, 9799940094 ਮੇਰੇ ਨਾਲ ਗੱਲ ਕਰ ਸਕਦਾ ਜੀ। ਕਿੱਥੇ ਤੁਸੀਂ ਸਟੱਡੀ ਕਿੱਥੇ ਕਰਦੇ ਹੋ ਅੱਜ ਕੱਲ? ਸੇਵਾਵਾਂ ਕਿੱਥੇ? ਮੈਂ ਪੜ੍ਹਾ ਰਿਹਾ ਜੀ ਯੂਨੀਵਰਸਿਟੀ ਕਾਲਜ ਘਨੌਰ। ਹਾਂ, ਮੈਨੂੰ ਇੱਕ ਵਾਰੀ ਉੱਥੇ ਜਾਣ ਦਾ ਮੌਕਾ ਮਿਲਿਆ, ਉੱਥੇ ਲੈਕਚਰ ਵੀ ਸੀ ਮੇਰਾ ਕੋਈ ਇਹਦੇ ਤੇ 2 ਸਾਲ ਪਹਿਲਾਂ ਗਲੋਬਲ ਤੇ ਸੀ ਮੈਂ, ਉਦੋਂ ਮੈਂ ਗਿਆ ਸੀ। ਲਖਵੀਰ ਸਿੰਘ ਸੀ ਪ੍ਰਿੰਸੀਪਲ ਉਦੋਂ, ਸਾਡੇ ਬੈਚਮੇਟ। ਲਖਵੀਰ ਸਿੰਘ, ਲਖਵੀਰ ਸਰ। ਬਹੁਤ ਸੋਹਣਾ ਕਾਲਜ ਆ, ਪੇਂਡੂ ਕਾਲਜ ਆ, ਵਧੀਆ ਮਾਹੌਲ ਲੱਗਿਆ ਮੈਨੂੰ ਉਸ ਕਾਲਜ ਦਾ। ਹਾਂਜੀ, ਪੁਆਧ ਇਲਾਕੇ ਦੇ ਵਿੱਚ, ਬੈਕਵਰਡ ਇਲਾਕੇ ਦੇ ਵਿੱਚ ਖੁੱਲਿਆ ਪਹਿਲਾ ਕਾਲਜ ਆ ਜੀ। ਹਾਂ, ਮਤਲਬ ਪਿੰਡਾਂ ਚੋਂ ਕਾਫੀ ਬੱਚੇ ਦੇਖੋ ਇਦਾਂ ਦੇ ਕਾਲਜ ਹੋਣ, ਜਿਨ੍ਹਾਂ ਨੇ ਪਟਿਆਲੇ ਆਉਣਾ, ਕਿੰਨਾ ਸਮਾਂ ਵੇਸਟ ਕਰਦੇ ਨੇ, ਸਰਮਾਇਆ ਵੇਸਟ ਕਰਦੇ ਨੇ। ਤੇ ਮੈਨੂੰ ਬੜਾ ਅੱਛਾ ਲੱਗਾ ਪੇਂਡੂ ਕਾਲਜ ਬੱਚਿਆਂ ਨੂੰ ਮਿਲ ਕੇ, ਬੜੀ ਜਿਗਿਆਸਾ ਸੀ ਬੱਚਿਆਂ 'ਚ, ਬੜੇ ਤਿੱਖੇ ਸਵਾਲ ਮੈਨੂੰ ਕੀਤੇ ਸੀ, ਮੈਨੂੰ ਯਾਦ ਹੈ ਜੀ। ਇੱਕ ਤੁਹਾਡੇ ਨਾਲ ਨਿੱਕੀ ਜੀ ਗੱਲ ਕਰਾਂ, ਕਾਲਜ ਤੋਂ ਗੱਲ ਯਾਦ ਆਈ ਜੀ। ਹੁਣ ਇਹਦੇ 'ਚ ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ਨੂੰ ਸਰਕਾਰੀ ਕਾਲਜ ਨਹੀਂ ਮੰਨਿਆ ਹੈਗਾ ਜੀ ਇਹ ਭਰਤੀ ਦੇ ਵਿੱਚ। ਅੱਛਾ। ਹਾਂਜੀ, ਹਾਂ, ਉਹਦੀ ਵੀ ਰਿੱਟ ਪਈ ਹੋਈ ਹੈ। ਨਹੀਂ, ਇਹ ਜਿਹੜਾ ਇੱਕ ਹੋਰ ਗੱਲ ਵੀ ਮੇਰੇ ਸਾਹਮਣੇ ਆਈ ਸੀ ਕਿ ਇਹ ਜਿਹੜਾ ਕੁਝ ਜਿਵੇਂ ਤੁਸੀਂ ਪੜ੍ਹਾਉਂਦੇ ਹੋ ਇੰਨੇ ਸਾਲਾਂ ਤੋਂ, ਉਹਦਾ ਐਕਸਪੀਰੀਅੰਸ ਨਹੀਂ ਕਾਊਂਟ ਕੀਤਾ ਗਿਆ ਨਾ? ਹਾਂਜੀ, ਹਾਂ, ਉਹ ਕਹਿੰਦੇ ਸਿਰਫ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਪੜ੍ਹਾ ਰਹੇ ਨੇ। ਮੈਂ ਇੰਟਰਵਿਊ ਦੇ ਉੱਤੇ ਗਿਆ, ਮੈਂ ਮੈਡਮ ਨੂੰ ਉੱਤੇ ਜਿਹੜੇ ਮੇਰੀ ਇੰਟਰਵਿਊ ਲੈ ਰਹੇ ਸੀਗੇ, ਮੈਂ ਕਿਹਾ ਵੀ ਮੈਡਮ ਮੈਨੂੰ ਇਹ ਦੱਸੋ ਜੀ ਵੀ ਕੌਂਸਟੀਟਿਊਐਂਟ ਕਾਲਜ ਸਰਕਾਰੀ ਕਾਲਜ ਨਹੀਂ ਹੈਗੇ? ਕਹਿੰਦੇ ਬੇਟੇ ਸਰਕਾਰੀ ਕਾਲਜ ਹੈ। ਈਵਨ ਕਿ ਪੰਜਾਬੀ ਯੂਨੀਵਰਸਿਟੀ ਦੇ VC ਸਾਹਿਬ ਨੇ ਵੀ ਕਿਹਾ ਵੀ ਇਹਨਾਂ ਨੂੰ ਵੀ ਸਰਕਾਰੀ ਕਾਲਜ ਨੇ, ਸਰਕਾਰ ਨੇ ਸਰਕਾਰੀ ਗ੍ਰਾਂਟ ਆਉਂਦੀ ਹੈ, ਰੂਸਾ ਦੀ ਗ੍ਰਾਂਟ ਦੇ ਤਹਿਤ UGC ਨਿਯਮਾਂ ਅਨੁਸਾਰ ਬਣੇ ਹੋਏ ਨੇ, ਇਹਦਾ ਪ੍ਰਾਈਵੇਟ ਦਾ ਕੋਈ ਲਾਗਤ ਨਹੀਂ। ਬੋਪਾਰਾ ਸਾਹਿਬ ਨੇ ਖੁਲਵਾਇਆ ਸੀ ਇਹ ਕਾਲਜ, ਵਧੀਆ ਉਦਮ ਸੀ ਉਹਨਾਂ ਦਾ, ਇਹ ਸਵਰਨ ਸਿੰਘ। ਹਾਂਜੀ, ਹਾਂ, ਰੀਜਨਲ ਸੈਂਟਰ, ਹਾਂਜੀ ਹਾਂ, ਨੇਬਰਹੁੱਡ ਕੈਂਪਸ, ਇਹ ਕੌਂਸਟੀਟਿਊਐਂਟ ਕਾਲਜ ਉਹਨਾਂ ਦੀ ਦੇਣ। ਤਾਂ ਉਹ ਪਰ ਕਹਿੰਦੇ ਜੀ ਕ੍ਰਿਸ਼ਨ ਕੁਮਾਰ ਜੀ ਮੰਨੀ ਨਹੀਂ ਹੈਗੇ, ਉਹ ਕਹਿੰਦੇ ਸਿਰਫ ਸਰਕਾਰੀ ਕਾਲਜ। ਪਰ ਉਹਨਾਂ ਨੂੰ ਆਪਣੀ ਬੀਨ ਜ਼ਿਆਦਾ ਹੀ ਵਜਾਉਂਦਾ, ਜੋ ਦਿਸਦਾ ਉਹ ਹੈ ਨਹੀਂ, ਜੋ ਹੈਗਾ ਉਹ ਦਿਸਦਾ ਨਹੀਂ। ਅਸੀਂ ਤਾਂ ਬਿਹਤਰ ਜਾਣਦੇ ਹਾਂ, ਬੜਾ NRI ਨੇ ਸਿਰ ਚੱਕਿਆ ਸੀਗਾ ਇਹਨੂੰ, ਪਰ ਇਹ ਕ੍ਰਿਸ਼ਨ ਕੁਮਾਰ ਦੀ ਬੀਨ ਵੀ ਵਜਵਾਈ ਸੀ ਫਿਰ ਅਸੀਂ ਚੰਗੀ ਤਰ੍ਹਾਂ। ਪਰ ਇਹਦੇ 'ਚ ਮੈਂ ਦੇਖਿਆ ਘਨੌਰ ਕਾਲਜ ਕੱਚਾ ਰਸਤਾ, ਪਰ ਫਿਰ ਵੀ ਪਿੰਡਾਂ ਦੀਆਂ ਵਿਦਿਆਰਥਣਾਂ ਧਿਆਣੀਆਂ ਪੈਦਲ ਆ ਰਹੀਆਂ ਸਨ, ਕਈਆਂ ਦੇ ਮਾਪਿਆਂ ਨਾਲ ਟੁੱਟੀਆਂ ਹੋਈਆਂ ਜੁੱਤੀਆਂ, ਤੇ ਉਹ ਚਿੱਕੜ 'ਚੋਂ ਪੈਦਲ ਲੰਘ ਰਹੀਆਂ ਸਨ।
ਪਿੰਡਾਂ 'ਚ ਬੱਸ ਦੀ ਸਹੂਲਤ ਨਹੀਂ ਹੈਗੀ ਜੀ। ਅਸੀਂ ਤਕਰੀਬਨ ਮੈਨੂੰ ਲੱਗਦਾ ਪਿਛਲੇ 5 ਸਾਲਾਂ ਤੋਂ ਪਹਿਲਾਂ ਲਖਵੀਰ ਸਰ ਨੇ ਬੜਾ ਜ਼ੋਰ ਲਾਇਆ, ਹੁਣ ਸਾਡੇ ਮੈਡਮ ਲਖਵੀਰ ਸਿੰਘ ਹੋਰਾਂ ਨੇ, ਹੁਣ ਨੈਣਾ ਉੱਪਲ ਨੇ ਜੀ, ਉਹ ਬੜਾ ਜ਼ੋਰ ਲਾ ਰਹੇ ਨੇ। ਸਰਕਾਰ ਵੱਲੋਂ ਕੋਈ ਬੱਸ ਸਰਵਿਸ ਨਹੀਂ ਮੁਹੱਈਆ ਕਰਵਾਈ ਜਾ ਰਹੀ ਬੱਚਿਆਂ ਨੂੰ। ਲਖਵੀਰ ਸਿੰਘ ਦੀ ਕਿੱਥੇ ਟ੍ਰਾਂਸਫਰ ਹੋ ਗਈ? ਉਹ ਸਰਦੂਲਗੜ੍ਹ ਨੇ ਸਰ ਇਸ ਟਾਈਮ। ਅੱਛਾ, ਸਰਦੂਲਗੜ੍ਹ ਦੂਰ ਚਲੇ ਗਏ। ਪਹਿਲਾਂ ਬੜੇ ਮਿਹਨਤੀ ਨੇ, ਜਿਓਗ੍ਰਾਫੀ ਦੇ ਸੀ ਸਾਡੇ ਤਾਂ। ਹਾਂਜੀ, ਰਿਸ਼ਤੇਦਾਰੀ ਚੋਂ ਵੀ ਲੱਗਦੇ ਨੇ ਭਾਈ, ਟਵਾਣਿਆਂ ਦੀ ਧਿਆਣੀ ਵਿਆਹੀ ਹੈ ਉਹਨਾਂ ਨੂੰ, ਉਹਦਾ ਸਾਡੇ ਦੋਸਤ ਨੇ, ਭਾਈਆ ਵੀ ਲੱਗਦੇ ਸਾਡੇ, ਬੜੇ ਰਿਸਪੈਕਟਡ ਨੇ ਜੀ। ਠੀਕ ਹੈ ਸਰ, ਥੈਂਕ ਯੂ ਮਾਨ ਸਾਹਿਬ, ਬਹੁਤ ਅੱਛਾ ਲੱਗਾ। ਡਟੇ ਰਹੋ, ਪੰਜਾਬ ਵਸਦਾ ਤੁਹਾਡੇ ਅਧਿਆਪਕਾਂ ਦੇ ਕਰਕੇ ਹੋਰ ਚੜ੍ਹਦੀ ਕਲਾ 'ਚ ਰਹੇਗਾ। ਸੋ ਕੁਝ ਵਿਰਲਿਆਂ ਦੇ ਹਿੱਸੇ ਲੜਨਾ ਆਉਂਦਾ, ਮਾਨ ਸਾਹਿਬ ਲੜਦੇ ਰਹੋ। ਥੈਂਕ ਯੂ, ਦੁਆਵਾਂ ਤੁਹਾਡੀਆਂ ਨਾਲ ਹੀ ਪੰਜਾਬ ਦਾ ਅੱਗਾ ਸੰਵਰਨਾ। ਮਿਹਰਬਾਨੀ ਮਾਨ ਸਾਹਿਬ, ਥੈਂਕ ਯੂ। ਪ੍ਰੋਫੈਸਰ ਦਵਿੰਦਰ ਮਾਨ। ਸੋ ਇਹ ਸਥਿਤੀ ਹੈ, ਦੇਖੋ ਸਰਕਾਰੀ ਕਾਲਜਾਂ ਨੂੰ ਨਕਾਰਿਆ ਗਿਆ, ਜਿਹੜੇ ਰੀਜਨਲ ਸੈਂਟਰ ਕਾਲਜ ਸੀ, ਤੇ ਇਹ ਜਿਹੜਾ ਇੰਨੀਆਂ ਘੱਟ ਭਰਤੀਆਂ ਕੀਤੀਆਂ ਚੰਨੀ ਸਾਹਿਬ, ਜਿੱਥੇ ਹੋਰ ਉੱਥੇ ਹੋਰ, ਹੋਰਾਂ ਨੂੰ ਵੀ ਤੁਸੀਂ ਬੜੇ ਅਹੁਦੇ ਦਿੱਤੇ ਨੇ। ਜਲਾਲਪੁਰ ਦੇ ਮੁੰਡੇ ਨੂੰ ਦੇ ਦਿੱਤਾ ਤੇ ਹੋਰਾਂ ਨੂੰ ਦੇ ਦਿੱਤਾ, ਤੇ ਘੱਟੋ ਘੱਟ ਅਧਿਆਪਕ ਭਰਤੀ ਕਰਕੇ ਜਾਓ, ਤੁਹਾਡਾ ਨਾਂ ਰਹੇਗਾ। ਚੰਨੀ ਸਾਹਿਬ ਕਹਿਣ ਜੋਗੇ ਹੋਵੋਗੇ ਕਿ ਮੈਂ ਇੰਨੇ ਪ੍ਰੋਫੈਸਰ ਭਰਤੀ ਕੀਤੇ, ਕਰ ਦਿਓ, ਤੁਸੀਂ ਕੋਈ ਘਰੋਂ ਨਹੀਂ ਕਰਨੇ। ਸਰਕਾਰੀ ਕਾਲਜ ਖਤਮ ਹੋ ਰਹੇ ਨੇ, ਇਸ ਪਾਸੇ ਉਦਮ ਕਰਨਾ ਚਾਹੀਦਾ। ਡਾਕਟਰ ਹਰਪ੍ਰੀਤ ਸਿੰਘ ਸਿੱਧੂ ਨਾਲ ਆਪਾਂ ਗੱਲਬਾਤ ਕਰਨੀ ਹੈ, ਜਿਹੜਾ ਇਹ ਹਾਲੀਆ ਲੈਕਚਰਰਾਂ ਦੀ ਭਰਤੀਆਂ ਹੋਈਆਂ ਨੇ। ਸਿੱਧੂ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਸਿੱਧੂ ਸਾਹਿਬ, ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਥੋੜਾ ਜਿਹਾ ਆਪਣੇ ਬਾਰੇ ਦੱਸੋ ਤੁਸੀਂ ਸਰੋਤਿਆਂ ਨੂੰ। ਪਹਿਲਾਂ ਆਪਣੇ ਆ ਕੇ ਗਏ ਨੇ ਦੋ ਆਗੂ, ਇੱਕ ਤਾਂ ਸਾਡੇ ਸਰੋਤੇ ਨੇ ਹਰਮਨਪ੍ਰੀਤ ਸਿੰਘ ਭੱਟੀ ਤੋਂ ਆਏ ਸੀ ਸਵੇਰੇ, ਤੇ ਉਹਨਾਂ ਨੇ ਵੀ ਦੱਸਿਆ ਕਿ ਹਿਸਟਰੀ ਦੇ ਉਹਨਾਂ ਨੇ ਪੇਪਰ ਦਿੱਤਾ ਸੀ, ਉਹਦੇ 'ਚ ਵੀ ਕਈ ਦਿੱਕਤਾਂ ਨੇ। ਤੇ ਤੁਸੀਂ ਪੰਜਾਬੀ ਭਾਸ਼ਾ ਵਾਲੇ ਹੋ ਮੇਰਾ ਖਿਆਲ ਹੈ ਨਾ, ਤੇ ਐਜੂਕੇਸ਼ਨ ਚੱਲ ਰਹੀ ਹੈ ਤੁਹਾਡੀ, ਤੇ ਤੁਹਾਡੀ ਸੰਸਥਾ ਬਾਰੇ ਤੇ ਆਪਣੇ ਬਾਰੇ ਜ਼ਰੂਰ ਥੋੜੀ ਜਿਹੀ ਜਾਣਕਾਰੀ ਦਿਓ। ਫਿਰ ਅਸਲ ਮਸਲਾ ਕੀ ਹੈ, ਇਹ ਜਿਹੜੀਆਂ ਪੰਜਾਬ ਸਰਕਾਰ ਨੇ ਅਸਿਸਟੈਂਟ ਪ੍ਰੋਫੈਸਰ ਭਰਤੀ ਕੀਤੇ ਨੇ, ਉਹਨਾਂ ਤੇ ਰਿਟ ਵੀ ਹੋ ਗਈ ਹੈ, ਉਹਦੀ ਵੀ ਅਪਡੇਟ ਦੇ ਦਿਓ, ਕਿਹੜੀ ਰਿਟ ਹੋਈ ਹੈ, ਕੀ ਹੋ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਅਸਲ 'ਚ ਸਭ ਤੋਂ ਪਹਿਲਾਂ ਤਾਂ ਮੈਂ ਟਵਾਣਾ ਰੇਡੀਓ ਸੁਣਨ ਵਾਲੇ ਜਿੰਨੇ ਵੀ ਜਿਹੜੇ ਸਰੋਤੇ ਨੇ, ਉਹਨਾਂ ਨੂੰ ਸਾਰੇ ਦੇ ਸਾਰਿਆਂ ਨੂੰ ਮਤਲਬ ਸਤਿ ਸ਼੍ਰੀ ਅਕਾਲ ਬੁਲਾਉਣਾ, ਤੇ ਟਵਾਣਾ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਤੇ ਮੈਂ ਜਿਹੜੀ ਇਹ ਪੰਜਾਬ ਸਰਕਾਰ ਦੀ ਭਰਤੀ ਜਿਹੜੀ ਲੈਕਚਰਾਰਾਂ ਦੀ 1158 ਪੋਸਟਾਂ ਦੀ ਜਿਹੜੀ ਆਈ ਆ, ਉਹਦੇ ਬਦੌਲਤ ਇਹਨਾਂ ਨੇ ਪੰਜਾਬ ਦੀਆਂ 2 ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਲਗਾਈ ਸੀ ਪੰਜਾਬ ਸਰਕਾਰ ਵੱਲੋਂ, ਇੱਕ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ। ਉਹਦੇ ਵਿੱਚ ਜਿਹੜੇ ਪੇਪਰ ਕੰਡਕਟ ਕੀਤੇ ਗਏ, ਉਹਦੇ 'ਚ ਪੂਰੀ ਤਰ੍ਹਾਂ ਨਾਲ ਮਤਲਬ ਰੱਜ ਕੇ ਇਹਨਾਂ ਨੇ ਮਤਲਬ ਧਾਂਦਲੀ ਕੀਤੀ ਆ। ਫਸਟ ਆਫ ਆਲ ਤਾਂ ਇਹਨਾਂ ਨੇ ਕੋਈ ਵੈਸੇ PPSC ਦੇ ਅੰਡਰ ਜਿਹੜੀਆਂ ਪੋਸਟਾਂ ਹੁੰਦੀਆਂ ਨੇ, ਪਰ ਪੰਜਾਬ ਸਰਕਾਰ ਨੇ ਮਤਲਬ ਜਲਦਬਾਜ਼ੀ 'ਚ 45 ਦਿਨ ਦੇ ਵਿੱਚ ਇਸ ਪ੍ਰੋਸੈਸ ਨੂੰ ਪੂਰਾ ਕਰਨ ਦੇ, ਉਹ ਤਾਂ ਸਮੇਂ ਦੀ ਦਿੱਕਤ ਜਿਹੜਾ ਹੈ ਨੋਟੀਫਿਕੇਸ਼ਨ ਦੇ ਵਿੱਚ ਹੀ ਲਿਖ ਦਿੱਤਾ ਜਦੋਂ ਉਹਦੀ ਐਡਵਰਟਾਈਜ਼ਮੈਂਟ ਆਈ ਕਿ ਇਹਨੂੰ 45 ਡੇਜ਼ ਪੂਰਾ ਕਰਨਾ ਸਾਰੇ ਪ੍ਰੋਸੈਸ ਨੂੰ। ਸਮੇਂ ਦੀ ਮਜਬੂਰੀ ਸੀ, ਚਲੋ ਐਕਸਕਿਊਜ਼ ਦਿੱਤਾ, ਸਮੇਂ ਦੀ ਮਜਬੂਰੀ, ਤੇ ਇਹਨਾਂ PPSC ਤੋਂ ਲੈ ਲਿਆ ਜੀ ਇਹਨੂੰ ਬਹੁਤ ਜਲਦਬਾਜ਼ੀ 'ਚ। ਚਲੋ ਅਸੀਂ ਲੈ ਲਿਆ ਸੀ, ਉਸ ਚੀਜ਼ ਤੇ ਵੀ ਨਹੀਂ ਜਾਂਦੇ, ਪਰ ਇਹਨਾਂ ਨੇ ਜਦੋਂ ਪੇਪਰ ਨੂੰ ਬਣਾਇਆ, ਪੇਪਰ ਲਿਆ ਗਿਆ, ਤਾਂ ਸਾਰੇ ਪੇਪਰ ਕੁਛ ਜਿਵੇਂ ਮੈਥ ਦੇ ਸਵਾਲ ਨੇ, ਮੈਥ ਦੇ ਪੇਪਰ ਨੇ, ਉਹ ਪਿਛਲੇ ਸਾਲਾਂ ਦੇ 40 ਜਿਹੜੇ ਸਵਾਲ ਪਾ ਦਿੱਤੇ। ਸਭ ਤੋਂ ਵੱਡਾ, ਮੈਂ ਪੰਜਾਬੀ ਸਬਜੈਕਟ ਦਾ, ਮੈਂ ਆਪਣੇ ਵਿਸ਼ੇ ਨਾਲ ਸੰਬੰਧਿਤ ਗੱਲ ਕਰਦਾ ਕਿ ਪੰਜਾਬੀ ਵਿੱਚ ਲਗਭਗ 40 ਸਵਾਲ 60 ਦੇ ਵਿੱਚੋਂ, ਜਿਹਦੇ ਵਿੱਚ ਵਿਆਕਰਣਿਕ ਤੌਰ ਤੇ, ਸ਼ਾਬਦਿਕ ਤੌਰ ਤੇ ਗਲਤੀਆਂ ਨੇ। ਮੈਂ ਕਹਿੰਦਾ ਕਿ ਪੰਜਾਬੀ ਯੂਨੀਵਰਸਿਟੀ ਇੱਕ ਮਤਲਬ ਦੁਨੀਆ ਦੀ ਦੂਸਰੀ ਯੂਨੀਵਰਸਿਟੀ ਆ ਭਾਸ਼ਾ ਦੇ ਨਾਂ ਤੇ, ਲੈਂਗੁਏਜਸ ਦੇ ਨਾਂ ਤੇ, ਪੰਜਾਬੀ ਦੇ ਨਾਂ ਤੇ। ਤੋ ਇਹ ਪੰਜਾਬੀ ਦੇ ਪੇਪਰ ਵਿੱਚ ਹੀ ਇਹਨਾਂ ਨੂੰ ਮਤਲਬ ਉਰਦੂ ਨੂੰ ਉਰਦੂ ਪਾਈ ਜਾਂਦੇ ਆ, ਹਰਿੰਦਰ ਸਿੰਘ ਰੂਪ ਨੂੰ ਹਰਿੰਦਰ ਸਿੰਘ ਨੂਰ ਪਾਈ ਜਾਂਦੇ ਨੇ, ਜਾਂ ਮਤਲਬ ਫੇਸਬੁੱਕ ਤੇ ਜਿਹੜੀਆਂ ਕਿਤਾਬਾਂ ਆ ਰਹੀਆਂ ਨੇ ਕੱਲ, ਉਹ ਕਿਤਾਬਾਂ ਦੇ ਨਾਂ ਪਾ ਰਹੇ ਆ। ਇਹਨਾਂ ਨੇ ਸਾਰੇ ਵੱਡੇ ਸ਼ਾਇਰ ਭਾਈ ਵੀਰ ਸਿੰਘ ਜੀ, ਪੂਰਨ ਸਿੰਘ ਜੀ, ਅੰਮ੍ਰਿਤਾ ਪ੍ਰੀਤਮ, ਬਾਵਾ, ਸਾਰੇ ਇਗਨੋਰ ਕਰਕੇ ਇਹਨਾਂ ਨੇ ਜਿਹੜੇ ਨਵੇਂ ਸਮਕਾਲੀ ਸ਼ਾਇਰ ਆ, ਜਿਹੜੇ ਪੜ੍ਹੇ ਵੀ ਬਹੁਤ ਘੱਟ ਜਾਂਦੇ, ਜਿਹਨਾਂ ਨੂੰ ਲੋਕ ਜਾਣਦੇ ਵੀ, ਉਹਨਾਂ ਦੇ ਨਾਂ ਪਾ ਕੇ ਇੱਕ ਤਾਂ ਇਹ ਵੱਡੀ ਧਾਂਦਲੀ ਕੀਤੀ। ਦੂਸਰੀ ਜਿਹੜੀ ਇਹਨਾਂ ਨੇ ਸਭ ਤੋਂ ਵੱਡੀ ਗੜਬੜ ਕੀਤੀ ਕਿ ਜਿਨ੍ਹਾਂ ਕਮੇਟੀ ਦੁਆਰਾ ਇਹ ਪੇਪਰ ਬਣਾਇਆ ਗਿਆ, ਕਿ ਉਹਨਾਂ ਨੇ ਆਪਣੇ ਸਕਾਲਰ ਨੂੰ, ਆਪਣੇ ਵਿਸ਼ੇਸ਼ ਵਰਗ ਨੂੰ ਹੀ ਉਹਨਾਂ ਨੇ ਮਤਲਬ ਉਹ ਪੇਪਰ ਪਹਿਲਾਂ ਤੋਂ ਹੀ ਜਿਹੜਾ ਹੈ ਸਾਰਿਆਂ ਨਾਲ ਸਾਂਝਾ ਕਰ ਦਿੱਤਾ, ਤੇ ਸਵਾਲਾਂ ਦੀ ਬਣਤਰ ਵੀ ਇਦਾਂ ਦੀ ਬਣਾਈ ਕਿ ਉਹ ਸਵਾਲ ਸਿਰਫ ਉਹੀ ਕਰ ਸਕਣ ਜਿਹੜੇ ਬੱਚੇ ਮਤਲਬ ਜਿਨ੍ਹਾਂ ਨੂੰ ਪਹਿਲਾਂ ਦੱਸਿਆ ਹੈ, ਅਦਰਵਾਈਜ਼ ਕੋਈ ਹੋਰ ਸਵਾਲ ਕਰ ਹੀ ਨਾ ਸਕੇ। ਤੇ ਉਹਦੇ ਵਿੱਚ ਕਿ ਜਦੋਂ ਹੁਣ ਰਿਜ਼ਲਟ ਆਇਆ, ਤੇ ਰਿਜ਼ਲਟ ਵਿੱਚ ਜਿਨ੍ਹਾਂ ਨੇ ਟੀਚਰ ਨੇ, ਜਿਨ੍ਹਾਂ ਨੇ ਕਮੇਟੀ ਦੇ ਵਿੱਚ ਸੀ ਜਿਹੜੇ ਬੰਦੇ, ਉਹ ਸਾਰੇ ਬੰਦਿਆਂ ਦੇ ਉਹਨਾਂ ਦੇ ਸਕਾਲਰ ਆਏ ਨੇ, ਮਤਲਬ ਸਿਲੈਕਟ ਹੋਏ ਨੇ।
ਲਗਭਗ ਪੰਜਾਬੀ ਯੂਨੀਵਰਸਿਟੀ ਦੇ ਆਪਦੇ ਪੰਜਾਬੀ ਡਿਪਾਰਟਮੈਂਟ ਨਾਲ ਰਿਲੇਟਡ 46 ਦੇ ਕਰੀਬ ਜਿਹੜੇ ਵਿਦਿਆਰਥੀ ਨੇ ਉਹ ਸਿਲੈਕਟ ਹੋਏ ਨੇ, ਜਦ ਕਿ ਪੰਜਾਬੀ ਦੀਆਂ ਪੋਸਟਾਂ 142 ਸੀਗੀਆਂ। ਅੱਛਾ, ਪੰਜਾਬੀ ਯੂਨੀਵਰਸਿਟੀ ਦੇ 46 ਤੇ ਰਹਿ ਕਿੰਨੇ ਗਏ ਫਿਰ ਪੰਜਾਬੀ ਦੇ? ਫਿਰ ਪਿੱਛੇ ਫਿਰ ਪੂਰੇ ਪੰਜਾਬ ਦੇ ਵਿੱਚ ਹੀ ਜੀ 90 ਦੇ ਕਰੀਬ ਰਹਿ ਗਏ। ਹਜੇ ਥੋੜਾ ਜਿਹਾ ਹੋਰ ਡੰਗਾਈ ਜੀ ਜਾਈਏ ਤਾਂ ਉਹਦੇ ਤੋਂ ਹੋਰ ਵੀ ਬੰਦੇ ਨਿਕਲ ਸਕਦੇ ਆ। ਹਾਂਜੀ, ਜੇ ਮੈਂ ਜਾਣਨਾ ਚਾਹਾਂ ਸਿੱਧੂ ਸਾਹਿਬ, ਤੁਸੀਂ ਕਿਹਾ ਕਿ ਪੰਜਾਬੀ ਡਿਪਾਰਟਮੈਂਟ ਦੇ 46 ਬੱਚੇ ਚ ਆ ਗਏ ਨੇ, ਟੋਟਲ ਕਿੰਨੇ ਬੱਚੇ ਸੀਗੇ? ਕੁਛ ਰਹਿ ਵੀ ਗਏ ਨੇ ਜਿਨ੍ਹਾਂ ਦੀ 142 ਬੱਚੇ ਆ ਜੀ ਜਿਹੜੇ ਟੋਟਲ ਨੇ ਗਿਣਤੀ ਵਿੱਚ। ਹਜੇ ਇਹ 46 ਤਾਂ ਜਿਹੜੇ ਸਿੱਧੇ ਤੌਰ ਤੇ ਪੰਜਾਬੀ ਡਿਪਾਰਟਮੈਂਟ ਜੁੜੇ ਹੋਏ ਆ। ਜੇ ਅਸੀਂ ਥੋੜਾ ਜਿਹਾ ਹੋਰ ਵੀ ਜਾਈਏ ਨਾ ਤੇ ਲਗਭਗ 50% ਬੱਚੇ ਜਿਹੜੇ ਉਹ ਪੰਜਾਬੀ ਡਿਪਾਰਟਮੈਂਟ ਦੇ ਨਿਕਲਣਗੇ ਤੇ ਪੰਜਾਬੀ ਯੂਨੀਵਰਸਿਟੀ ਦੇ ਨਿਕਲਣਗੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਬੱਚੇ ਉਹ ਮੈਰਿਟ 'ਚ ਜਾ ਰਹੇ ਨੇ, ਮਤਲਬ ਉਹਨਾਂ ਦੀ ਮੈਰਿਟ ਜਾ ਰਹੀ ਹੈ 65-66 ਨੰਬਰ। ਪੰਜਾਬ ਯੂਨੀਵਰਸਿਟੀ ਵੀ ਇੱਥੇ ਜੇ ਖੜ ਜਾਂਦੀ 70 ਦੇ ਕਰੀਬ ਜਾ ਕੇ। ਕੱਲੀ ਮਹਿਜ਼ ਪੰਜਾਬੀ ਯੂਨੀਵਰਸਿਟੀ ਐਸੀ ਆ ਜਿਹਦੇ ਬੱਚੇ 82 ਨੰਬਰਾਂ ਤੱਕ 80 ਨੰਬਰਾਂ ਤੱਕ ਜਾ ਰਹੇ ਆ, ਜਦ ਕਿ ਪੇਪਰ ਵਿੱਚ 20 ਸਵਾਲ ਤਾਂ ਵੈਸੇ ਹੀ ਮਤਲਬ ਇਸ ਤਰ੍ਹਾਂ ਦੇ ਸੀ ਕਿ ਜਿਹੜੇ ਮਤਲਬ ਕੋਈ ਜਿਹਨਾਂ ਦੀ ਬਣਤਰ ਹੀ ਨਹੀਂ ਸਹੀ ਸੀ। ਸਾਰੇ ਬੰਦੇ ਕਹਿੰਦੇ ਸੀ ਪੇਪਰ 100 ਨੰਬਰ ਦਾ ਨਹੀਂ ਆਇਆ, 80 ਦਾ ਹੀ ਗਿਣੋ। ਬਾਕੀ ਜਿਹੜੇ 20 ਸਵਾਲ ਨੇ, ਆਪਣਾ ਪ੍ਰੋਫੈਸਰ ਮਾਨ ਸਾਹਿਬ ਹੋਰੀ ਕਹਿੰਦੇ ਪਰਮਿੰਦਰ ਸਿੰਘ ਸੋਢੀ ਦੀ ਕਿਤਾਬ ਅੱਜ ਪਰਸੋਂ ਚੌਥੇ ਆਈ ਹੈ ਫੇਸਬੁੱਕ ਤੇ, ਲੋਕਾਂ ਨੂੰ ਪਤਾ ਵੀ ਉਹਦਾ ਜੀ ਫੇਸਬੁੱਕ ਤੇ ਸਰਵਰਕ ਪਾ ਰਹੇ ਨੇ। ਉਹਦਾ ਜੇ ਉਹਨਾਂ ਨੇ ਸਰਵਰਕ ਪਾਇਆ ਤੇ ਉਹ ਪੇਪਰ ਤੋਂ ਰਿਜ਼ਲਟ ਆਉਣ ਤੋਂ ਬਾਅਦ ਉਹ ਪਰਮਿੰਦਰ ਸੋਢੀ ਇੱਕ ਹੋਰ ਪੋਸਟ ਪਾ ਰਹੇ ਨੇ। ਉਹਦੇ ਚੋਂ ਲਿਖਦੇ ਕਿ ਮੇਰੇ ਕੋਲ ਕਿਤਾਬਾਂ ਪਹੁੰਚ ਚੁੱਕੀਆਂ ਨੇ ਤੇ ਮੈਂ ਸ਼ੁਕਰੀਆ ਮਤਲਬ ਕਰਦਾ। ਹਜੇ ਕਿਤਾਬ ਲੇਖਕ ਕੋਲ ਵੀ ਬਾਅਦ ਚ ਪਹੁੰਚਦੀ ਪਈ ਆ ਪ੍ਰਿੰਟ ਹੋ ਕੇ, ਤੇ ਇਹਨਾਂ ਨੇ 3 ਦਿਨ ਪਹਿਲਾਂ ਮਤਲਬ ਪਾਏ ਹੋਏ ਟਾਈਟਲ ਦੇ ਹਿਸਾਬ ਤੇ ਕਿਤਾਬ ਦਾ ਨਾਮ ਪਾ ਦਿੱਤਾ। ਇਹ ਵੀ ਛੱਡੋ ਤੁਸੀਂ, ਇਹਨਾਂ ਨੇ ਨਾ ਕੁਛ ਜਿਹੜੀਆਂ ਫੇਸਬੁੱਕ ਤੇ ਕਵੀ ਬੈਠਾ ਹੈ ਉਹ ਆਪਣੀ ਕਵਿਤਾ ਪਾ ਦਿੰਦਾ ਹੈ, ਇਹਨਾਂ ਕਿਤਾਬਾਂ 'ਚ ਕਵਿਤਾ ਨਹੀਂ ਪਾਈ, ਫੇਸਬੁੱਕ ਤੋਂ ਚੁੱਕ ਕੇ ਕਵਿਤਾ ਦੀਆਂ ਲੈਣਾ ਪਾ ਰਹੇ ਨੇ। ਫੇਸਬੁੱਕ ਦੇ ਉੱਤੋਂ ਹੀ ਮਤਲਬ ਬਣਾ ਕੇ ਸਵਾਲ ਇਹਨਾਂ ਨੇ ਸਾਰੇ ਬਣਾਤੇ। ਕੀ ਬਈ ਜਿਨ੍ਹਾਂ ਪ੍ਰੋਫੈਸਰਾਂ ਨੇ ਪੇਪਰ ਬਣਾਇਆ ਕੀ ਉਹਨਾਂ ਦਾ ਕਿਤਾਬਾਂ ਨਾਲ ਕੋਈ ਸੰਬੰਧ ਨਹੀਂ? ਕੀ ਉਹ ਕਿਤਾਬਾਂ ਨਹੀਂ ਪੜ੍ਹਦੇ? ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਪੁੱਛਣਾ ਨਹੀਂ। ਬਹੁਤ ਕੋਈ ਕੁਐਸਚਨ ਹੀ ਨਹੀਂ ਹੈਗੇ ਕਹਿੰਦੇ ਆ ਨਾ, ਬਸ ਸਿਰਫ ਉਹੀ। ਮੈਂ ਕਹਿੰਦਾ ਜੀ ਤੁਸੀਂ ਕੁਐਸਚਨ ਵੇਖੋ, ਕ੍ਰੋਨੋਲੋਜੀਕਲ ਇਹਨਾਂ ਨੇ ਸਵਾਲ ਪੁੱਛਿਆ ਕਿ ਆਹ 5 ਕਿਤਾਬਾਂ ਦੀ ਤਰਤੀਬ ਦੱਸ ਦਿਓ। ਮਤਲਬ ਹੁਣ ਕਰਤਾਰ ਸਿੰਘ ਦੁੱਗਲ ਹੋਰਾਂ ਦੇ ਜਿਹੜੇ ਕਹਾਣੀ ਸੰਗ੍ਰਹਿ ਨੇ ਅੰਦਾਜ਼ਨ 30 ਤੋਂ 40 ਦੇ ਵਿੱਚ ਨੇ। ਹੁਣ ਉਹ ਬੰਦੇ ਨੇ ਕੱਲੇ ਕਹਾਣੀ ਸੰਗ੍ਰਹਿ ਦੇ ਨਾਂ ਹੀ ਯਾਦ ਕਰਨੇ ਹੋਣ, ਮੈਂ ਚੈਲੰਜ ਕਰਦਾ ਹਾਂ ਵੀ ਜਿਨ੍ਹਾਂ ਨੇ ਪੇਪਰ ਬਣਾਇਆ ਉਹ ਆ ਜਾਣ, ਮੈਂ ਇਸ ਤਰ੍ਹਾਂ ਦੇ 5 ਸਵਾਲ ਬਣਾ ਦੇਣਾ। ਜੇ ਇੱਕ ਦਾ ਵੀ ਜਵਾਬ ਦੇ ਦੇਣਾ, ਅਸੀਂ ਪੜ੍ਹਨ ਪੜ੍ਹਾਉਣਾ ਸਾਰਾ ਕੁਝ ਛੱਡ ਕੇ ਘਰੇ ਬਹਿ ਜਾਾਂਗੇ ਆਪਣੇ। ਇਹ ਮੈਂ ਚੈਲੰਜ ਕਰਨਾ ਉਹਨਾਂ ਨੂੰ। ਮੈਂ ਆਪਣੇ ਫੇਸਬੁੱਕ ਪੇਜ ਤੇ ਵੀ ਵੈਸੇ ਵੀ ਅਸੀਂ ਪਾਇਆ ਹੈ ਕਿ ਕੱਲੇ ਉਹ 30 ਤੋਂ 40 ਜਿਹੜੇ ਕਹਾਣੀ ਸੰਗ੍ਰਹਿ ਦੇ ਨਾਂ ਯਾਦ ਕਰਨੇ ਬੜੇ ਔਖੇ। ਇਹਨਾਂ ਨੇ 4 ਵਿੱਚੋਂ ਕਹਾਣੀ ਸੰਗ੍ਰਹਿ ਰੱਖ ਕੇ ਮਤਲਬ ਇਹ ਸਵਾਲ ਪੁੱਛ ਲਿਆ ਕਿ ਇਹਨਾਂ ਨੂੰ ਤਰਤੀਬ 'ਚ ਰੱਖੋ, ਪਹਿਲਾਂ ਕਿਹੜਾ ਆਇਆ ਫਿਰ ਕਿਹੜਾ ਆਇਆ ਫਿਰ ਕਿਹੜਾ। ਉਹ ਕਿਸੇ ਨੂੰ ਨਹੀਂ ਆਉਂਦਾ, ਉਹ ਸਿਰਫ ਉਸੇ ਬੰਦੇ ਨੂੰ ਸਵਾਲ ਆਊਗਾ ਜਿਸ ਬੰਦੇ ਨੂੰ ਪਹਿਲਾਂ ਉਹਦੀ ਬਣਤਰ ਦੱਸੀ ਹੋਈ ਆ। ਏਦਾਂ ਹੀ ਰਾਮ ਸਰੂਪ ਅਣਖੀਰਾਂ ਦੇ 4 ਨਾਵਲ ਰੱਖ ਕੇ ਦੱਸਦਾ ਵੀ ਦੱਸੋ ਇਹਦੇ ਚੋਂ ਕਿਹੜਾ ਨਾਵਲ ਪਹਿਲਾਂ ਆਇਆ ਫਿਰ ਕਿਹੜਾ ਆਇਆ ਫਿਰ ਕਿਹੜਾ ਆਇਆ। ਤਾਂ ਇਸ ਤਰ੍ਹਾਂ ਦੇ ਮਹਿਜ ਜਿਹੜੇ ਸਵਾਲ ਨੇ ਉਹ ਵਿਸ਼ੇਸ਼ ਵਰਗ ਲਈ ਤਿਆਰ ਕੀਤੇ ਗਏ ਸੀ। ਜਿਵੇਂ ਤੁਹਾਨੂੰ ਮੈਂ ਇੱਕ ਹੋਰ ਛੋਟੀ ਜਿਹੀ, ਮੈਂ ਥੋੜੀ ਆਪਣੀ ਗੱਲ ਲਮਕਾ ਰਿਹਾ ਮੈਂ, ਪਰ ਜਲਦੀ ਬਰੀਫ 'ਚ ਦੱਸ ਦਾਂਗਾ। ਇੱਕ ਇਹਨਾਂ ਨੇ ਹੋਰ ਵੱਡੀ ਗੜਬੜ ਕੀਤੀ ਕਿ ਜਿੱਦਾਂ ਹੁਣ ਮਹਾਰਾਜਾ ਦਲੀਪ ਸਿੰਘ ਜੀ ਆ, ਅਸੀਂ ਪੰਜਾਬੀ ਵਾਲੇ ਬੰਦੇ ਜੰਗਨਾਮਾ ਪੜ੍ਹਦੇ ਹਾਂ, ਹਾਂ ਸਾਡਾ ਹਿਸਟਰੀ ਨਾਲ ਸੰਬੰਧ ਹੁੰਦਾ ਹੈ, ਪਰ ਇਹਨਾਂ ਨੇ ਮਹਾਰਾਜਾ ਦਲੀਪ ਸਿੰਘ ਜੀ ਬਾਬਤ ਸਵਾਲ ਕੋਈ ਜੰਗਨਾਮੇ 'ਚੋਂ ਨਹੀਂ ਪੁੱਛਿਆ ਸ਼ਾਹ ਮੁਹੰਮਦ ਦੇ। ਇਹ ਤਾਂ ਇੰਗਲੈਂਡ ਚਲੇ ਗਏ ਹਿਸਟਰੀ ਦੇ ਵਿੱਚ, ਬਾਅਦ 'ਚ ਇੰਗਲੈਂਡ ਵਿੱਚ ਜਾ ਕੇ ਪੁੱਛਦੇ ਪਏ ਨੇ ਉਧਰ ਦੇ ਬੰਦਿਆਂ ਦੇ ਨਾਂ ਪਾ ਕੇ ਜਿਨ੍ਹਾਂ ਨੇ ਉਹਨੂੰ ਸਾਂਭਿਆ ਪਾਲਣ ਪੋਸ਼ਣ ਕੀਤਾ, ਉਹਨਾਂ ਦੇ ਜੁੱਟ ਬਣਾ ਰਹੇ ਵੀ ਇਹਨਾਂ ਵਿੱਚੋਂ ਕਿਹੜਾ ਉਹਨਾਂ ਨਾਲ ਸੰਬੰਧਿਤ ਨਹੀਂ ਹੈ। ਤਾਂ ਹੁਣ ਅਸੀਂ ਕੋਈ ਜ਼ਿਆਦਾ ਸਾਰੇ ਇਤਿਹਾਸ ਦੇ ਵਿੱਚ ਸਾਨੂੰ ਪੁੱਛੋ ਜੰਗਨਾਮੇ 'ਚੋਂ ਅਸੀਂ ਦੱਸਦੇ ਹਾਂ। ਅਸੀਂ ਦੱਸਦੇ ਹਾਂ ਕਿ ਸ਼ੇਰ ਸਿੰਘ ਕੌਣ ਹੈ, ਅਸੀਂ ਦੱਸਦੇ ਹਾਂ ਕਿ ਕੰਵਰ ਨੌ ਨਿਹਾਲ ਸਿੰਘ ਕੌਣ ਹੈ ਜਾਂ ਕੀ ਉਹਦਾ ਰਿਲੇਸ਼ਨ ਹੈ, ਜਾਂ ਪੂਰਾ ਇਤਿਹਾਸ ਦੱਸ ਦਾਂਗੇ ਅਸੀਂ। ਇਹਨਾਂ ਨੂੰ ਪਤਾ ਸੀ ਕਿ ਪੰਜਾਬ ਬਹੁਤ ਜਿਹੜੇ ਨੌਜਵਾਨ ਆ ਜਾਂ ਨਵੀਂ ਪੀੜ੍ਹੀ ਬਹੁਤ ਪੜ੍ਹਨ ਵਾਲੀ ਆ, ਇੰਟੈਲੈਕਚੁਅਲ ਆ, ਅਸੀਂ ਜਿਹੜੇ ਮਰਜ਼ੀ ਸਵਾਲ ਬਣਾ ਲਈਏ ਉਹਦਾ ਜਵਾਬ ਉਹ ਦੇ ਦੇਣਗੇ। ਵੀ ਅਸੀਂ ਸਵਾਲਾਂ ਦੀ ਬਣਤਰ ਹੀ ਐਸੀ ਬਣਾਉਣੀ ਆ ਕਿ ਬੰਦਾ ਜਿਹੜਾ ਹੈ ਮਤਲਬ ਉਹਦੇ ਵਿਸ਼ੇ ਨਾਲ ਸੰਬੰਧਿਤ ਹੀ ਨਾ ਹੋਣ ਤੇ ਸਿਰਫ ਉਹ ਹੀ ਦੇ ਪਾਉਣ ਜਿਹੜੇ ਸਾਡੇ ਵਿਸ਼ੇਸ਼ ਸਟੂਡੈਂਟ ਨੇ ਜਾਂ ਜਿਹੜੇ ਸਾਡੇ ਵਿਸ਼ੇਸ਼ ਪਿਆਰੇ ਨੇ। ਤਾਂ ਇਹਨਾਂ ਨੇ ਇੱਕ ਤੁਹਾਨੂੰ ਹੋਰ ਟਵਾਣਾ ਸਾਹਿਬ ਦੱਸਦਾ, ਇਹਨਾਂ ਨੇ ਨਾ ਮਤਲਬ ਮੈਂ ਕਿਸੇ ਬੰਦੇ ਦੀ ਯੋਗਤਾ ਤੇ ਸਵਾਲ ਨਹੀਂ ਕਰਦਾ ਪਿਆ। ਕੋਈ 20 ਸਾਲ ਦਾ ਵੀ ਇੰਟੈਲੀਜੈਂਟ ਹੋ ਸਕਦਾ, 21 ਸਾਲ ਦਾ ਵੀ ਹੋ ਸਕਦਾ, ਪਰ ਉਹਦੇ 'ਚ ਬਹੁਤ ਗਿਣਤੀ ਭਰਤੀ PhDਆਂ ਐਮਫਲਾਂ ਜਿਨ੍ਹਾਂ ਨੇ ਕੀਤੀਆਂ ਨੇ, ਜਿਹੜੇ ਬੰਦਿਆਂ ਨੂੰ 10-10 ਸਾਲ ਦਾ ਪੜ੍ਹਾਉਣ ਦਾ ਤਜਰਬਾ, ਉਹ ਇਹਨਾਂ ਨੇ ਸਾਰੇ ਇੱਕ ਕਾਰਨਰ ਗੁੱਠੇ ਬਿਠਾ ਦਿੱਤੇ ਆ। ਤੇ ਜਿਹੜੇ ਇਹਨਾਂ ਦੇ ਕੋਲ ਕੱਲ ਦੇ ਜਵਾਕ ਜਿਹੜੇ ਹਜੇ ਮਤਲਬ ਕਹਿਣਾ ਹੋਵੇ ਕਿ ਜਿਹੜੇ ਹਜੇ ਹੁਣੇ ਹੀ ਨੈਟ ਮਸਾਂ ਜਿਨ੍ਹਾਂ ਦਾ ਹੋਇਆ, ਜਿਹੜੇ 22 ਸਾਲ ਦੇ, ਉਹ ਇਹਨਾਂ ਨੇ ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰ ਜਿਹੜੇ ਆ ਮਤਲਬ ਲਾ ਦਿੱਤੇ ਆ, ਸਿਰਫ ਆਪਣੇ ਬੰਦਿਆਂ ਨੂੰ ਪੰਜਾਬ ਦੇ ਵਿੱਚ ਆਪਣਾ ਜਾਲ ਬਣਾਉਣ ਦੇ ਲਈ, ਵਿਛਾਉਣ ਦੇ ਲਈ। ਹਾਂਜੀ ਜੀ, ਅੱਛਾ, ਇਹਦੇ 'ਚ ਹੁਣ ਜਿਹੜਾ ਤਕਨੀਕੀ ਪੱਖ ਹੈ ਤੇ ਇਹ ਜਿਹੜਾ ਕੋਰਟ ਕੇਸ ਹੋਇਆ ਕਾਲਜ ਲੈਕਚਰਾਰਾਂ ਦਾ, ਪ੍ਰੋਫੈਸਰਾਂ ਦਾ ਭਰਤੀ ਦਾ,
ਤੇ ਉਹਦੇ ਚ ਰਿਟ ਪਟੀਸ਼ਨ ਹੋਈ ਹੈ, ਪੰਜਾਬੀ ਤੇ ਹੋਈ ਹੈ ਜਾਂ ਸਾਰਿਆਂ ਤੇ ਹੋਈ ਹੈ, ਜਾਂ ਅੱਗੇ ਕੀ ਰਣਨੀਤੀ ਇਹਦੇ ਚ ਅਦਾਲਤ ਦੇ ਵਿੱਚ ਚੱਲ ਰਹੀ ਹੈ, ਜਾਂ ਇਹਦੇ ਮੁਤਲਕ ਕੀ ਤੁਸੀਂ ਸਰਕਾਰ ਨੂੰ ਸੁਚੇਤ ਕੀਤਾ? ਮੈਂ ਪਹਿਲੇ ਜਿਹੜੇ ਆਏ ਸੀਗੇ ਉਹਨਾਂ ਨੇ ਵੀ ਜਿਹੜਾ ਲਿਖਿਆ ਕਿ ਤੁਸੀਂ ਭਰਤੀਆਂ ਜਾਂ ਤਾਂ ਵਧਾ ਦਿਓ, ਹੈ ਨਾ, ਕੋਈ ਇਦਾਂ ਦੀ ਗੱਲ, ਕਿਉਂਕਿ 25 ਸਾਲ ਬਾਅਦ ਭਰਤੀ ਹੋਈ ਹੈ, ਇਹ ਵੀ ਨਹੀਂ ਹੋਣਾ ਚਾਹੀਦਾ ਕਿ ਰੁਕ ਜਾਵੇ, ਕਿਉਂਕਿ ਬਹੁਤ ਵਰਗ ਦੇ ਵਾਸਤੇ ਵਿਦਵਾਨ ਪ੍ਰੋਫੈਸਰ ਜ਼ਰੂਰੀ ਹੈ। ਬ੍ਰੇਨ ਡਰੇਨ ਹੋ ਰਿਹਾ, ਲੋਕੀ ਛੱਡ ਜਾ ਰਹੇ ਨੇ, ਸਰਕਾਰੀ ਕਾਲਜ ਖਾਲੀ ਪਏ ਨੇ, ਬਿਲਡਿੰਗਾਂ ਛਾਂ ਕਰਦੀਆਂ ਨੇ, ਪ੍ਰਾਈਵੇਟ ਸੈਕਟਰ ਵੱਧ ਰਿਹਾ, ਤੇ ਉਹ ਵੀ ਜਿਹੜੀਆਂ ਅਪਾਇੰਟਮੈਂਟ 1000 ਦੇ ਕਰੀਬ ਮਿਲੀਆਂ ਉਹ ਵੀ ਨਾ ਰੁਕਣ, ਤੇ ਕੋਈ ਨਵਾਂ ਇਹਦੇ ਚ ਕਿੰਨੇ ਕੁ ਲੋਕ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਤੁਹਾਡੇ ਚੋਂ, ਕਿ ਉਹਨਾਂ ਦੀ ਕੋਈ ਐਡਜਸਟਮੈਂਟ, ਪੋਸਟਾਂ ਤਾਂ ਬਹੁਤ ਖਾਲੀ ਨੇ, ਜਾਂ ਤੁਹਾਡਾ ਕੀ ਪੈਟਰਨ ਚੱਲ ਰਿਹਾ ਅਦਾਲਤੀ ਤੇ ਪ੍ਰੋਟੈਸਟ ਦਾ? ਜੀ ਹਾਂਜੀ, ਦੇਖੋ ਜੀ, ਪਹਿਲੀ ਗੱਲ ਤਾਂ ਜਦੋਂ ਧਰਨੇ ਵਗੈਰਾ ਇਸ ਵਕਤ ਮੇਰੇ ਖਿਆਲ ਧਰਨਾ ਵੀ ਚੱਲ ਰਿਹਾ ਨਾ? ਧਰਨੇ ਵੀ, ਹਾਂਜੀ, ਧਰਨਾ ਵੀ ਚੱਲ ਰਿਹਾ ਜੀ। ਹਾਂਜੀ, ਇਹ ਪਹਿਲਾਂ ਮੈਂ ਤੁਹਾਨੂੰ ਕੋਰਟ ਦੇ ਵੱਲ, ਜਦੋਂ ਇਹ ਪੋਸਟ ਐਡਵਰਟਾਈਜ਼ ਹੋਈਆਂ ਉਦੋਂ ਹੀ ਇਹਦੇ ਉੱਤੇ ਪਹਿਲੀ ਰਿਟ ਪਹਿਲਾਂ ਹੀ ਪੈ ਚੁੱਕੀ ਸੀ ਕਿ PPSC ਦੇ ਅਧਿਕਾਰ ਖੇਤਰ ਤੋਂ ਲਈਆਂ ਗਈਆਂ ਨੇ, 23 ਸਾਲ ਬਾਅਦ ਭਰਤੀਆਂ ਆਈਆਂ ਨੇ, ਕੀ 45 ਸਾਲ ਤੋਂ ਵੱਧ ਵਾਲੇ ਬੰਦੇ ਜਿਨ੍ਹਾਂ ਨੂੰ 20 ਸਾਲ ਇੰਤਜ਼ਾਰ ਕਰਦੇ ਨੇ ਉਹ ਕਿੱਥੇ ਜਾਣ? ਇਸ ਤਰ੍ਹਾਂ ਦਾ ਬਹੁਤ ਕੁਛ ਆ। ਇਸ ਟਾਈਮ ਇਸ ਕੱਲੀ ਭਰਤੀ ਦੇ 19 ਕੇਸ ਨੇ ਇਸ ਪ੍ਰਕਿਰਿਆ ਦੇ ਉੱਤੇ ਹਾਈ ਕੋਰਟ ਦੇ ਵਿੱਚ, ਠੀਕ ਹੈ ਨਾ, ਅੰਦਾਜ਼ਨ 19 ਦੇ 20 ਹੋ ਸਕਦੇ ਨੇ, ਘੱਟ ਨਹੀਂ, 19 ਸਾਡੀ ਗਿਣਤੀ ਦੇ ਵਿੱਚ ਸੀਗੇ, 19 ਕੇਸ ਇਹਦੇ ਉੱਤੇ ਲੱਗੇ ਹੋਏ ਨੇ। ਉਹ ਸਾਰੀ ਇਸ ਤਰ੍ਹਾਂ ਲੱਗੇ, ਪ੍ਰੋਸੈਸ ਦੇ ਉੱਤੇ ਲੱਗੇ, ਪ੍ਰਕਿਰਿਆ ਦੇ ਉੱਤੇ ਲੱਗੇ ਹੋਏ ਨੇ ਕਿ ਪ੍ਰਕਿਰਿਆ ਸਹੀ ਨਹੀਂ ਹੋ ਰਹੀ। ਅਸੀਂ ਚਾਹੁੰਦੇ ਹਾਂ ਕਿ ਭਰਤੀ ਸਿਰੇ ਚੜੇ, ਬੰਦੇ ਲੱਗਣ, ਬਹੁਤ ਸਾਰੇ ਬੌਧਿਕ ਤੌਰ ਤੇ ਬੰਦੇ, ਹੁਣ ਕੁਛ ਤਾਂ ਧਾਂਦਲੀ ਚ ਆ ਗਈ, ਕੁਛ ਬੰਦੇ ਜਿਹੜੇ ਬੌਧਿਕ ਪੱਧਰ ਦੇ, ਜਿਹੜੇ ਵਿਚਾਰੇ ਮਿਹਨਤ ਕਰਕੇ ਜਿਨ੍ਹਾਂ ਦਾ ਨਾਂ ਹੈ, ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਉਹਨਾਂ ਨੂੰ ਮਸਾਂ ਮੌਕਾ ਮਿਲਿਆ 23 ਸਾਲਾਂ ਬਾਅਦ, ਮਿਲਣਾ ਚਾਹੀਦਾ ਹੈ। ਪੰਜਾਬ ਦੇ ਨੌਜਵਾਨ ਨੂੰ ਮਸਾਂ ਕਿਤੇ ਜਾ ਕੇ ਇਹ ਰੁਜ਼ਗਾਰ ਮਿਲਣ ਲੱਗਾ ਹੈ ਇੰਨੇ ਪੜ੍ਹੇ ਲਿਖੇ ਬੰਦਿਆਂ ਨੂੰ, ਤੇ ਉਹ ਅਸੀਂ ਉਹਦੇ ਹੱਕ ਚ 100%। ਪਰ ਅਸੀਂ ਇਹ ਚਾਹੁੰਦੇ ਹਾਂ ਕਿ ਹੁਣ ਜਿਵੇਂ ਰਾਤ ਸਟੇ ਹੋ ਗਿਆ 13 ਤਰੀਕ ਨੂੰ ਅਗਲੀ ਨੈਕਸਟ ਹੀਅਰਿੰਗ ਹੈ ਕੇਸ ਦੇ ਵਿੱਚ ਸਾਡੇ ਵੱਲੋਂ, ਬਾਕੀ ਜਿੰਨੇ ਵੀ ਜਿਹੜੇ ਮਹਾਵੀਰ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੇ ਜੱਜ ਸਾਹਿਬਾਨ ਨੇ, ਉਹਨਾਂ ਨੇ ਜਿਹੜਾ 20 ਤਰੀਕ ਦਿੱਤੀ ਹੋਈ ਆ ਇਹਦੇ ਨਾਲ ਰਿਲੇਟਡ ਸਾਰੇ ਕੇਸਾਂ ਦੀ, ਵੀ 20 ਦਸੰਬਰ ਨੂੰ ਸਾਰਿਆਂ ਦੀ ਹੀਅਰਿੰਗ ਆ, ਵੀ ਉੱਥੇ ਫਾਈਨਲ ਫੈਸਲਾ ਕਰਾਂਗੇ ਕਿ ਇਸ ਭਰਤੀ ਪ੍ਰਕਿਰਿਆ ਨੂੰ ਰੱਦ ਕਰਨਾ ਹੈ ਜਾਂ ਇਹਨੂੰ ਕਿਸ ਤਰ੍ਹਾਂ ਨਾਲ ਚਲਾਉਣਾ ਹੈ, ਜਾਂ ਗੱਲ ਸਹੀ ਹੈ ਜਾਂ ਗਲਤ ਹੈ। ਇਹ ਪਾਠ ਚੱਲਦਾ ਪਿਆ ਇੱਕ। ਪਰ ਇੱਕ ਕੇਸ ਦੇ ਵਿੱਚ ਰਾਤ ਸਟੇ ਹੋਈ ਹੈ ਜਿਹੜੀ 13 ਤਰੀਕ ਦੀ ਜਿਹਦੀ ਹੀਅਰਿੰਗ ਆ, ਇੱਕ ਦੀ ਸਾਡੀ 6 ਦਸੰਬਰ ਦੀ ਹੀਅਰਿੰਗ ਆ, ਤਾਂ ਇਹਦੇ ਨਾਲ ਰਿਲੇਟਡ ਮਤਲਬ ਹੁਣ 20 ਤਰੀਕ ਤੱਕ ਲਗਾਤਾਰ ਹੀ ਇੱਕ ਦਿਨ ਛੱਡ ਕੇ ਇਹਦੇ ਤੇ ਸਾਡੀਆਂ ਹੀਅਰਿੰਗ ਚੱਲ ਰਹੀਆਂ ਨੇ, ਤੇ ਪੂਰੇ ਪੰਜਾਬ ਵੱਲੋਂ ਕੇਸ ਕੀਤਾ ਜਾ ਰਿਹਾ। ਅਸੀਂ ਵੀ ਕੀਤੇ ਆ, ਸਾਡੇ ਵੱਲੋਂ ਵੀ 3-4 ਕੇਸ ਨੇ, ਪਰ ਪੂਰੇ ਪੰਜਾਬ ਦੇ ਵਰਗ ਵੱਲੋਂ ਜਿਹੜਾ ਪੜ੍ਹਿਆ ਲਿਖਿਆ ਉਹਨਾਂ ਵੱਲੋਂ ਇਹਦੇ ਤੇ ਕੇਸ ਆ। ਇੱਕ ਪਾਰਟ ਤਾਂ ਇਹ ਕੋਰਟ ਕੇਸ ਵਾਲਾ, ਹਾਲ ਦੀ ਘੜੀ ਤੇ ਰੋਕ ਲਾ ਦਿੱਤੀ ਗਈ ਹੈ 13 ਤਰੀਕ ਨੂੰ ਨੈਕਸਟ ਹੀਅਰਿੰਗ ਤੱਕ, ਤੇ 20 ਤਰੀਕ ਨੂੰ ਫਾਈਨਲ ਡਿਸੀਜਨ ਆ। ਤੇ ਜਿਹੜਾ ਪ੍ਰੋਟੈਸਟ ਵਾਲੀ ਗੱਲ ਆ, ਅਸੀਂ ਪ੍ਰੋਟੈਸਟ ਦੇ ਹਵਾਲੇ ਨਾਲ ਜਦੋਂ ਇਹ ਪੇਪਰ ਬਣਿਆ, ਜਦੋਂ ਇਹ ਪੇਪਰ ਆਇਆ, ਅਸੀਂ ਵਾਈਸ ਚਾਂਸਲਰ ਮਾਨਯੋਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਨੂੰ ਅਸੀਂ ਮਿਲੇ, ਵਾਈਸ ਚਾਂਸਲਰ ਸਾਹਿਬ ਨੂੰ ਅਸੀਂ ਜਾ ਕੇ ਸਾਰੀ ਗੱਲ ਦੱਸੀ ਜੀ, ਤੁਸੀਂ ਇੱਕ ਕੰਮ ਕਰੋ, ਜਿੰਨਾ ਪ੍ਰੋਫੈਸਰਾਂ ਤੋਂ ਤੁਸੀਂ ਸਵਾਲ ਬਣਵਾਏ ਨੇ, ਅਸੀਂ ਨਹੀਂ ਜਾਣਦੇ ਉਹ ਕੌਣ ਨੇ, ਤੁਸੀਂ ਜਾਣਦੇ ਹੋ ਵੀ ਉਹ ਕੌਣ ਨੇ, ਕਮੇਟੀ ਤੋਂ ਉਹਨਾਂ ਦੇ ਬਣਾਏ ਹੋਏ ਸਵਾਲ ਚੱਕ ਲਓ। ਇਹਨਾਂ ਨੇ ਇਹ ਕੀਤਾ ਸੀ ਕਿ 7-8 ਪ੍ਰੋਫੈਸਰ ਪੰਜਾਬੀ ਦੇ ਵਿਦਵਾਨ ਜਿਹੜੇ ਪੰਜਾਬ ਚੋਂ ਲੈ ਲਏ ਸੀ, ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਸਵਾਲ ਬਣਾ ਦਿਓ 100 ਜਾਂ 60, ਤਾਂ ਉਹਦੇ ਵਿੱਚੋਂ ਇਹਨਾਂ ਨੇ ਉਹਨਾਂ ਦੇ 10-10, 15-15 ਸਵਾਲ ਪੇਪਰ ਦੇ ਵਿੱਚ ਆਏ ਸੀ, ਠੀਕ ਹੈ ਜੀ। ਤਾਂ ਅਸੀਂ ਇਹਨਾਂ ਨੂੰ ਇਹ ਕਿਹਾ ਸੀ, ਵਾਈਸ ਚਾਂਸਲਰ ਸਾਹਿਬ ਨੂੰ ਅਸੀਂ ਮੰਗ ਪੱਤਰ ਵੀ ਦਿੱਤਾ, ਸਾਡੇ ਕੋਲ ਰਿਟਨ ਵਿੱਚ ਵੀ ਹੈਗਾ, ਕਿ ਤੁਸੀਂ ਘੱਟੋ ਘੱਟ ਜਿਨ੍ਹਾਂ ਪ੍ਰੋਫੈਸਰਾਂ ਨੇ ਸਵਾਲ ਬਣਾਏ ਆ, ਖਾਸ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ, ਬਾਕੀ ਬਾਹਰ ਦੇ ਬਾਰੇ ਤਾਂ ਬਾਅਦ ਦੀਆਂ ਗੱਲਾਂ ਨੇ, ਵੀ ਉਹਨਾਂ ਦੇ ਬਣਾਏ ਹੋਏ ਸਵਾਲ ਚੱਕ ਲਓ। ਅਸੀਂ ਤੁਹਾਨੂੰ ਉਹਨਾਂ ਦੇ ਵਿਦਿਆਰਥੀ ਜਿਹੜੇ ਮੈਰਿਟ ਵਿੱਚ ਆਏ ਆ, ਉਹਨਾਂ ਦੀਆਂ OMR ਸੀਟਾਂ ਚੱਕ ਲਓ, ਉੱਤਰ ਪੱਤਰੀਆਂ ਚੱਕ ਲਓ, ਤੇ ਤੁਸੀਂ ਮਿਲਾਨ ਕਰਕੇ ਵੇਖ ਲਓ ਵੀ ਬਾਕੀ ਸਾਰੇ ਜਿਹੜੇ 20 ਸਵਾਲ ਜਿਹੜੇ ਇਹਨਾਂ ਦੁਆਰਾ ਬਣਾਏ ਹੋਏ ਸਾਰੇ ਪੰਜਾਬ ਦੇ ਗਲਤ ਨੇ, ਸਿਰਫ ਉਹਨਾਂ ਦੇ ਸਟੂਡੈਂਟਾਂ ਦੇ ਸਹੀ ਹੋਣਗੇ। ਵਾਈਸ ਚਾਂਸਲਰ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ, ਮੈਂ ਇਨਕੁਆਇਰੀ ਕਰ ਰਿਹਾ ਹਾਂ, ਤੇ ਪਰ ਉਸ ਤੋਂ ਬਾਅਦ ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ। ਉਹ ਇਸ ਚੀਜ਼ ਨੂੰ ਠੰਡੇ ਬਸਤੇ 'ਚ ਪਾ ਕੇ ਚੁੱਪ ਕਰਕੇ ਬੈਠ ਗਏ ਤੇ ਆਪਣੇ ਅਗਲੇ ਕਾਰਵਾਈ ਚਲਾਉਣੀ ਜਿਹੜੀ ਸ਼ੁਰੂ ਕਰਤੀ। ਫਿਰ ਅਸੀਂ ਪ੍ਰਗਟ ਸਿੰਘ ਹੋਰੀ ਜਿਹੜੇ ਸਿੱਖਿਆ ਮੰਤਰੀ ਨੇ, ਉਹ ਆਏ, ਉਹ ਆਪਣੀ ਸਟੇਟਮੈਂਟ ਦੇ ਕੇ ਚਲੇ ਗਏ ਜੀ, ਤਾਂ ਕਲੀਨ ਚਿੱਟ ਹੈ ਜੀ, ਕੋਈ ਰੌਲਾ ਹੀ ਹੈ ਨਹੀਂ ਇਸ ਗੱਲ ਦਾ। ਅਸੀਂ ਫਿਰ ਵੀ ਕਿਹਾ ਸਾਰੇ ਦੀ ਇਨਕੁਆਇਰੀ ਕਰੋ, ਤੁਸੀਂ ਇਹਦੀ ਮਤਲਬ ਜਾਂਚ ਕਰਾਓ, ਵਿਜੀਲੈਂਸ ਪੱਧਰ ਦੀ, CBI ਪੱਧਰ ਦੀ ਜਾਂਚ ਕਰਾਓ, ਤੁਹਾਡੇ ਕੋਲ ਸਾਹਮਣੇ ਘੁਟਾਲਾ ਆ ਜਾਊਗਾ। ਕਿਉਂਕਿ ਰਵੀ ਸਿੱਧੂ ਦਾ ਜਿਹੜਾ ਘੁਟਾਲਾ ਆਇਆ ਸਾਡੇ ਕੋਲ, ਉਸ ਤੋਂ ਬਾਅਦ ਇਹ ਦੁਬਾਰਾ ਨਹੀਂ ਇਤਿਹਾਸ ਦੁਹਰਾਇਆ ਜਾਣਾ ਚਾਹੀਦਾ, ਪਰ ਇਹਨਾਂ ਦੁਹਰਾਇਆ ਵੀ ਇਹਦੀ ਜਾਂਚ ਕਰਾਓ। ਅਸੀਂ ਸਾਡੀ ਹੁਣ ਵੀ ਇਹੀ ਮੰਗ, ਅਸੀਂ ਜਾਂਚ ਕਰਾਵਾਂਗੇ, ਚਾਹੇ ਸਟੇ ਵੀ ਲੱਗ ਚੁੱਕਾ, ਚਾਹੇ ਕੁਛ ਵੀ ਹੋ ਚੁੱਕਾ। ਤੇ ਉਹਨਾਂ ਨੇ ਵੀ ਸਾਨੂੰ ਇਹ ਮਤਲਬ ਰੋਕ ਦਿੱਤਾ। ਫਿਰ ਸਾਡੇ ਨਾਲ ਅਸੀਂ ਜਿੰਨੇ ਵੀ ਵਿਰੋਧੀ ਧਿਰ ਹੈ ਜਾਂ ਜੋ ਵੀ ਪੰਜਾਬ 'ਚ ਅਸੀਂ ਸਟਰਗਲ ਕੀਤਾ, ਇੱਥੇ ਹੁਣ ਬੈਠੇ ਯੂਨੀਵਰਸਿਟੀ ਦੇ ਵਿੱਚ ਅਸੀਂ ਇਕੱਠੇ ਹੋਏ ਆ, ਸਾਰੇ ਸਾਡੇ ਸਾਥੀ ਪੂਰੇ ਪੰਜਾਬ 'ਚੋਂ ਜੁੜੇ ਹੋਏ ਨੇ,
ਤੇ ਅਸੀਂ ਇਹਨਾਂ ਨੂੰ ਅਲਟੀਮੇਟ ਦਿੱਤਾ ਕਿ ਤੁਸੀਂ ਥੋੜੇ ਸਮੇਂ 'ਚ ਜੇ ਇਹਦਾ ਨਾ ਹੱਲ ਕੀਤਾ ਅਸੀਂ ਪੰਜਾਬ ਦੀਆਂ ਸੜਕਾਂ ਵੀ ਜਾਮ ਕਰਾਂਗੇ, ਅਸੀਂ ਇਹਦਾ ਪੁਰਜ਼ੋਰ ਵਿਰੋਧ ਕਰਾਂਗੇ। ਬਾਕੀ ਜਿਹੜੀਆਂ ਵਿਰੋਧੀ ਧਿਰ ਆ ਉਹ ਵੀ ਇਹਦਾ ਵਿਰੋਧ ਕਰ ਰਹੀ ਹੈ ਕਿ ਸਰਕਾਰ ਦੀ ਇਹ ਜਿਹੜੀ ਆ ਮਤਲਬ ਜਿਹੜੀ ਭਰਤੀ ਪ੍ਰਕਿਰਿਆ ਉਹ ਸਹੀ ਨਹੀਂ ਆ। ਤੁਸੀਂ ਇਹ ਵੇਖੋ ਕਿ ਰਾਤ ਨੂੰ 12 ਵਜੇ 11 ਵਜੇ ਜੁਆਇਨਿੰਗ ਲੈਟਰ ਦਿੱਤੇ ਜਾ ਰਹੇ ਨੇ, ਚੋਰੀ ਕੈਂਡੀਡੇਟਸ ਨੂੰ ਬੁਲਾ ਕੇ ਘਰੋਂ ਵੀ ਆਜੋ ਭਾਈ ਤੁਸੀਂ ਜਲਦੀ ਆਪਦੇ ਜੁਆਇਨਿੰਗ ਲੈਟਰ ਲੈ ਜਾਓ ਜਲਦੀ। ਤੇ ਉਹ ਇੱਕ ਇੰਨੀ ਕਿਸ ਚੀਜ਼ ਦੀ ਕਾਹਲੀ ਹੈ ਵੀ ਇੱਕ ਦਿਨ 'ਚ 6 ਕੰਮ ਕੀਤੇ ਜਾ ਰਹੇ ਸਿਰਫ ਆਪਣੇ ਚਹੇਤਿਆਂ ਨੂੰ ਰੱਖਣ ਦੇ ਲਈ। ਇਹ ਮਸਲਾ ਬਣਦਾ ਸਾਰਾ। ਜੀ ਦੇਖੋ ਵਿਦਿਆ ਦਾ ਖੇਤਰ ਹੈ, ਵੈਸੇ ਤਾਂ ਪਾਰਸ਼ੈਲਿਟੀ ਪੱਖਪਾਤ ਹਰ ਖਿੱਤੇ 'ਚ ਵਧੀ ਜਾ ਰਿਹਾ, ਮੰਦਭਾਗਾ ਹੈ ਇਹ ਸਿਲਸਿਲਾ। ਪਰ ਦੇਖੋ ਪੋਸਟਾਂ ਵੀ ਖਾਲੀ ਨੇ, ਐਡਜਸਟਮੈਂਟ ਕੀਤੀ ਜਾ ਸਕਦੀ ਹੈ। ਤੇ ਕੀ ਰਣਨੀਤੀ ਹੁਣ ਤੁਹਾਡੀ ਕੋਰਟ ਤੋਂ ਬਾਅਦ ਬਾਕੀ ਪ੍ਰਦਰਸ਼ਨ ਦੀ ਕੀ ਰਣਨੀਤੀ, ਤੇ ਹੋਰ ਆਖਰ 'ਚ ਸਰੋਤਿਆਂ ਨੂੰ ਕੁਝ ਕਹਿਣਾ ਚਾਹੋ ਡਾਕਟਰ ਹਰਪ੍ਰੀਤ ਸਿੱਧੂ ਸਾਹਿਬ? ਹਾਂਜੀ ਸਰ ਸਾਡੀ ਰਣਨੀਤੀ ਹੈ ਕਿ ਹਾਲ ਦੀ ਘੜੀ ਸਟੇ ਅਸੀਂ ਕੋਰਟ ਵਿੱਚ ਤਾਂ ਇਹ ਕੇਸ ਲੜਨਾ ਹੀ ਲੜਨਾ। ਅਸੀਂ ਨਾਲ ਪੰਜਾਬ ਸਰਕਾਰ ਨੂੰ, ਵਿਜੀਲੈਂਸ ਨੂੰ, ਸਾਰਿਆਂ ਨੂੰ ਚਿੱਠੀਆਂ ਵਗੈਰਾ ਲੈਟਰ ਵਗੈਰਾ ਪਾ ਦਿੱਤੇ ਆ ਕਿ ਇਸ ਚੀਜ਼ ਦੀ ਜਾਂਚ ਕਰੋ। ਐਜੂਕੇਸ਼ਨ ਦੇ, ਹਾਇਰ ਐਜੂਕੇਸ਼ਨ ਦੇ ਮੁੱਦੇ ਦੇ ਵਿੱਚ ਜਾਂ ਹਾਇਰ ਐਜੂਕੇਸ਼ਨ ਪੱਧਰ ਤੇ ਇਸ ਤਰ੍ਹਾਂ ਦੀ ਧਾਂਦਲੀ ਨਹੀਂ ਹੋਣੀ ਚਾਹੀਦੀ, ਨਾ ਇਹ ਬਰਦਾਸ਼ਤ ਕਰਨ ਯੋਗ ਆ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਅਸੀਂ ਹੁਣ ਤੱਕ ਰੌਲਾ ਪਾਉਂਦੇ ਆ ਰਹੇ ਸੀ ਕਿ ਬਹੁਤ ਵਾਰੀ ਜਦੋਂ ਇੰਟਰਵਿਊ ਹੁੰਦੀ ਆ ਜਾਂ ਆਪਣੇ ਚਹੇਤਿਆਂ ਨੂੰ ਰੱਖ ਜਾਂਦੇ ਆ ਜਾਂ ਪਹਿਲਾਂ ਹੀ ਬੰਦਾ ਪਤਾ ਹੁੰਦਾ ਕਿ ਆਹ ਰੱਖਣਾ ਹੈ, ਉਹਦੀ ਖਾਤਰ ਇਹ ਪੋਸਟ ਕੱਢ ਦਿੰਦੇ ਨੇ ਤੇ ਜਾਣ ਕੇ ਲੋਕਾਂ ਤੋਂ ਫੀਸਾਂ ਭਰਾ ਕੇ ਅੱਧੇ ਲੋਕਾਂ ਨੂੰ ਇਹ ਮੂਰਖ ਬਣਾ ਕੇ ਮਤਲਬ ਆਪਣੇ ਬੰਦਿਆਂ ਨੂੰ ਸੈੱਟ ਕਰ ਜਾਂਦੇ ਆ। ਅਸੀਂ ਜਿਹੜੇ ਹੁਣ ਪੰਜਾਬ ਦਾ ਬੜਾ ਵਰਗ ਇਸ ਗੱਲ ਤੇ ਖੁਸ਼ ਸੀ ਵੀ ਚਲੋ ਵੀ ਸਾਡਾ ਜਿਹੜਾ ਪਹਿਲੀ ਵਾਰ ਇਮਾਨਦਾਰੀ ਨਾਲ ਕੰਮ ਤਾਂ ਹੋਵੇਗਾ, ਟੈਸਟ ਵਿੱਚ ਤਾਂ ਉਹੀ ਬੰਦਾ ਆਊਗਾ, ਚਲੋ ਜਿਹੜਾ ਪੜ੍ਹਨ ਲਿਖਣ ਵਾਲਾ ਆਊਗਾ, ਬੜਾ ਅੱਛੀ ਗੱਲ ਹੋ ਰਹੀ ਆ। ਚਲੋ ਹੁਣ ਅਸੀਂ ਜਿਹੜਾ ਇਹਨਾਂ ਦੇ ਆਪਦੇ ਬੰਦੇ ਰੱਖਣ ਦਾ ਪ੍ਰੋਸੈਸ ਹੈ ਵੀ ਉਹਦੇ ਤੋਂ ਬਚੇ, ਸਿਫਾਰਸ਼ਾਂ ਤੋਂ ਬਚੇ, ਕਿਉਂਕਿ ਇੰਟਰਵਿਊ ਕੋਈ ਨਹੀਂ ਹੈਗੀ। ਪਰ ਸਾਨੂੰ ਇਸ ਗੱਲ ਦੀ ਕੀ ਪਤਾ ਸੀ ਕਿ ਇਹ ਤਾਂ ਮਤਲਬ ਨਕਲ ਜਿਹੜੀ ਜਿਹਨੂੰ ਅਸੀਂ ਕਹਿੰਦੇ ਸਿੱਧੇ ਰੂਪ ਦੇ ਵਿੱਚ ਨਕਲ ਦਾ ਰੂਪ ਬਦਲਤਾ ਇਹਨਾਂ ਨੇ ਵੀ ਇਹ ਆਪਦੇ ਬੰਦਿਆਂ ਨੂੰ ਸੈੱਟ ਕਰਨ ਦੀ ਇੰਨੀ ਨੀਚ ਹਰਕਤ ਵੀ ਕਰ ਸਕਦੇ ਆ। ਅਧਿਆਪਕ ਦੇ ਰੁਤਬੇ ਤੇ ਇਹ ਲਾਹਨਤ ਕਿ ਉਹ ਆਪਣਾ ਪੇਪਰ ਬਣਾ ਕੇ ਪਹਿਲਾਂ ਹੀ ਦੱਸ ਦਿੰਦੇ ਆਪਦੇ ਵਿਦਿਆਰਥੀਆਂ ਨੂੰ। ਹਾਂਜੀ ਇੱਕ ਪੁਆਇੰਟ, ਜਿਵੇਂ ਪੇਪਰ ਲੀਕ ਦਾ ਰੌਲਾ ਪੈਂਦਾ ਹੈ, ਇੱਕ ਯੂਨੀਵਰਸਿਟੀ ਵਿਸ਼ੇਸ਼ ਤੋਂ ਪੰਜਾਬੀ ਯੂਨੀਵਰਸਿਟੀ ਤੋਂ, ਟੂ ਬੀ ਵੈਰੀ ਫਰੈਂਕ, 46 ਬੱਚੇ ਆ ਗਏ ਨੇ। ਦੂਸਰਿਆਂ ਕੋਲ ਕੀ ਉਹ ਬੁੱਧੀਜੀਵੀ ਨਹੀਂ ਹੈਗੇ ਜਾਂ ਉਹਨਾਂ ਕੋਲ ਨੌਲੇਜ ਨਹੀਂ? ਬਿਲਕੁਲ ਜੀ, ਮੈਂ ਕਹਿੰਦਾ ਕਿ ਸਰ ਮੈਂ ਤੁਹਾਡੀ ਕੀ ਇਹਦੇ 'ਚ ਜ਼ਿਆਦਾ ਗੈਰ ਜ਼ਿੰਮੇਵਾਰੀ ਸਰਕਾਰ ਨੇ ਲਾਪਰਵਾਹੀ ਨਿਭਾਈ ਹੈ ਜਾਂ ਜ਼ਿਆਦਾ ਲਾਹਾ ਕੁਝ ਪ੍ਰੋਫੈਸਰ ਖੱਟ ਗਏ ਆਪਣੇ ਨੇੜਲਿਆਂ ਨੂੰ? ਕੋਈ ਸ਼ੋਸ਼ਣ ਹੋਏਗਾ, ਮਾਨਸਿਕ ਸ਼ੋਸ਼ਣ, ਸਰੀਰਕ ਸ਼ੋਸ਼ਣ, ਬਹੁਤ ਕੁਝ ਹੁੰਦਾ ਆ ਯੂਨੀਵਰਸਿਟੀ PhDਆਂ ਬਦਲੇ ਬਹੁਤ ਕੁਝ ਹੁੰਦਾ, ਬੜਾ ਸ਼ੋਸ਼ਣ ਬੱਚਿਆਂ ਦਾ, ਮੁੰਡਿਆਂ ਕੁੜੀਆਂ ਦਾ ਹੁੰਦਾ। ਕੀ ਇਹਦੇ 'ਚ ਬਹੁਤਾ ਜ਼ਿੰਮੇਵਾਰ ਸਰਕਾਰ ਦੀ ਲਾਪਰਵਾਹੀ ਹੈ ਤੇ ਲਾਹਾ ਪ੍ਰੋਫੈਸਰ ਖੱਟ ਗਏ ਨੇ ਜਾਂ ਕੋਈ ਹੋਰ ਪੈਸੇ ਟਕੇ ਵਾਲਾ ਮਾਮਲਾ ਵੀ ਚੱਲਿਆ, ਜਾਂ ਫਿਰ ਇਹ ਹੈ ਕਿ ਆਪਣੇ ਨੇੜਲਿਆਂ ਨੂੰ ਇੱਕ ਲਗਾ ਜਾਂ ਪਿਆਰ ਜਾਂ ਨਿਉ ਨਾਲ ਜਾਂ ਉਹਨਾਂ ਦੇ ਭਲੇ ਲਈ ਦਿੱਤਾ ਗਿਆ ਇਹ ਪੇਪਰ ਲੀਕ ਦਾ ਸਕੈਂਡਲ ਹੈ, ਜਾਂ ਫਿਰ ਕੋਈ ਪੈਸਾ ਟਕਾ ਵੀ ਇਹਦੇ 'ਚ ਚੱਲਿਆ? ਜਾਂ ਸਰਕਾਰ ਜ਼ਿੰਮੇਵਾਰ ਹੈ ਜਾਂ ਅਧਿਆਪਕ ਜ਼ਿੰਮੇਵਾਰ ਨੇ, ਪ੍ਰੋਫੈਸਰ ਜ਼ਿੰਮੇਵਾਰ ਨੇ, ਵਿਦਵਾਨ ਬਦਵਾਨ ਜ਼ਿੰਮੇਵਾਰ ਨੇ? ਬਦਵਾਨ ਬਹੁਤੇ ਨੇ ਯੂਨੀਵਰਸਿਟੀ 'ਚ। ਹਾਂਜੀ ਉਹ ਬਦਵਾਨ ਬਿਲਕੁਲ ਜੀ। ਅੱਛਾ ਜੀ ਵੇਖੋ ਇਹਦੇ 'ਚ ਨਾ ਅਸੀਂ ਇਹ ਗੱਲ ਮੰਨਦੇ ਹਾਂ ਕਿ ਸਰਕਾਰ ਨੇ ਇਹ ਪੋਸਟਾਂ ਐਡਵਰਟਾਈਜ਼ ਕਰਦੀਆਂ। ਅਸੀਂ ਹੁਣ ਵਾਈਸ ਚਾਂਸਲਰ ਸਾਹਿਬ ਨੂੰ ਮਿਲੇ, ਉਹ ਕਹਿੰਦੇ ਕਿ ਮੇਰੇ ਵੱਲੋਂ 1% ਵੀ ਬੇਈਮਾਨੀ ਨਹੀਂ ਹੈ, ਚੈੱਕ ਕਰ ਸਕਦੇ ਹਾਂ, ਇਨਕੁਆਇਰੀ ਕਰਾ ਸਕਦੇ ਹਾਂ, ਪਰ ਮੈਂ ਕਿਸੇ ਬੰਦੇ ਦਾ ਭਰੋਸਾ ਨਹੀਂ ਲੈ ਸਕਦਾ ਵੀ ਕਿਸੇ ਬੰਦੇ ਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਇਹਨੇ ਪ੍ਰੋਫੈਸਰ ਨੇ ਪੇਪਰ ਬਣਾਇਆ ਤੇ ਉਹਨੇ ਆਪਦੇ ਬੱਚਿਆਂ ਨੂੰ ਨਾਂ ਦੱਸਿਆ ਹੋਵੇਗਾ ਵੀ ਮੈਂ ਕਿਸੇ ਬੰਦੇ ਦੀ ਪਰਸਨਲੀ ਮੈਂ ਕੋਈ ਮਤਲਬ ਉਹ ਨਹੀਂ ਲੈ ਸਕਦਾਗਾ ਵੀ ਜ਼ਿੰਮੇਵਾਰੀ। ਦੂਸਰੀ ਗੱਲ ਪ੍ਰਗਟ ਸਿੰਘ ਜੀ ਵੀ ਇਹ ਕਹਿੰਦੇ ਕਿ ਸਾਡੇ ਵੱਲੋਂ ਕੁਝ ਨਹੀਂ ਹੋਇਆ ਵੀ ਤੁਸੀਂ ਜਿੰਨੇ ਥੱਲੇ ਲੈਵਲ ਤੇ ਜੇ ਕੋਈ ਬੰਦੇ ਕਰਪਟ ਬੈਠੇ ਅਸੀਂ ਦੱਸੋ ਕੀ ਕਰੀਏ। ਹੁਣ ਇਹ ਵੀ ਇੱਕ ਸਟੇਟਮੈਂਟ ਲਾਪਰਵਾਹੀ ਵਾਲੀ ਆ ਕਿ ਮੈਨੂੰ ਇਹ ਲੱਗਦਾ ਕਿ ਇਹ ਸਰਕਾਰ ਦੇ ਲੈਵਲ ਤੇ ਤਾਂ ਉਹਨਾਂ ਨੇ ਭਰਤੀ ਪ੍ਰਕਿਰਿਆ ਤੇਜ਼ ਕੀਤੀ, ਚਲੋ ਅਸੀਂ ਕਹਿੰਦੇ ਵੀ ਮਸਾਂ ਪੋਸਟਾਂ ਆਈਆਂ, ਚਲੋ ਹੋ ਜਾਣਾ ਚਾਹੀਦਾ ਸੀ, ਏਦਾਂ ਹੀ ਹੋਣਾ ਸੀ ਕਿਉਂਕਿ ਦਿਨ ਥੋੜੇ ਰਹਿ ਗਏ ਸੀਗੇ। ਸਾਨੂੰ ਉਧਰੋਂ ਘੱਟ ਲੱਗਦਾ ਜ਼ਿਆਦਾ ਜਿਹੜਾ ਇਹ ਪ੍ਰੋਫੈਸਰਾਂ ਨੇ ਆਪਦੇ ਚਹੇਤਿਆਂ ਨਾਲ ਆਪਣੇ ਲਗਾਅ ਦੇ ਲਈ ਜਿਹੜੇ ਉਹਨਾਂ ਦੇ ਬਾਹਲੇ ਜ਼ਿਆਦਾ ਨਜ਼ਦੀਕੀ ਸੀਗੇ ਜਾਂ ਬਹੁਤ ਹੀ ਜ਼ਿਆਦਾ ਜਿਨ੍ਹਾਂ ਨਾਲ ਉਹਨਾਂ ਦਾ ਪਿਆਰ ਸੀ, ਉਹਨਾਂ ਨੂੰ ਸੈੱਟ ਕਰਨ ਦੇ ਲਈ ਜ਼ਿਆਦਾ ਕਰਪਸ਼ਨ ਇੱਥੋਂ ਹੋਈ ਆ। ਮਤਲਬ ਸਰਕਾਰ ਦੀ ਬਜਾਏ ਜ਼ਿਆਦਾ ਜਿਹੜਾ ਮਤਲਬ ਜੇ ਮੈਂ ਕਹਿਣਾ ਹੋਵੇ ਨਾ ਪੋਸਟਾਂ ਜੇ ਧਾਂਦਲੀ ਕੀਤੀ ਆ ਤਾਂ ਉਹ ਕੁਝ ਵਿਸ਼ੇਸ਼ ਵਰਗ ਦੇ ਪ੍ਰੋਫੈਸਰਾਂ ਦੁਆਰਾ ਹੀ ਕੀਤੀ ਗਈ ਆ ਤੇ ਉਹਦੇ ਪਿੱਛੇ ਮਤਲਬ ਪੈਸੇ ਵਾਲੀ ਜਿਹੜੀ ਤੁਸੀਂ ਗੱਲ ਕਰਦੇ ਉਹ ਸਾਨੂੰ ਘੱਟ ਲੱਗਦੀ ਹੈ ਕਿਉਂਕਿ ਯੂਨੀਵਰਸਿਟੀ ਵਿੱਚ ਜਿਹੜੇ ਬੰਦੇ ਨਾ ਪੈਸੇ ਪਿੱਛੇ ਘੱਟ ਜਾਂਦੇ ਆ, ਇਹ ਥੋੜਾ ਜਿਹਾ ਜ਼ਿਆਦਾ ਆਪਦੀ ਪਿਆਰ ਮੁਹੱਬਤ ਆਪਦੇ ਨਜ਼ਦੀਕੀਆਂ ਨੂੰ ਰੱਖਣ ਪਿੱਛੇ ਜ਼ਿਆਦਾ ਜਾਂਦੇ ਆ। ਹਾਂਜੀ ਤੇ ਇਹੀ ਕੁਝ ਹੋਇਆ। ਅੱਛਾ ਇੱਕ ਗੱਲ ਹੋਰ, ਜਿਹੜਾ ਦੇਖੋ ਪੇਪਰ ਸੈਟਰ ਤੋਂ ਗੜਬੜ ਹੋਈ ਹੈ
ਉਹ ਆਪਣੇ ਪੇਸ਼ੇ ਨਾਲ ਤੇ ਇਨਸਾਨੀਅਤ ਨਾਲ ਖਲਵਾੜ ਕਰ ਗਿਆ। ਜੇ ਤੁਸੀਂ ਉੱਥੇ ਕਿਸੇ ਆਪਣੇ ਪਿਆਰੇ ਸ਼ਿਸ਼ ਨੂੰ ਜ਼ਿਆਦਾ ਦੇ ਜਾਂਦੇ ਹੋ, ਦੂਸਰੇ ਨੂੰ ਘੱਟ ਦਿੰਦੇ ਹੋ ਜਾਂ ਦੂਸਰੇ ਨੂੰ ਦਰਕਨਾਰ ਕਰਦੇ ਹੋ, ਵੀ ਪਾਪ ਹੈ ਸਿੱਖਾਂ ਦੇ ਕਿਸੇ ਵੀ ਉਹਦੇ 'ਚ। ਇਹਦੇ 'ਚ ਜਿਹੜਾ ਪੈਟਰਨ ਸੀ ਕਿ ਜੇ ਯੂਨੀਵਰਸਿਟੀ ਪੰਜਾਬੀ ਨੇ ਜਾਂ ਗੁਰੂ ਨਾਨਕ ਨੇ ਕੰਡਕਟ ਕਰਾਇਆ ਐਗਜ਼ਾਮ, ਤਾਂ ਉਹਦਾ ਪੇਪਰ ਸੈਟਰ ਵੀ ਬਾਹਰੋਂ ਲਾਇਆ ਜਾ ਸਕਦਾ ਸੀ ਜਾਂ ਕੋਈ ਰਿਟਾਇਰਡ ਬੰਦੇ, ਕਿਉਂਕਿ ਜਿਹੜਾ ਬੰਦਾ ਇੱਕ ਪ੍ਰੋਫੈਸਰ, ਹੁਣ ਤੁਸੀਂ ਵੇਖੋ ਕਿ ਇੱਥੇ ਕਿੱਡੇ ਮਹਾਨ ਬੰਦੇ ਨੇ, ਸਾਡੇ ਦਾ ਪ੍ਰੋਫੈਸਰ ਹੈ ਨੇ ਆਪਣਾ ਰਿਟਾਇਰਡ ਨਰਿੰਦਰ ਸਿੰਘ ਕਪੂਰ, ਹੋਰ ਬੜੇ ਲੋਕ, ਉਹਨਾਂ ਲੋਕਾਂ ਤੋਂ ਪੇਪਰ ਸੈੱਟ ਕਰਾ ਲਿਆ ਜਾਂਦਾ ਬਜਾਏ ਕਿਸੇ ਕਰੰਟ ਜਿਹੜਾ ਜੌਬ 'ਚ ਹੈਡ ਹੈ ਜਾਂ ਹੋਰ ਹੈ ਉਹਦੇ ਨਾਲੋਂ। ਕੀ ਪੇਪਰ ਸੈਟਰ ਦਾ ਜਿਹੜਾ ਕ੍ਰਾਈਟੇਰੀਆ ਉਹ ਸਵਾਲ ਨਹੀਂ ਖੜੇ ਕਰਦਾ ਕਿ ਸਰਕਾਰ ਜਵਾਬ ਦੇਵੇ ਅਦਾਲਤ ਨੂੰ ਕਿ ਪੇਪਰ ਸੈਟਰ ਕੌਣ ਸੀਗਾ? ਅਜੇ ਤਾਂ ਵਰਦੀ ਤਾਂ ਸਾਰਿਆਂ ਨੂੰ ਪਤਾ ਕਿ ਕੌਣ ਸੀ। ਜੇ ਉਹ ਅਦਾਲਤ ਦੇ ਵਿੱਚ ਕੀ ਇਹ ਪੁਆਇੰਟ ਪੁੱਛਿਆ ਜਾਊਗਾ ਕਿ ਪੇਪਰ ਸੈਟਰ ਕੌਣ ਸੀ, ਜੇ ਪੇਪਰ ਸੈਟਰ ਹੈ ਤੇ ਉਹਦੇ ਹੀ ਬੱਚੇ ਜ਼ਿਆਦਾ ਆਏ ਨੇ ਤੇ ਫਿਰ ਕਲੀਅਰ ਹੋ ਜਾਂਦਾ ਕਿ ਇਹ ਵੀ ਇੱਕ ਰਿਸ਼ਵਤ ਹੈ, ਉਹਦੇ ਬੱਚੇ ਜਾਂ ਉਹਨਾਂ ਨੇ ਜ਼ਿਆਦਾ ਮਾਈਲੇਜ ਦਿੱਤੀ। ਪੇਪਰ ਸੈਟਰ ਤੇ ਕੀ ਸਵਾਲ ਖੜੇ ਹੁੰਦੇ ਨੇ, ਜਾਂ ਬਾਹਰਲਾ ਪੇਪਰ ਸੈਟਰ ਲਿਆ ਗਿਆ ਜਾਂ ਸਥਾਨਕ ਪੇਪਰ ਸੈਟਰ ਲਿਆ ਗਿਆ? ਇਹਦੇ ਬਾਰੇ ਦੱਸੋ ਜਰਾ। ਇਹ ਅਦਾਲਤ 'ਚ ਵੀ ਬਣੇਗੀ? ਬਿਲਕੁਲ ਟਵਾਣਾ ਸਾਹਿਬ, ਇਹ ਨਾ UGC ਦੇ ਵਿੱਚ ਆਉਂਦਾ ਹੈ ਕਿ ਜਿਹੜੀ ਯੂਨੀਵਰਸਿਟੀ ਪੇਪਰ ਕੰਡਕਟ ਕਰ ਰਹੀ ਹੁੰਦੀ ਨਾ, ਉਹ ਆਪਣੇ ਅੰਦਰੋਂ ਪੇਪਰ ਨਹੀਂ ਬਣਾ ਸਕਦੀ। ਇੱਕ ਰੂਲ ਹੈ ਕਿ ਉਹਨੇ ਜੇ ਪੇਪਰ ਬਣਾਉਣਾ ਉਹ ਬਾਹਰੋਂ ਬਣਾਉਣਾ। ਤੇ ਯੂਨੀਵਰਸਿਟੀ ਦੀ ਪਹਿਲੀ ਮਿਸਟੇਕ ਇਹ ਰਹੀ ਕਿ ਇਹਨਾਂ ਨੇ ਪੇਪਰ ਅੰਦਰੋਂ ਹੀ ਬਣਾ ਲਿਆ। ਮਤਲਬ ਇਹ ਕਲੀਅਰ ਹੋ ਗਿਆ ਕਿ ਪੇਪਰ ਸੈਟਰ ਅੰਦਰੋਂ ਨੇ, ਅੰਦਰੋਂ ਹੈ ਜੀ, ਅੰਦਰੋਂ ਹੀ ਇਹਨਾਂ ਨੇ ਬਣਾਇਆ। ਕਿਉਂਕਿ ਅਸੀਂ ਵਾਈਸ ਚਾਂਸਲਰ ਸਾਹਿਬ ਕੋਲ ਗਿਆ ਸੀ, ਉਹ ਕਹਿੰਦੇ ਸੀ ਅਸੀਂ ਆਪਣੀ ਯੂਨੀਵਰਸਿਟੀ ਦੇ 3 ਪ੍ਰੋਫੈਸਰ ਹੀ ਸੀਗੇ, ਮਤਲਬ 3 ਜਾਂ 2 ਕੁਐਸਚਨ ਏਦਾਂ ਗਿਣਤੀ ਬੋਲੀ ਵੀ ਬਾਹਰ ਦੇ ਜਾ ਰਹੇ ਨੇ। ਜਾਂ ਤੁਹਾਡੇ ਕੋਲ ਕੋਈ ਨਾਂ ਆਏ ਨੇ? ਨਹੀਂ, ਨਾਂ ਬਾਰੇ ਹਜੇ ਕਿਸੇ ਸਾਡੇ ਕੋਲ ਕਨਫਰਮ ਨਹੀਂ ਹੈਗਾ ਕਿ ਕਿਹੜੇ ਨਾਂ, ਕਿਉਂਕਿ ਕਮੇਟੀ ਹੈ ਜੀ, ਪ੍ਰਾਈਵੇਸੀ ਗੱਲ ਹੁੰਦੀ ਆ, ਠੀਕ ਹੈ ਨਾ। ਤੇ ਆਪਣੇ ਕੋਲ ਜਿੰਨਾ ਚਿਰ ਕੋਈ ਬੰਦੇ ਦਾ ਫੈਕਟ ਨਾ ਆਵੇ ਜਾਂ ਅਸੀਂ RT ਵਗੈਰਾ ਪਾਈ ਹੋਈ ਆ, ਪੰਜਾਬੀ ਡਿਪਾਰਟਮੈਂਟ ਦੇ ਪ੍ਰੋਫੈਸਰ ਨੇ ਤਿੰਨੋਂ ਹੀ। ਹਾਂ, ਤੇ ਬਹੁਤ ਜਲਦੀ ਅਸੀਂ, ਕਿਉਂਕਿ ਇੱਥੇ ਵੀ 2-3 ਡਿਪਾਰਟਮੈਂਟ ਨੇ ਨਾ ਪੰਜਾਬੀ। ਹਾਂਜੀ, ਡਿਪਾਰਟਮੈਂਟ ਚੋਂ ਮੈਨੂੰ ਇਹ ਕਹਿ ਰਹੇ ਸੀ ਕਿ ਸ਼ਾਇਦ ਪੰਜਾਬੀ ਡਿਪਾਰਟਮੈਂਟ ਚੋਂ 2 ਨੇ ਮਤਲਬ, ਪਰ ਅਸੀਂ ਨਾਂ ਸਾਡੇ ਕੋਲ ਕੋਈ ਅਜੇ ਤੱਕ ਆਏ ਆ ਕਿਉਂਕਿ ਅਸੀਂ RT ਵਗੈਰਾ ਪਾਈ, ਜਿੱਦਣ ਆ ਗਏ ਅਸੀਂ ਉਹਨਾਂ ਦੇ ਨਾਂ ਵੀ ਲਾਵਾਂਗੇ। ਯੂਨੀਵਰਸਿਟੀ ਕੋਲ ਤਾਂ ਡਾਟਾ ਹੈਗਾ ਨਾ, ਉਹਨਾਂ ਨੇ ਤਾਂ ਯੂਨੀਵਰਸਿਟੀ ਕੋਲ ਹੈਗਾ, ਵਾਈਸ ਚਾਂਸਲਰ ਕੋਲ ਹੈਗਾ। ਅਸੀਂ ਇਹੀ ਕਿਹਾ ਸੀ ਵਾਈਸ ਚਾਂਸਲਰ ਸਾਹਿਬ ਨੂੰ ਕਿ ਸਰ ਤੁਸੀਂ, ਤੁਹਾਨੂੰ ਤਾਂ ਬੰਦਿਆਂ ਦਾ ਪਤਾ ਨਾ, ਠੀਕ ਆ ਨਾ, ਵੀ ਤੁਹਾਡੇ ਕੋਲ ਤਾਂ ਆਹ ਬੰਦੇ ਹੈਗੇ ਆ ਨਾ, ਤੁਹਾਨੂੰ ਤਾਂ ਪਤਾ ਹੈ। ਕਿਉਂਕਿ ਤੁਸੀਂ ਇੱਕ ਚੀਜ਼ ਹੋਰ ਵੇਖੋ, ਉਹਨਾਂ ਚੋਂ ਨਾ ਜਿਹੜੇ ਉਹ ਮਤਲਬ ਪ੍ਰੋਫੈਸਰ ਨੇ, ਮਤਲਬ ਉਹ ਆਪ ਹੀ ਸ਼ੱਕ ਦੇ ਦਾਇਰੇ 'ਚ ਆ ਰਹੇ ਨੇ ਕਿ ਉਹ ਆਪਣੇ ਵਿਦਿਆਰਥੀਆਂ ਕੋਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਾ ਰਹੇ ਨੇ। ਯੂਨੀਵਰਸਿਟੀ 'ਚ ਬੰਦੇ ਆਪਦੇ ਵਿਦਿਆਰਥੀ ਇਕੱਠੇ ਕਰਾ ਰਹੇ ਨੇ, ਮਤਲਬ ਕਿ ਸਾਨੂੰ ਤਾਂ ਪਤਾ ਵੀ ਉਹ ਪ੍ਰੋਫੈਸਰ ਮਤਲਬ ਉਹਨਾਂ ਨੇ ਪੇਪਰ ਬਣਾਇਆ, ਅਸੀਂ ਤਾਂ ਜਾਣਦੇ ਵੀ ਨਹੀਂ। ਉਹ ਜਾਣਬੁੱਝ ਕੇ ਸਫਾਈਆਂ ਦੇਣ ਲੱਗੇ ਹੋਏ ਨੇ। ਕਿਉਂ ਬਈ? ਸਾਨੂੰ ਤਾਂ, ਅਸੀਂ ਤਾਂ ਜਾਣਦੇ ਨਹੀਂ ਕੌਣ ਨੇ ਉਹ, ਠੀਕ ਹੈ। ਇਸ ਤਰ੍ਹਾਂ ਦੇ ਬੜਾ ਵਰਗ ਜਿਹੜਾ ਲੱਗਾ ਹੋਇਆ, ਵੈਸੇ ਸਾਰੇ ਪੰਜਾਬ ਨੂੰ ਪਤਾ। ਹਾਂਜੀ, ਉਹਦੇ 'ਚ ਕੋਈ ਭੁਲੇਖਾ ਨਹੀਂ ਹੈ। ਤੁਸੀਂ RTI ਹੈ, RTI 'ਚ ਫਿਰ ਇਹਨਾਂ ਨੂੰ ਦੱਸਣਾ ਪਏਗਾ ਕੀ ਉਹਦੇ 'ਚ ਕੰਡੀਸ਼ਨਸ ਨੇ? ਦੇਖੋ ਜੀ, ਯੂਨੀਵਰਸਿਟੀ ਦੇ ਕੋਲ ਨਾ 2-3 ਚੀਜ਼ਾਂ ਹੁੰਦੀਆਂ। ਇੱਕ ਤਾਂ ਇਹ ਕਹਿ ਦਿੰਦੇ ਹੁੰਦੇ ਕਿ ਸਾਡੇ ਮਤਲਬ ਐਕਟ ਦੇ ਤਹਿਤ ਅਸੀਂ ਇਹ ਪ੍ਰਾਈਵੇਸੀ ਗੱਲ ਨਹੀਂ ਦੱਸ ਸਕਦੇ ਕਿ ਐਗਜ਼ਾਮੀਨਰ ਕੌਣ ਹੈ, ਇਹ ਵੀ ਇਹ ਸਾਨੂੰ ਮਤਲਬ ਟਾਲਾ ਵੱਟ ਸਕਦੇ ਆ। ਪਰ ਜਦੋਂ ਅਸੀਂ ਹਾਈ ਕੋਰਟ ਦੇ ਜ਼ਰੀਏ RTI ਪਾਵਾਂਗੇ, ਅਸੀਂ ਉਧਰੋਂ ਪਾਈ ਹੋਈ ਆ, ਹਾਈ ਕੋਰਟ ਦੇ ਜ਼ਰੀਏ ਜਦੋਂ ਕੋਰਟ ਇਹਨਾਂ ਤੋਂ ਮੰਗੇਗੀ ਤਾਂ ਫਿਰ ਇਹਨਾਂ ਨੂੰ ਦੱਸਣਾ ਹੀ ਪੈਂਦਾ ਹੁੰਦਾ ਕਿ ਕਿਹੜੇ ਪ੍ਰੋਫੈਸਰ ਕੀ ਤੇ ਕੌਣ ਕੀ ਰੁਤਬੇ। ਜਦੋਂ ਪੁਆਇੰਟ ਹੋ ਗਿਆ ਨਾ ਕਿ ਇੱਕ ਧਿਰ ਦੇ ਬੰਦੇ ਜ਼ਿਆਦਾ ਹੋਏ ਨੇ ਤੇ ਪੇਪਰ ਸੈਟਰ ਦਾ ਉੱਥੇ ਕੋਈ ਨੈਕਸਸ ਨੇ, ਤੇ ਉੱਥੇ ਹਾਈ ਕੋਰਟ ਤਾਂ ਫਿਰ ਇਹਨਾਂ ਨੂੰ ਜਵਾਬ ਦੇਣਾ ਪਏਗਾ ਨਾ। ਬਿਲਕੁਲ ਜੀ, ਦੇਣਾ ਪਏਗਾ। ਸੀ ਹਾਈ ਕੋਰਟ ਵਿੱਚ ਪ੍ਰੋਪਰ ਲਾਇਆ ਹੋਇਆ ਕਿ ਤੁਸੀਂ ਇਹਦੀ ਇਨਕੁਆਇਰੀ ਕਰਾਓ, ਤੁਹਾਡੇ ਕੋਲ ਆਪਣੇ ਆਪ ਤੱਥ ਸਮਝ ਕੇ। ਇਹ ਵੇਖੋ, ਇਹ ਵਾਈਸ ਚਾਂਸਲਰ ਸਾਹਿਬ ਖੁਦ ਵੀ ਕਰਨ ਨਾ, ਤਾਂ ਉਹਦੇ ਵਿੱਚ ਵੀ ਉਹਨਾਂ ਕੋਲ ਫੈਕਟ ਜਿਹੜੇ ਉਹ ਸਾਹਮਣੇ ਆ ਜਾਣਗੇ ਜੇ ਉਹ ਖੁਦ ਇਹਦੇ ਵਿੱਚ ਇਨੀਸ਼ੀਏਟਿਵ ਲੈਣ ਕਿ ਲਿਆਓ ਭਾਈ, ਮੈਂ ਜਿਹੜੇ ਬੰਦਿਆਂ ਤੋਂ ਪੇਪਰ ਬਣਾਇਆ, ਮੈਂ ਉਹਨਾਂ ਨੂੰ 1-2 ਮਤਲਬ ਮੈਸੇਜ ਵੀ ਵਿਖਾ ਕੇ ਆਇਆ ਸੀ ਜਿਹੜੇ ਮੈਨੂੰ ਉਸ ਤੋਂ ਬਾਅਦ ਆਏ ਨੇ ਧਮਕੀ ਭਰੇ, ਜਾਂ ਮੇਰੇ ਤੇ ਜਦੋਂ ਮੈਂ ਵੀਡੀਓ ਪਾਈ ਸੀ ਕਿ ਇਸ ਤਰ੍ਹਾਂ ਇਹਨਾਂ ਨੇ ਕੀਤਾ ਹੈ, ਮੈਂ ਵਾਈਸ ਸਾਹਿਬ ਨੂੰ ਵਿਖਾ ਕੇ ਆਇਆ। ਮੈਂ ਕਿਹਾ ਸਾਰਾ ਵੇਖੋ ਵੀ ਅਸੀਂ ਤਾਂ ਜਾਣਦੇ ਨਹੀਂ ਇਹ ਬੰਦੇ ਪੇਪਰ ਸੈਟਰ ਹਨ ਕਿ ਨਹੀਂ, ਵੀ ਇਹਨਾਂ ਵੱਲੋਂ ਮੈਨੂੰ ਮੈਸੇਜ ਆਉਣਾ ਵੀ ਇਹ ਗਲਤ ਗੱਲ ਹੈ। ਨਹੀਂ, ਤੁਹਾਡੇ ਕਿਸੇ ਪ੍ਰੋਫੈਸਰ ਵੱਲੋਂ ਤੁਹਾਨੂੰ ਆਇਆ ਪਰਸਨਲ ਮੈਸੇਜ? ਹਾਂ, ਪ੍ਰੋਫੈਸਰ ਵੱਲੋਂ ਹੀ ਕੁਝ ਆਏ ਸੀ, ਠੀਕ ਹੈ ਨਾ। ਪ੍ਰੋਫੈਸਰ ਵੱਲੋਂ ਆਇਆ, ਤੁਸੀਂ ਜਿਸ ਤਰ੍ਹਾਂ ਅਸੀਂ ਉਹਦਾ ਮਤਲਬ ਹਾਲ ਦੀ ਘੜੀ ਸੀ ਜਨਤਕ ਨਹੀਂ ਕਰਦਾ ਮੈਂ ਇਸ ਚੀਜ਼ ਨੂੰ, ਸਿਰਫ ਮੈਂ ਇਹ ਸੋਚਦਾ ਕਿ ਚਲੋ ਮੈਂ ਪੰਜਾਬੀ ਡਿਪਾਰਟਮੈਂਟ ਪੜ੍ਹਿਆ, ਮੈਂ ਇੰਨਾ ਕੁ ਮਤਲਬ ਉਹਨਾਂ ਦਾ ਕਿਸ ਪੱਧਰ ਦਾ ਪੰਜਾਬੀ ਡਿਪਾਰਟਮੈਂਟ ਦੇ ਸੀ ਜਿਨ੍ਹਾਂ ਨੇ ਤੁਹਾਨੂੰ ਧਮਕੀ ਦਿੱਤੀ? ਹਾਂਜੀ ਡਿਪਾਰਟਮੈਂਟ ਚੋਂ, ਠੀਕ ਹੈ ਜੀ। ਜੋ ਕਹਿ ਰਹੇ ਕਿ ਕੋਈ ਗੱਲ ਜਾਂ ਜ਼ਿਆਦਾ ਨੇ ਧਮਕੀ ਦੇਣ ਵਾਲੇ, ਮਤਲਬ ਉਹਦੇ ਚ ਸੀ ਕਿ ਤੁਸੀਂ ਬਹੁਤ ਵਧੀਆ ਤੂੰ ਵੀਡੀਓ ਪਾਈ ਹੈ, ਤੇਰੀ ਵੰਡਰਫੁਲ ਵੀਡੀਓ ਸਵੇਰੇ ਵੇਖੀ ਅੱਜ, ਤੇ ਮੈਂ ਇਸ ਚੀਜ਼ ਨੂੰ ਨੋਟ ਕਰ ਲਿਆ ਹੈ, ਹੈਨਾ। ਓਕੇ, ਨੋਟ ਕਰ ਲਿਆ। ਅੱਛਾ, ਰਿਟਨ ਮੈਸੇਜ ਦਿੱਤਾ ਤੁਹਾਨੂੰ? ਹਾਂਜੀ, ਰਿਟਨ ਮੈਸੇਜ ਪਾਇਆ ਤੁਹਾਨੂੰ? ਹਾਂਜੀ, ਬਿਲਕੁਲ ਜੀ, ਰਿਟਨ ਜੀ, ਠੀਕ ਹੈ। ਥ੍ਰੈਟ ਹੀ ਹੈ ਕਿ ਵੀ ਨੋਟ ਕਰ ਲਿਆ? ਹਾਂ, ਵੀ ਮੈਂ ਨੋਟ ਕਰ ਲਿਆ ਹੈ, ਮਤਲਬ ਵੀ ਅੱਗੇ ਕੋਈ ਗੱਲ ਨਹੀਂ, ਭਰਤੀਆਂ ਆਉਣੀਆਂ ਨੇ, ਬੜਾ ਕੁਝ ਆਉਣਾ, ਫਿਰ ਅਸੀਂ ਦੇਖਾਂਗੇ। ਮਤਲਬ ਸਿੱਧਾ ਭਾਵ ਹੋ ਗਿਆ ਵੀ ਤੈਨੂੰ ਨੌਕਰੀ ਨਾ ਦਿਓ, ਨੌਕਰੀ ਸਾਡੇ ਕਿਹੜਾ ਜੀ, ਅਸੀਂ ਇਮਾਨ ਦੀ ਸੱਚ ਦੀ ਲੜਾਈ ਲੜਦੇ ਆ। ਮੈਂ ਖੁਦ PhD ਕੀਤੀ ਹੈ, ਡਿਪਾਰਟਮੈਂਟ ਚੋਂ ਕੀਤੀ ਹੈ,
ਮੇਰੀਆਂ ਖੁਦ ਦੀਆਂ 4 ਕਿਤਾਬਾਂ ਆਈਆਂ ਨੇ। ਤੇ PhD ਤੁਹਾਡੀ ਕਿਹਨਾਂ ਕੋਲ ਗਾਈਡ ਕੌਣ ਸੀ ਤੁਹਾਡੇ, ਕਿਹੜਾ? ਮੇਰੇ ਡਾਕਟਰ ਜਸਵਿੰਦਰ ਸਿੰਘ ਜੀ ਹੋਰਾਂ ਨਾਲ PhD ਹੈ ਜੀ, ਉਹ ਰਿਟਾਇਰ ਹੋ ਚੁੱਕੇ ਨੇ, ਸੀਨੀਅਰ ਪ੍ਰੋਫੈਸਰ ਨੇ। ਹਾਂਜੀ ਓਕੇ, ਅੱਛਾ ਹਾਂਜੀ, ਮੈਥਪੁਰ ਵਾਲੇ, ਮਾਤਲੋਕ ਵਾਲੇ, ਤੇ ਉਹ ਬਹੁਤ ਅੱਛਾ ਸਨ ਡਾਕਟਰ ਧਨਵੰਤ। ਹਾਂ, ਬੜੇ ਵਧੀਆ ਬੰਦੇ। ਹਾਂਜੀ ਜੀ ਮੇਰੀ ਉਹਨਾਂ ਨਾਲ PhD ਆ, ਤੇ ਉਹ ਰਿਟਾਇਰ ਹੋ ਚੁੱਕੇ ਨੇ। ਤੇ ਅਸੀਂ ਸਾਰੇ ਹੀ ਮਤਲਬ ਜਿੰਨੇ ਬੰਦੇ ਆ ਮਤਲਬ ਪੜ੍ਹਨ ਲਿਖਣ ਵਾਲੇ ਅਸੀਂ ਜੁੜੇ ਹੋਏ ਆ। ਹੁਣ ਵੀ ਅਸੀਂ ਲਗਾਤਾਰ, ਮੇਰਾ ਇੰਸਟੀਚਿਊਟ ਵੀ ਹੈ ਇੱਥੇ ਆਪਣਾ ਯੂਨੀਵਰਸਿਟੀ ਸਾਹਮਣੇ, ਤੇ ਮੈਂ ਪੜ੍ਹਾਉਣਾ। ਪੂਰੇ ਪੰਜਾਬ ਵਿੱਚੋਂ ਮੇਰੇ ਪੜ੍ਹੇ ਬੱਚੇ ਟੌਪ ਕਰਦੇ ਆ। ਲੇਟੈਸਟ ਬਾਰਡਰ ਏਰੀਆ ਦੀਆਂ ਪੋਸਟਾਂ ਆਈਆਂ ਸੀ ਸਰਕਾਰੀ ਸਕੂਲ ਟੀਚਰਾਂ ਦੀਆਂ, ਉਹਦੇ ਚ ਮਤਲਬ ਜਸਵੀਰ ਕੌਰ ਨਾਂ ਦੀ ਲੜਕੀ 133 ਨੰਬਰ ਲੈ ਆਏ ਨੇ 150 ਚੋਂ। ਮੇਰੀ ਸਟੂਡੈਂਟ ਆ ਜਿਹਨੇ ਪੂਰੇ ਪੰਜਾਬ ਚੋਂ ਟੌਪ ਕੀਤਾ, ਤੇ 16 ਵਿੱਚ ਮੇਰੇ ਸਟੂਡੈਂਟ ਨੇ ਟੌਪ ਕੀਤਾ। तो मेरे पढ़ाए हुए बच्चे टॉप तो लिटरली ना आले दुआले बहुत सारे बंदे मेरे ते अक सी भी ये बंदा टॉप करूगा भी 11 साल का फैक्टड मतलब जिन्हों असीं कहने तथगत इहदा तजर्बा है भी इहनूं तथ बहुत याद ने भी इस तरह के पेपरां च ऑब्जेक्टिव टाइप च तथ ज्यादा जिहड़े मतलब सिद्धांत दे नाल तथ ज्यादा जिहड़ा काम करदे ने पर इन्हां ने बनतर जदों बनाई वो सारा कुछ ही मतलब उल्ट फुलट ही फेर बदल कर दिता। हाँ जी हाँ जी वेरी गुड सिद्धू साहब, मैं तुहाडा फेसबुक प्रोफाइल नहीं वेखिया वैसे। हाँ जी हाँ जी खैर जरूर साझा कर दो साडे उत्ते वाल ते ना कमेंट कर दो, लिंक भेज दो तुहाडा प्रोफाइल। थैंक यू। ठीक है जी। बाकी मेरा कि जिन्हां दा हक खोया गया उन्हां नूं हक मिले। चलो बाकी जिहड़े बच्चे अपॉइंट हो गए ने उन्हां दा भी रोजगार ना जावे। हाँ जी हाँ जी ते ये उम्मीद करदे हां सरकार इस ते होर क्योंकि पोस्टां तां ऑलरेडी खाली ने। बिल्कुल जी बिल्कुल। असीं कदी नहीं चाहुंदे कि भर्ती रद्द होवे, बड़े सालां बाद आई आ। बहुत पंजाब दे जिहड़े पढ़े लिखे वर्ग भी इहदे च आया जिन्हां ने मेहनत कीती वो आउणे चाहीदे ने सर, उन्हां नाल धक्का नहीं होना चाहिदा। कुछ बंदियां करके जिन्हां ने कीता उन्हां नूं सजा मिले। बाकी ये प्रक्रिया सिरे चढ़े इहदे च जिहड़े बंदे पढ़ के बेचारे मेहनत करके आए आ जिहड़े 10-10 सालां दे बैठे सारे ही सब नूं नौकरी मिलनी चाहिदी है। असीं इस हक दे विच मैं गल दा दावा मतलब करदा जी। डॉक्टर हरप्रीत सिद्धू जी बहुत बहुत धन्यवाद तुहाडा। कोई अपना संपर्क नंबर देना चाहो, कोई फेसबुक कॉन्टैक्ट तुहाडे इंस्टीट्यूट दे बारे जां तुसीं देना चाहो तो दे सकते हो। हाँ जी मेरा नाम जी डॉक्टर हरप्रीत सिंह है ते आगाज क्लासेस मेरा इंस्टीट्यूट है जी। यूट्यूब के उपर पेज है मेरा हरप्रीत सिद्धू आगाज क्लासेस, उत्थों मेरे तुसीं लैक्चर सुन सकते हो। मैं लॉन जाइन्स अरस्तू प्लेटो जिन्ने भी बंदे भाई वीर सिंह प्रोफैसर पूर्ण सिंह सारे लैक्चर उत्थे पए तुसीं सुन सकते। तुहानूं अपने आप पता लग जूगा कि मैं किन्ना को मतलब ਉਹਦੇ ਵਿੱਚ जुड़िया होया। तो मेरा कॉन्टैक्ट नंबर हैगा 9815011156 मतलब 9815011156। मेहरबानी थैंक यू सिद्धू साहब, थैंक यू, मेहरबानी मेहरबानी। सो विद्याक अदारियां दे विच बहुत कुछ गैर जिम्मेवाराना हो रहा ते ਉਹਦੇ ਚ ਰਿਸ਼ਵਤ ਦੇਖੋ ਪੰਜਾਬ ਦੇ ਵਿੱਚ ਨਾ ਇਸ ਵਕਤ ਰੱਜੇ ਪੁੱਜੇ ਲੋਕਾਂ ਦੀ ਰਿਸ਼ਵਤ ਦਾ ਪੈਟਰਨ ਬਦਲ ਗਿਆ। ਪੈਸਿਆਂ ਦੀ ਰਿਸ਼ਵਤ ਨਹੀਂ, ਦੇਹਾਂ ਦੀ ਰਿਸ਼ਵਤ ਚੱਲਦੀ ਹੈ। ਇਹ ਤੁਸੀਂ ਵੇਖੋ ਕਿ ਜਲੰਧਰ ਦੇ ਵਿੱਚ ਇੱਕ ਪ੍ਰਿੰਸੀਪਲ ਦਾ ਮਰਡਰ ਹੁੰਦਾ ਹੈ ਵਿਮਨ ਕਾਲਜ ਦੀ ਦਾ, ਤੇ ਉਦੋਂ ਵੀ ਤਾਰਾਂ ਹਿੱਲੀਆਂ ਸੀ। ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੜਾ ਕੇਸ ਚੱਲਿਆ ਸੀ, ਸਾਰੂ ਰਾਣਾ ਕੇਸ, ਜਸਵੀਰ ਸਿੰਘ ਆਹਲੂਵਾਲੀਆ ਦੇ ਵਕਤ। ਵੈਸੇ ਵੀ ਗਾਹੇ ਬਗਾਹੇ ਮਤਲਬ ਕਣਕ ਦੇ ਥੈਲੇ ਤੱਕ ਵੀ ਮੰਗਾ ਲੈਂਦੇ ਆ PhDਆਂ ਵਾਲੇ। ਇਹ ਹਾਲਾਤ ਹੋ ਗਏ ਨੇ। ਇਹ ਸਾਡੇ ਫਿਤਰਤ ਰਹੀ ਆ। ਹੁਣ ਸਾਡੇ ਤੇ ਦਰੋਣਾਚਾਰੀਆ ਅਰਜਨ ਅਵਾਰਡ ਦਿੱਤਾ ਜਾਂਦਾ, ਦਰੋਣਾਚਾਰੀਆ ਅਵਾਰਡ ਦਿੱਤਾ ਜਾਂਦਾ, ਪਰ ਦਰੋਣਾਚਾਰੀਆ ਇੱਕ ਲਵਿਆ ਦੇ ਅੰਗੂਠੇ ਵਢਾਉਂਦਾ ਹੈ ਨਾ। ਦੋਸ਼ ਇਹੀ ਕਿ ਉਹਦਾ ਨਲਾਇਕ ਜਿਹੜਾ ਸ਼ਿਸ਼ ਹੈ ਉਹ ਲਾਇਕ ਬਣੇ, ਜਿਹੜਾ ਲਾਇਕ ਹੈ ਉਹ ਨਲਾਇਕ ਬਣੇ। ਜੇ ਇੱਕ ਲਵਿਆ ਦਰੋਣਾਚਾਰੀਆ ਦੀ ਮੂਰਤੀ ਬਣਾ ਕੇ ਉਹਨੂੰ ਇਸਤ ਧਾਰ ਕੇ ਆਪਣੇ ਆਪ ਸਿੱਖਦਾ ਤੇ ਫਿਰ ਦਰੋਣਾਚਾਰੀਆ ਆਪਣੇ ਕਰਨ ਅਰਜਨ ਨੂੰ ਅੱਗੇ ਲਿਆਉਣ ਦੇ ਵਾਸਤੇ ਫਿਰ ਉਹਦਾ ਅੰਗੂਠਾ ਕਟਵਾ ਲੈਂਦਾ। ਅੱਜ ਵੀ ਇਕਲਵਿਆ ਦੇ ਵਾਰਸ ਤੀਰ ਅੰਦਾਜ਼ੀ ਦੇ ਵਕਤ ਆਪਣਾ ਅੰਗੂਠਾ ਨਹੀਂ ਵਰਤਦੇ। ਇੰਨਾ ਸਮਰਪਣ ਹੈ ਜਾਂ ਇੰਨਾ ਸ਼ਰਧਾ ਉਲੂਪਣਾ ਕਿ ਸਾਡਾ ਅੰਗੂਠਾ ਕਟਵਾ ਲਿਆ ਸੀ, ਪਰ ਤੀਰ ਅੰਦਾਜ਼ੀ 'ਚ ਤੁਸੀਂ ਲਿੰਬਾਰਾਮ ਵੇਖੋ ਜਾਂ ਹੋਰ ਵੇਖੋ। ਸੋ ਅਫਸੋਸ ਕਿ ਅਸੀਂ ਫਿਰ ਦਰੋਣਾਚਾਰੀਆ ਗੁਰੂ ਹੈ ਨਾ, ਗੁਰੂਗ੍ਰਾਮ ਗੁੜਗਾਉਂ ਤੋਂ ਗੁਰੂਗ੍ਰਾਮ। ਇੱਥੇ ਸਵਾਲ ਖੜਾ ਪੈਂਦਾ ਨਾ ਸਾਡੇ ਗੁਰੂ ਪ੍ਰਣਾਲੀ ਤੇ, ਗੁਰੂ ਸ਼ਿਸ਼ ਪ੍ਰਣਾਲੀ ਤੇ ਹੈ ਨਾ। ਹਾਲਾਂਕਿ ਗੁਰੂ ਹੈ ਜਿਹੜਾ ਉਹ ਰੱਬ ਨਾਲੋਂ ਵੱਡਾ ਹੁੰਦਾ ਜਿਹੜਾ ਤੁਹਾਨੂੰ ਗੁਰੂ ਨਾਲ ਜੋੜਦਾ, ਜਿਵੇਂ ਕਬੀਰ ਸਾਹਿਬ ਦੇ ਦੋਹੇ ਵੀ ਨੇ। ਪਰ ਅਫਸੋਸ ਕਿ ਗੁਰੂ ਗੰਢਾਲ ਹੁੰਦੇ ਨੇ ਕਈ ਲੋਕ। ਸਵਾਗਤ ਤੁਹਾਡਾ, ਵੈਲਕਮ ਜੀ। ਹੈਲੋ ਸਤਿ ਸ਼੍ਰੀ ਅਕਾਲ। ਸੌਰੀ ਰਜਿੰਦਰ ਸਿੰਘ ਹੋਰਾਂ ਦੀ ਕਾਲ ਹੋਲਡ ਤੇ ਜਾ ਰਹੀ ਹੈ, ਹੋਲਡ ਰੱਖਣਾ ਪਲੀਜ਼। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਸਾਡੇ ਸਪਾਂਸਰ ਦਾ ਧੰਨਵਾਦ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 9:30 ਵਜੇ ਤੱਕ
ਪਟਿਆਲਾ ਸਟੂਡੀਓ ਤੋਂ ਤੁਸੀਂ ਜੁੜ ਸਕਦੇ ਹੋ ਮੇਰੇ ਨਾਲ ਪਰਮਿੰਦਰ ਸਿੰਘ ਟਿਵਾਣਾ ਨਾਲ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਤੇ ਸਾਡਾ ਖਬਰਾਂ ਦਾ ਬੁਲੇਟਿਨ ਤੇ ਪ੍ਰੋਗਰਾਮ ਦਾ ਲਿੰਕ YouTube ਤੇ ਮੰਗਵਾਉਣਾ ਤਾਂ ਉਸ ਦੇ ਵਾਸਤੇ ਆਪਣਾ WhatsApp ਗਰੁੱਪ ਨੰਬਰ ਹੈ 9876309655 9876309655 ਇੰਡੀਆ ਸਟੂਡੀਓ ਦਾ ਨੰਬਰ ਹੈ ਤੇ ਸਾਡੇ ਪ੍ਰੋਗਰਾਮ ਤੁਸੀਂ ਸਾਡੀ ਵੈਬਸਾਈਟ tiwanaradio.com ਤੇ ਸੁਣ ਸਕਦੇ ਹੋ ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਤੇ ਲਿੰਕ ਮਿਲਣਗੇ ਐਪਸ ਸਾਡੀਆਂ ਇੰਸਟਾਲ ਕਰੋ ਬਹੁਤ ਬਿਹਤਰ ਕੁਆਲਿਟੀ ਹੈ ਸੁਣਨ ਦੇ ਵਾਸਤੇ ਤੇ ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਤੇ ਲਾਈਵ ਹੁੰਨੇ ਆ ਉਹ ਲਿੰਕ ਲਾਈਵ ਦੇ ਤੁਸੀਂ ਮੰਗਾ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਬੈਲ ਆਈਕਨ ਦਬਾਵੋ ਲਾਈਕ ਕਰੋ ਤੇ ਸਾਡੇ ਅਮਰੀਕਾ ਦੇ ਵਿੱਚ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਸਾਡਾ ਕਾਲ ਟੂ ਲਿਸਨ ਨੰਬਰ ਹੈ ਪੂਰੇ ਅਮਰੀਕਾ ਦੇ ਵਿੱਚ ਉਹ ਨੰਬਰ ਹੈ ਕਾਲ ਟੂ ਲਿਸਨ 667-930-9260 ਉਸ ਨੰਬਰ ਤੇ ਡਾਇਲ ਕਰਕੇ ਸਾਡੇ ਪ੍ਰੋਗਰਾਮ ਪੂਰੇ ਅਮਰੀਕਾ ਦੇ ਵਿੱਚ ਸੁਣੇ ਜਾ ਸਕਦੇ ਆ ਸੋਮਵਾਰ ਤੋਂ ਸ਼ਨੀਵਾਰ ਭਾਰਤੀ ਸਮਾਂ ਸਵੇਰੇ 7 ਤੋਂ 9 ਤੇ ਸ਼ਾਮ ਨੂੰ 7:30 ਤੋਂ 9:30 ਤੇ ਨਾਲ ਰੋਜ਼ਾਨਾ ਖਬਰਾਂ 10-15 ਮਿੰਟ ਦਾ ਬੁਲੇਟਿਨ ਤੁਸੀਂ ਸੁਣ ਸਕਦੇ ਹੋ ਟਿਵਾਣਾ ਰੇਡੀਓ ਤੇ ਰਜਿੰਦਰ ਭਾਜੀ ਸਵਾਗਤ ਹੈ ਤੁਹਾਡਾ ਵੈਲਕਮ ਜੀਰਾ ਜੀ ਜੀ ਰਜਿੰਦਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਦਿਨ ਹੋ ਗਿਆ ਜੀ ਰੋਜ਼ ਪ੍ਰੋਗਰਾਮ ਤੁਹਾਡਾ ਸੁਣੀਦਾ ਬਹੁਤ ਵਧੀਆ ਲੱਗਦਾ ਜੀ ਤੇ ਅੱਜ ਮੈਂ ਸੋਚਿਆ ਚਲੋ ਜੀਰੇ ਵਾਲਿਆਂ ਦਾ ਨਾਮ ਲਿੱਤਾ ਸੀ ਫੋਨ ਕਰ ਹੀ ਲਈਏ ਜੀਰੇ ਵਾਲੇ ਤਾਂ ਕਮਾਲ ਹੀ ਕਰੀ ਜਾਂਦੇ ਨੇ ਭਾਜਪਾ ਚ ਆ ਗਏ ਪੂਰੇ ਪੰਜਾਬ ਦੇ ਘੈਂਟ ਜੱਟ ਦੇਖੋ ਜੀ ਇਹੀ ਤਾਂ ਗੱਲ ਹੈਗੀ ਆ ਇਹ ਜਿਹੜਾ ਸਾਰਾ ਜਿੰਨਾ ਵੀ ਲਾਣਾ ਵਾਣਾ ਹੈਗਾ ਨਾ ਇਹ ਪਹਿਲਾਂ ਜੀਰੇ ਦੇ ਵਿੱਚ ਮੋਦੀ ਸਾਹਿਬ ਨੂੰ ਭੰਡਦੇ ਰਹੇ ਆ ਰੱਜ ਕੇ ਹੁਣ ਅੱਜ ਇਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ ਇਹਨਾਂ ਨੂੰ ਮੋਦੀ ਸਾਹਿਬ ਨੂੰ ਜੁਆਇਨ ਕਰ ਲਿਆ ਵਾ ਇਹਨਾਂ ਦੀ ਸੋਚ ਜਾਂ ਕਿਵੇਂ ਆ ਇਹ ਸਭ ਲੀਡਰ ਜਿੰਨੇ ਜਾਲੀ ਨੇ ਜੀ ਜੋ ਵੀ ਹੈ ਜੀ ਕੁਛ ਨਹੀਂ ਆਇਆ ਮੈਂ ਵੇਖਿਆ ਪਿੱਛੇ ਜੇ ਇੱਕ ਵਿਆਹ ਤੇ ਗਏ ਸੀ ਅਸੀਂ ਕਮਾਲਪੁਰਾ ਸਾਡੀ ਰਿਸ਼ਤੇਦਾਰੀ ਆ ਦੂਰੋਂ ਮੇਰੀ ਭਾਣਜੀ ਵਿਆਹੀ ਇਸ ਇਲਾਕੇ 'ਚ ਉੱਥੇ ਉਸ ਵਿਆਹ 'ਚ ਹਰੀ ਸਿੰਘ ਜੀਰਾ ਵੀ ਆਏ ਸੀਗੇ ਮੈਂ ਵੇਖਿਆ ਕਾਫੀ ਫੈਨ ਫਾਲੋਇੰਗ ਹੈ ਉਹਨਾਂ ਦੀ ਇਲਾਕੇ 'ਚ ਰਸੂਖ ਸੀਗਾ ਹੁਣ ਇਹਨਾਂ ਦੇ ਬੇਟੇ ਅਵਤਾਰ ਸਿੰਘ ਜੀਰਾ ਛੱਡ ਕੇ ਅਕਾਲੀ ਦਲ ਨੂੰ ਇਧਰ ਚਲੇ ਗਏ ਨੇ ਤੇ ਲੋਕ ਤਾਂ ਜਾਣਗੇ ਜਦੋਂ ਵੱਡੇ ਲੋਕ ਜਾਂਦੇ ਨੇ ਤੇ ਵਰਕਰਾਂ ਨੇ ਫਿਰ ਜਾਣਾ ਹੀ ਹੈ ਰਜਿੰਦਰ ਭਾਈ ਜੀ ਦੇਖੋ ਜੀ ਇਹ ਰਹਿ ਨਹੀਂ ਸਕਦੇ ਇਹ ਬਿਨਾਂ ਜਿੰਨੇ ਕੁਰਸੀ ਵਾਲੇ ਹੁੰਦੇ ਨਾ ਉਹਦੇ ਤੋਂ ਬਿਨਾਂ ਇਹ ਲੋਕ ਰਹਿ ਨਹੀਂ ਸਕਦੇ ਗੱਲ ਇਹ ਆ ਘਰੇ ਇਹ ਬਹਿ ਨਹੀਂ ਸਕਦੇ ਇਹਨਾਂ ਨੂੰ ਕੋਈ ਨਾ ਕੋਈ ਪਲੇਟਫਾਰਮ ਚਾਹੀਦਾ ਹੁੰਦਾ ਵਾ ਤੇ ਬਾਕੀ ਸੇਖੋਂ ਸਾਹਿਬ ਇਲਾਕੇ 'ਚ ਆ ਗਏ ਸੀ ਬਾਦਲ ਸਾਹਿਬ ਲੈ ਆਏ ਸੀਗੇ ਇਹਨਾਂ ਨੂੰ ਨੀਵੇਂ ਰਹਿ ਕੇ ਕੰਮ ਨਹੀਂ ਕਰ ਸਕਦੇ ਆਪਾਂ ਜੋ ਵੀ ਹੈਗਾ ਬਸ ਬਾਕੀ ਬੰਨਾ ਕੁਛ ਨਹੀਂ ਜੀ ਇਹਨਾਂ ਦਾ ਸਰਕਾਰ ਲੋਕ ਹੁਣ ਬਹੁਤ ਸਿਆਣੇ ਹੋ ਗਏ ਨੇ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਲੋਕ ਹੀ ਇਹਨਾਂ ਮਗਰ ਘੱਟ ਲੱਗਦੇ ਨੇ ਉੱਤੋਂ ਲੱਗਦੇ ਨੇ ਪਰ ਅੰਦਰੋਂ ਨਹੀਂ ਤੇ ਕਰਿਆ ਵਾਹ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਸਰ ਰਜਿੰਦਰ ਸਿੰਘ ਜੀਰਾ ਤੋਂ ਜੁੜੇ ਸਨ ਸੋ ਹਾਲਾਤ ਇਸ ਤਰ੍ਹਾਂ ਦੇ ਚੱਲ ਰਹੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਬਾਈ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ ਵਾਸ਼ਿੰਗਟਨ ਦੇ ਵਿੱਚ ਹੈ ਆਰਲਿੰਗਟਨ ਫਿਊਲ ਸਟਾਪ 1801 ਪਾਇਨਰ ਈਸਟ ਹਾਈਵੇ ਐਗਜ਼ਿਟ 208 ਤੇ ਇਸ ਲੋਕੇਸ਼ਨ ਤੇ ਫ੍ਰੀ ਕਾਫੀ ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਟਰੱਕਾਂ ਦਾ ਸਮਾਨ ਸਮਗਰੀ ਇੱਥੇ ਖਰੀਦ ਸਕਦੇ ਹੋ ਦੂਸਰੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਲਾਸਟਲ ਟਰੈਵਲ ਸੈਂਟਰ 14814 ਲੋਮਾ ਸਟਰੀਟ ਲਾਸਟਲ ਐਗਜ਼ਿਟ 278 ਤੇ ਇਸ ਲੋਕੇਸ਼ਨ ਤੇ ਫ੍ਰੀ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਲਿਕਵਰ ਸ਼ਾਪ ਹੈ ਫ੍ਰੀ ਨਹੀਂ ਹੈ ਸਦਉਪਯੋਗ ਕਰੋ ਸਾਹ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ ਕੋਈ ਡੀਲ ਬਣਾਉਣੀ ਹੈ ਤਾਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 8413 4252328413 ਨੰਬਰ ਹੈ ਸਾਹ ਹਰਜਾਪ ਸਿੰਘ ਹੋਰਾਂ ਦਾ ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਤੋਂ ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲਓ ਲੁਤਫ ਤੇ ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ ਟਰੱਕ ਧੁਆਓ ਡੀਜ਼ਲ ਪਾਓ ਇੱਥੇ ਟਰੱਕ ਵਾਸ਼ ਬਣਿਆ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਨੇ ਇਹ ਅਦਾਰੇ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਤੇ रोडवेज ट्रांसपोर्ट वाले सुखी घुम्मण होरां दा नंबर है 661 304 7500 6613047500 जय घुम्मण दा नंबर है 661 885 8855 6618858855 नंबर है जय घुम्मण होरां दा यूनियन विलेज ट्रक स्टॉप ते इंडियन रेस्टोरेंट बेकरसफील्ड याद रखो। इसी तरह सैटल दे विच लोकल लोड चाहुंदे हो तां चेतिਆਂ च रखो वाशिंगटन फ्रेट सर्विस जो तुहानूं सैटल दे लोकल लोड दिंदे ने ਤੇ ਨਾਲ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ ਤੁਸੀਂ ਓਨਰ ਆਪਰੇਟਰ ਹੋ ਡਰਾਈਵਰ ਹੋ ਸੈਟਲ ਇਲਾਕੇ ਦੇ ਲੋਕਲ ਲੋਡ
जे ड्राइविंग की जॉब चाहिए है, अच्छे वेजेस आवरली पे किए जाते हैं प्रति घंटा। कॉल करो विशिंगटन फील्ड सर्विस तो जगदेव सिंह संधू का नंबर है 253 266 6924 2532666924 ते गैरी धालीवाल का नंबर है 206 354 4060 2063544060। दोस्तों माफी चाहते अज खबरों का बुलेटिन थोड़ा लेट हो गया, अगे तो मैं रात को पा देना, अज पा नहीं सके तो इस करके थोड़ा जिहा काम सुर करते हैं ते रात को कोशिश रहा करेगी तुहानूं जिहड़ियां मुख खबरां संखेप दे विच मिलन। नैशनल फैमिली हेल्थ सर्विस की रिपोर्ट है कि पंजाब दे विच गर्भ निरोधक का इस्तेमाल घटिया। बिहार समेत 10 राज्यों दे विच गर्भ निरोधक का 32% वाधा हो गया। इन्हां चीज़ों के वरतों का कंडोम जां होर जिहड़ियां टैबलेट वरतियां जांदियां ने, जानी 6 राज्यों दे विच जन्म दर जिहड़ी औसतन तो घट रही है। बिहार दे विच घटिया, यूपी च घटिया, झारखंड, राजस्थान, मध्य प्रदेश, हरियाणा, हिमाचल ते पंजाब, इन्हां दे विच जिहड़ा ਉਹ जन्म दर घटी है। औसतन जन्म दर 2.0 है जो 2015-16 ਦੇ 2.2 ਸੀ, पर पंजाब ਦੇ ਵਿੱਚ ਇਸ ਦੇ ਨਾਲੋਂ ਕਿਤੇ ਘੱਟ ਆ जन्म दर 1.6। 15 ਚ ਵੀ ਇਹੀ ਸੀ ਤੇ ਹੁਣ ਵੀ 1.6 ਹੈ। ਹਾਲਾਂਕਿ यूपी ਦੇ ਵਿੱਚ 15 ਦੇ ਵਿੱਚ 3.4 ਸੀ, ਜਿਹੜੀ ਹੁਣ 3 ਪੁਆਇੰਟ ਤੇ ਆ ਗਈ है। ਸੋ ਇਸ ਕਰਕੇ ਜਵਾਕ ਜੰਮਣ ਦਾ ਜੁਗਾੜ ਬਹੁਤ ਘਟ ਗਿਆ यूपी बिहार ਚ ਵੀ, ਤੇ ਸਾਡੇ ਤਾਂ ਬੜਾ ਹੀ ਘਟ ਗਿਆ ਪੰਜਾਬ 'ਚ। ਤਾਂ ਸਿੰਗਲ ਚਾਈਲਡ ਹੋ ਗਿਆ 41% ਮਾਪੇ 5 ਸਾਲਾਂ ਦੇ ਦੌਰਾਨ ਜਿਹੜੇ ਨੇ ਘਟ ਗਏ ਨੇ, ਇੱਕ ਬੱਚਿਆਂ ਵਾਲੇ ਹੋ ਗਏ ਨੇ। ਜਿਹੜੇ 5 ਸਾਲ ਪਹਿਲਾਂ 71% ਪੰਜਾਬੀ 2-2 ਬੱਚਿਆਂ ਵਾਲੇ ਮਾਪੇ ਸੀ, ਤੇ ਹੁਣ ਉਹ ਸਿਰਫ 33% ਰਹਿ ਗਏ ਨੇ 2-2 ਬੱਚਿਆਂ ਵਾਲੇ। ਇੰਨਾ ਘਟਾ 41% ਉੱਡ ਗਿਆ। ਖੈਰ, ਤੇ ਬੇਕਰਸਫੀਲਡ ਇਲਾਕੇ ਦੀ ਖਬਰ ਤੁਹਾਨੂੰ ਦੇ ਦਿੱਤੀ ਹੈ, ਸੈਟਲ ਦੀ ਦੇ ਦਿੱਤੀ ਹੈ। ਤੇ ਹੁਣ ਤੁਸੀਂ ਜੇ ਕੋਈ ਇਨਕਮ ਟੈਕਸ ਦੀ ਰਿਟਰਨ ਬਹੁਤ ਜ਼ਰੂਰੀ ਹੈ, ਨਹੀਂ ਤੇ ਸਿੱਧੂ ਸਾਹਿਬ ਵਾਂਗੂ ਲਫੜਾ ਪੈ ਸਕਦਾ ਅਮਰੀਕਾ 'ਚ ਤਾਂ ਖਾਸ ਕਰਕੇ। ਸੋ ਆਪਣੀ ਕੋਈ ਇੰਡੀਵਿਜੂਅਲ ਬਿਜ਼ਨਸ ਵਪਾਰ ਦੀ ਕੋਈ ਰਿਟਰਨ ਭਰਾਉਣੀ ਆ ਤੇ ਕਿਸੇ ਸਾਖਸਬੰਦੀ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਦੀਆਂ ਸੇਵਾਵਾਂ ਲੈਣੀਆਂ ਨੇ, ਤਾਂ ਤੁਸੀਂ ਸੰਪਰਕ ਕਰੋ CPA ਤਰਸੇਮ ਸਿੰਘ ਗਿੱਲ ਨੂੰ, ਜੋ ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਤੇ ਸਾਡਾ ਜ਼ਿਕਰ ਕਰਨ ਤੇ ਹੋਰ ਰਾਇਤ ਮਿਲੇਗੀ। ਆਪਣੇ ਪੁਰਾਣੇ ਸੋਤੇ ਨੇ ਬਾਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਪੁੱਤਰ ਨੇ CPA ਤਰਸੇਮ ਸਿੰਘ ਗਿੱਲ, ਤੋਂ ਮਾੜੀ ਜੀ ਲਿਹਾਜ਼ ਮੰਨਦੇ ਆ ਭਤੀਜ, ਟਰਾਈ ਕਰਕੇ ਵੇਖ ਲਿਓ। ਤੇ ਨੰਬਰ ਹੈ ਇਹਨਾਂ ਦਾ 484 764 9861 484 764 9861 ਨੰਬਰ ਹੈ ਤਰਸੇਮ ਸਿੰਘ ਗਿੱਲ CPA ਦਾ। ਸੋ ਆਪਣੇ ਵਪਾਰ ਕਾਰੋਬਾਰ ਦਾ ਇਸ਼ਤਿਹਾਰ ਲਾਉਣਾ ਹੋਵੇ, ਬਹੁਤ ਵਾਜਬ ਰੇਟ ਤੇ ਇਸ਼ਤਿਹਾਰ ਤੁਹਾਨੂੰ ਅਸੀਂ ਪੇਸ਼ ਕਰਦੇ ਹਾਂ ਤੁਹਾਡਾ, ਕਿਉਂਕਿ ਅਦਾਰੇ ਨੂੰ ਚਲਾਉਣ ਵਾਸਤੇ ਬਹੁਤ ਦਮੜਿਆਂ ਦੀ ਜ਼ਰੂਰਤ ਹੁੰਦੀ ਹੈ। ਦਮਾਮੇ ਮਾਰਨ ਦੇ ਵਾਸਤੇ ਦਮੜਿਆਂ ਦੀ ਵੀ ਜ਼ਰੂਰਤ ਹੈ ਤੇ ਦਮਾਂ ਦੀ ਵੀ। ਤੇ ਦਮ ਤਾਂ ਸਾਡਾ ਬਹੁਤ ਹੈ, ਦਮੜਿਆਂ ਪੱਖੋਂ ਕਈ ਵਾਰੀ ਦਿੱਕਤ ਆਉਂਦੀ ਹੈ ਅਦਾਰੇ ਨੂੰ ਚਲਾਉਣ ਲਈ। ਅਗਰ ਤੁਸੀਂ ਚਾਹੁੰਦੇ ਹੋ ਅਸੀਂ ਬਿਹਤਰ ਪ੍ਰੋਗਰਾਮ ਕਰ ਰਹੇ ਹਾਂ ਤਾਂ ਤੁਸੀਂ ਸਾਡੀ ਸਬਸਕ੍ਰਿਪਸ਼ਨ ਲੈ ਸਕਦੇ ਹੋ। ਯਾਨੀ ਕਿ ਤੁਸੀਂ ਜਿਸ ਤਰ੍ਹਾਂ ਅਖਬਾਰ ਖਰੀਦ ਕੇ ਪੜ੍ਹਦੇ ਹੋ, ਕੇਵਲ ਬਾਦਲਾਂ ਦੀ ਹੋਵੇ ਭਾਵੇਂ ਸੁਭਾਸ਼ ਚੰਦਰਾ ਦੀ ਡਿਸ਼ ਹੋਵੇ, ਪੈਸੇ ਦਿੰਦੇ ਹੋ ਤਾਂ ਹੀ TV ਚੱਲਦਾ ਹੈ। ਸੋ ਇਸ ਕਰਕੇ ਸਾਡੇ ਪ੍ਰੋਗਰਾਮਾਂ ਨੂੰ ਸੁਣਨਾ ਹੋਵੇ, ਮਾਫੀ ਚਾਹੁੰਦੇ, ਫੋਨ ਮੇਰਾ ਬੰਦ ਹੈ, ਕਾਲ ਤੁਹਾਡੀਆਂ ਮੇਰੇ ਖਿਆਲ ਮੈਸੇਜ ਦੂਸਰੇ ਨੰਬਰ ਤੇ ਆ ਰਹੇ। ਚਲੋ ਹੁਣ ਸਮਾਪਤੀ ਕਰਦੇ ਨੇ। ਕਦੀ ਕਾਲ ਕੋਈ ਕਰ ਸਕਦੇ ਹੋ, ਜਾਂਦੇ ਜਾਂਦੇ ਉਲਾਂਭਾ ਕਿਸੇ ਦਾ ਨਹੀਂ ਆਪਾਂ ਰੱਖਦੇ। ਤੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ, $20 ਮੰਥਲੀ ਸਬਸਕ੍ਰਿਪਸ਼ਨ ਹੈ, ਤੁਸੀਂ ਲੈ ਸਕਦੇ ਹੋ। ਆਪਣੀ ਵੈਬਸਾਈਟ tivanaradio.com ਤੇ ਜਾ ਕੇ ਪੇਪਾਲ ਦੇ ਰਾਹੀਂ ਮੰਥਲੀ ਪੇ ਕਰ ਸਕਦੇ ਹੋ ਜਾਂ ਲੰਮਸਮ ਪੇ ਕਰ ਸਕਦੇ ਹੋ, ਜਿੰਨੀ ਤੁਹਾਡੀ ਇੱਛਾ। ਭਾਵੇਂ ਇੱਕ ਤੇਰਾ ਲੱਖ ਵਰਗਾ ਦੂਜਾ ਮੋੜ ਕੇ ਜੇਬ ਵਿੱਚ ਪਾ ਲਈ। ਤੇ ਬਹੁਤ ਸਾਰੇ ਮਿੱਤਰ ਜਿਹੜੇ ਨੇ ਮਦਦ ਕਰਦੇ ਵੀ ਨੇ, ਉਹਨਾਂ ਦਾ ਧੰਨਵਾਦ ਹੈ। ਤੇ ਭਾਵੇਂ $5 ਭੇਜੋ, ਭਾਵੇਂ 1 ਭੇਜੋ ਤੇ ਭਾਵੇਂ ਭੇਜੋ 25, ਇਹ ਤੁਹਾਡਾ ਜਿਗਰਾ ਹੈ, ਤੁਹਾਡੀ ਇੱਛਾ ਹੈ, ਇਹ ਤੇ ਅਸੀਂ ਬੌਂਡ ਨਹੀਂ ਹੈ। ਤੇ ਜੇ ਚਾਹੋ ਤਾਂ ਸਪੋਰਟ ਕਰ ਸਕਦੇ ਹੋ, ਜੇ ਪਸੰਦ ਕਰਦੇ ਹੋ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ, ਇਹ ਵੀ ਵੱਡੀ ਸੇਵਾ ਹੈ। ਅੱਗੇ ਦੋਸਤਾਂ ਤੱਕ ਆਪਣੇ ਪਹੁੰਚਾਓ। ਬਹੁਤ ਸਾਰੇ ਲੋਕ ਨਵੇਂ ਜੁੜਦੇ ਆ, ਅਜੇ ਆਪਾਂ ਮੇਰੇ ਖਿਆਲ 10% ਵੀ ਨਹੀਂ ਜੁੜ ਸਕੇ। ਜਿਹੜੀ ਮੇਰੀ ਆਡੀਅנס ਸੀ ਉਹਦਾ 16-17 ਸਾਲ 'ਚ ਹੀ ਕਮਾਇਆ। ਤਾਂ ਬੀਲੇ ਵਾਲੇ ਤੋਂ ਅਮਰਤਪਾਲ, ਸਵਾਗਤ ਹੈ ਬਾਈ ਜੀ ਤੁਹਾਡਾ। ਹਾਂਜੀ ਸਵਾਗਤ। ਨੰਬਰਦਾਰਾਂ ਦੀ ਹੈਗੀ ਸਟ੍ਰਾਈਕ ਲੁਧਿਆਣੇ ਜੀ। ਨੰਬਰਦਾਰਾਂ ਦੀ ਵੀ ਹਾਂ ਪੰਗਾ ਪੈ ਗਿਆ ਅੰਕਲ ਜੀ ਹੋਰਾਂ ਦਾ ਬਈ। ਹਾਂਜੀ ਹਾਂਜੀ, ਅੱਜ ਅੰਕਲ ਜੀ ਨੇ ਜਿੱਦ ਕੀਤੀ, ਉਹ ਵੀ ਗਏ ਹੋਏ ਆ ਲੁਧਿਆਣੇ ਨੂੰ। ਮੈਂ ਤਾਂ ਕਹੀ ਸਿੱਧੀ ਸਿੱਧ ਇਜਾਜ਼ਤ ਨਹੀਂ ਦਿੰਦੀ। ਅੱਛਾ। ਉਹ ਫਿਰ ਇੱਥੋਂ ਸਾਡੇ ਸਰਕਲ 'ਚ ਉੱਥੇ ਬੱਸ ਗਈ ਆ ਕਰਾ ਕੇ, ਤੜਕੇ 6:30 ਵਜੇ ਤੁਰੇ।
ਅਜੇ ਚੰਨੀ ਸਾਹਿਬ ਨੇ ਸ਼ੁਕਰ ਇਹ ਨਹੀਂ ਕਿਹਾ ਮੈਂ ਵੀ ਨੰਬਰਦਾਰ ਸੀ, ਮੇਰਾ ਬਾਪੂ ਵੀ ਨੰਬਰਦਾਰ ਸੀ। ਮੈਂ ਵੀ ਚੰਨੀ ਸਾਹਿਬ ਨੇ ਆਉਣੀ ਕਿਹਾ ਵੀ ਮੈਂ ਵੀ ਮਾਮਲਾ ਕਰਾਉਂਦਾ ਰਿਹਾ ਜੀ ਤੇ ਮੈਨੂੰ ਵੀ ਲੋਕ ਮਾੜਾ ਆਖਦੇ ਵੀ ਤੜਕੇ ਉੱਠ ਕੇ ਮੱਥਾ ਲੱਗਣ। ਮੰਗਾਂ ਕੀ ਨੇ ਮੁੱਖ ਤੌਰ ਤੇ ਨੰਬਰਦਾਰਾਂ ਦੀਆਂ? ਇੱਕ ਤਾਂ ਜਾਂ ਬਈ ਪਿਤਾ ਪੁਰਖੀ ਜੀ, ਇੱਕ ਤਨਖਾਹ ਆਪਣੇ ਜਿਵੇਂ 1500 ਆਇਆ ਤੇ 2500 ਕਰੋ। ਹਾਂ ਹਰਿਆਣੇ ਚ ਜ਼ਿਆਦਾ ਮੇਰੇ ਖਿਆਲ ਆ ਨਾ। ਹਰਿਆਣੇ ਚ 3000 ਆ ਜੀ। ਅੱਛਾ ਹਾਂ ਅੱਜ ਲੁਧਿਆਣੇ ਮੈਨੂੰ ਬਹੁਤ ਜਾਣਕਾਰੀ ਨਹੀਂ, ਬਜ਼ੁਰਗ ਉੱਠ ਕੇ ਮੈਂ ਰਾਤ ਲੇਟ ਆਇਆ ਤੇ ਉਹ ਕਹਿੰਦੇ ਅੱਜ ਪਤਾ ਨਹੀਂ ਲੁਧਿਆਣੇ ਪਤਾ ਨਹੀਂ ਕਿਉਂ ਚੁਣਿਆ ਇਹਨਾਂ ਨੇ ਵੀ ਲੁਧਿਆਣੇ ਰੱਖਣ ਦੀ ਸਟ੍ਰਾਈਕ ਉਹਨਾਂ ਨੇ ਕੀ ਕੀਤੀ। ਜਾਓ ਚੰਡੀਗੜ੍ਹ ਹੀ ਮਿਲਦੇ ਫਿਰ ਕਰਦੇ ਆ ਡਿਟੇਲ ਚ ਨੰਬਰਦਾਰਾਂ ਬਾਰੇ ਵੀ ਗੱਲ ਕਰਾਂਗੇ। ਕਈ ਦਿਨ ਦੇ ਸਵਾਲ ਆ ਰਹੇ ਨੇ। ਇਹ ਪਿਤਾ ਪੁਰਖੀ ਦਾ ਵੀ ਮਾਮਲਾ ਉੱਠ ਰਿਹਾ। ਆਪਣੇ ਜੈ ਸਿੰਘ ਨੇ, ਉਹਨਾਂ ਦੇ ਫਾਦਰ ਸਾਕਨਾਰ ਸਿੰਘ ਅੰਕਲ ਵੀ ਨੇ। ਸੋ ਇਹ ਪਿਤਾ ਪੁਰਖੀ ਦਾ ਵੀ ਹੈ ਕੁਛ, ਮਤਲਬ SC ਭਾਈਚਾਰੇ ਚ ਵੀ ਨੰਬਰਦਾਰਾਂ ਦੀਆਂ ਪੋਸਟਾਂ। ਜਿਵੇਂ ਮੈਂ ਹੁਣ ਜੀ ਸਰਵਰਾ ਜਿੰਨਾ ਚਿਰ ਜਿਉਣਾ ਉਹਨਾਂ ਚਿਰ ਹੀ ਆ ਸਰਵਰਾ ਵੀ ਮੈਂ ਕੰਮ ਨੰਬਰਦਾਰੀ ਵਾਲੇ ਕਰ ਸਕਦਾ। ਮੁੜ ਕੇ ਦਾ ਜਿਹਦੀ ਕੁਆਲੀਫਿਕੇਸ਼ਨ ਜ਼ਿਆਦਾ ਹੋਊਗੀ ਬਾਅਦ ਚ ਗੱਲਾਂ ਇਹ ਆ ਨਾ ਜੀ। ਹੁਣ ਪਿਤਾ ਪੁਰਖੀ ਨਹੀਂ ਹੈ ਸਰਵਰਾ। ਹਾਂ ਇੱਕ ਤਰ੍ਹਾਂ ਦੀ ਜਿਵੇਂ ਮੈਂ ਨੰਬਰਦਾਰ ਆ, ਇੱਕ ਤਾਂ ਪਾਵਰ ਆਫ ਅਟਾਰਨੀ ਹੈ ਜੀ, ਉਹਨਾਂ ਚਿਰ ਹੀ ਕੰਮ ਕਰਦਾ ਜਿੰਨਾ ਚਿਰ ਉਹ ਜਿਉਂਦੇ ਆ। ਅੱਛਾ ਤੁਹਾਡਾ ਸਰਵਰਾਈ ਵੈਲਿਡ ਮੰਨੀ ਜਾਂਦੀ ਹੈ ਜੇ ਬਜ਼ੁਰਗ ਨਹੀਂ ਜਾ ਸਕਦੇ ਹੈ ਨਾ? ਹਾਂ ਜੀ ਬਜ਼ੁਰਗ ਨਹੀਂ ਜਾ ਸਕਦੇ, ਮੈਂ ਕਰ ਸਕਦਾ ਪਰ ਇੱਕ ਜਣਾ ਹੀ ਪਤਾ ਵੀ ਕਰ ਸਕਦੇ ਆ। ਵੈਸੇ ਸਾਰੇ ਜ਼ਿਆਦਾ ਨੰਬਰਦਾਰ ਜਿੰਨੇ ਵੀ ਨੇ ਇਹ ਤਾਂ ਮੰਗਦੇ ਨੇ ਕਿ ਉਹਨਾਂ ਨੂੰ ਸਰਵਰਾ ਦੇ ਨਾਲ ਨਾਲ ਉਹਨਾਂ ਨੂੰ ਪਿਤਾ ਪੁਰਖੀ ਨੰਬਰਦਾਰੀ ਦਿੱਤੀ ਜਾਵੇ। ਵਿਰੋਧ ਵੀ ਇਹਦਾ ਕੋਈ ਨਹੀਂ ਹੈ ਤੇ ਵੋਟਾਂ ਵੀ ਕਾਫੀ ਨੇ। ਚੰਨੀ ਸਾਹਿਬ ਮੇਰੇ ਖਿਆਲ ਕਰਨਗੇ ਤੁਹਾਡਾ ਕੰਮ ਜੇ ਦੇਖੋ ਜੀ। ਲੁਧਿਆਣੇ ਵਾਲੇ ਤਾਂ ਅਸਲ ਦੀਪਕ ਚੰਦਲ ਨੇ ਕੀਤੀ ਹੈ ਨਾ ਖਬਰ ਇਹ ਜੀ, ਤੁਸੀਂ ਸੁਣੀ ਹੋਣੀ ਵੀਡੀਓ? ਹਾਂ ਨਹੀਂ ਮੇਰੇ ਕੋਲ ਸਮਾਂ ਨਹੀਂ ਸੀ, ਮੈਂ ਸੁਣੀ ਤਾਂ ਸੀ ਪਰ ਉਹ ਟਾਈਮ ਕਈ ਵਾਰੀ ਬਹੁਤ। ਉਹ ਕਹਿੰਦਾ ਵੀ ਹਰਿਆਣੇ ਦਾ ਡੀਸੀਆਂ ਉਹਨਾਂ ਨੇ ਆਰਡਰ ਹੀ ਕੱਢ ਦੇਣਾ ਵੀ ਪੋਸਟ ਹੀ ਖਤਮ ਕਰੋ। ਹਾਂ ਹਰਿਆਣੇ ਚ ਥੋੜਾ ਜਿਹਾ ਪਰ ਉਹ ਵਿਰੋਧ ਕਿਉਂਕਿ ਭਾਈਚਾਰਾ ਤਾਂ ਜਿਹੜਾ ਕਿਸਾਨ ਭਾਈਚਾਰਾ ਪਿੰਡਾਂ ਵਾਲੇ ਵੈਸੇ ਹੀ ਮਗਰ ਪੈ ਪਏ ਨੇ ਖੱਟੜ ਸਾਹਿਬ ਦੇ। ਇਹ ਤਾਂ ਹੋਰ ਪੰਗਾ ਲੈ ਰਿਹਾ ਉਹ ਹਨਾ ਨੰਬਰਦਾਰਾਂ ਨਾਲ ਬੈਰ ਪਾ ਕੇ। ਅੱਛਾ ਜੀ ਮਿਹਰਬਾਨੀ ਬਾਈ ਜੀ। ਥੈਂਕ ਯੂ ਬਿਲਿਆਰ ਸਾਹਿਬ, ਥੈਂਕ ਯੂ। ਸੋ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕਈ ਹੈਗੇ ਨੇ। ਇੱਕ NRI ਵੋਟਾਂ ਦਾ ਮਸਲਾ ਵੀ ਕਈ ਦਿਨ ਤੋਂ ਸੂਤ ਨਹੀਂ ਆ ਰਿਹਾ ਕੰਮ ਤੇ ਇਸ ਕਰਕੇ ਥੋੜਾ ਜਿਹਾ ਹੁੰਦਾ ਕੰਮ ਜ਼ਿਆਦਾ ਜਾਨ ਕੱਲੀ ਹੈ, ਉਲਝ ਜਾਂਦੇ ਕਈ ਵਾਰੀ, ਸਿਹਤ ਨਸਾਜ ਹੋ ਜਾਂਦੀ ਹੈ। ਸੋ NRI ਵੀਰੋ ਵੋਟਾਂ ਬਣ ਰਹੀਆਂ ਨੇ। ਸੋ ਆਪਣੀਆਂ ਵੋਟਾਂ ਬਣਾਓ ਪਿੰਡਾਂ 'ਚ। ਘੱਟੋ ਘੱਟ ਆਈ ਕਾਰਡ ਤਾਂ ਕੋਲ ਹੋਵੇ ਤੁਹਾਡੇ ਕੋਲ, ਇੰਡੀਅਨ ਵੋਟਰ ਦਾ ਕਹਿਣ ਜੋਗੇ ਤਾਂ ਹੋਵੋ। ਕਿਉਂਕਿ ਕਈ ਵਾਰੀ ਮਿਹਣੇ ਮਾਰ ਦਿੰਦੇ ਆ ਕਿ ਤੁਸੀਂ ਭਾਈ NRI ਤੁਹਾਨੂੰ ਕੀ ਲੋੜ ਆ ਉਰੇ, ਤੁਸੀਂ ਆਪਣੀ ਵੋਟ ਦਿਖਾ ਦਿਓ ਕਿ ਅਸੀਂ ਵੀ ਵੋਟਰ ਹਾਂ। ਘੱਟੋ ਘੱਟ ਉਹਨਾਂ ਦਾ ਮੂੰਹ ਤਾਂ ਬੰਦ ਕਰਾ ਸਕੋ। ਤੁਹਾਡੀ ਵੋਟ ਬਣ ਸਕਦੀ ਹੈ। ਫਾਰਮ 6 ਭਰੋ। CEO ਪੰਜਾਬ, ਚੀਫ ਇਲੈਕਸ਼ਨ ਕਮਿਸ਼ਨ ਪੰਜਾਬ ਦੀ ਸਾਈਟ ਤੇ ਜਾ ਕੇ ਆਪਣੇ ਪਾਸਪੋਰਟ ਦਾ ਡਾਕੂਮੈਂਟ ਲਾ ਕੇ ਉਹਨਾਂ ਨੂੰ ਤੁਸੀਂ ਸਬਮਿਟ ਆਨਲਾਈਨ ਕਰਾ ਦਿਓ। ਕੋਈ ਪੈਸਾ ਨਹੀਂ ਲੱਗਦਾ। ਆਪਣੇ ਮਨਜੀਤ ਨੇ ਬਾਈ ਜੀ ਚਾਹ ਲਲਹੇੜੀ ਵਾਲੇ ਉਹਨਾਂ ਨੇ ਬਣਾਈ ਹੈ, ਹੋਰਾਂ ਨੇ ਬਣਾਈ ਹੈ। ਤੇ ਦੂਸਰਾ ਇੱਕ ਉਹਦੀ ਕਾਪੀ ਇੰਡੀਆ ਭੇਜ ਦਿਓ। ਉਹ ਆਪਣੇ ਜਿਹੜਾ ਬਲਾਕ ਇਲੈਕਸ਼ਨ ਦਾ ਦਫ਼ਤਰ ਹੈ ਉੱਥੇ ਉਹ ਤੁਸੀਂ ਸਬਮਿਟ ਕਰਾ ਦਿਓ ਤੇ ਤੁਹਾਡੀ ਵੋਟ ਬਣ ਜਾਂਦੀ ਹੈ। ਪੱਕਾ ਕੰਮ। ਨਹੀਂ ਤਾਂ ਤੁਹਾਡੀ ਜਾਲੀ ਵੋਟ ਬਣਾ ਕੇ ਵੀ ਨਾ ਕਈ ਲੋਕ ਤੁਹਾਡੀ ਜ਼ਮੀਨ ਜਾਇਦਾਦ ਵੇਚ ਸਕਦੇ। ਇੱਕ ਡਾਕੂਮੈਂਟ ਹੋ ਜਾਂਦਾ। ਇਹ ਸੱਚੀ ਖਬਰ ਨੇ। ਫਰੀਦਕੋਟ ਇਲਾਕੇ ਦੀਆਂ ਸੀਗੀਆਂ 2 ਖਬਰਾਂ 2017 ਚ। 2 NRI ਦੀਆਂ ਜਾਲੀ ਵੋਟਰ ID ਕਾਰਡ ਬਣਾ ਕੇ ਉਹਨਾਂ ਦੀ ਬਣਾ ਤੇ ਹੀ ਕੋਈ ਬੰਦੇ ਉਹਦੀ ਜ਼ਮੀਨ ਵੇਚ ਗਏ ਸਨ ਉਹਨਾਂ ਦੀ। ਸੋ ਇਸ ਕਰਕੇ ਤੁਹਾਡਾ ਡਾਕੂਮੈਂਟ ਤੁਹਾਡੇ ਕੋਲ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈ, ਕਿਤੇ ਵੀ ਬੈਠੇ ਹੋ ਦੁਨੀਆ 'ਚ ਆਪਣੀ ਵੋਟ ਬਣਾਓ ਤੇ ਘੱਟੋ ਘੱਟ ਆਪਣੀ ਹੋਂਦ ਦਿਖਾਓ ਕਿ ਅਸੀਂ ਵੀ ਹਾਂ। ਇਸ ਕਰਕੇ ਜਿਹੜਾ ਐਰਾ ਗੈਰਾ ਕਹਿ ਦਿੰਦਾ ਨਾ ਕਿ NRI ਨੂੰ ਕੀ ਲੋੜ ਹੈ ਇੱਥੇ ਬੋਲਣ ਦੀ, ਆਪਣੇ ਮਸਲੇ ਅਮਰੀਕਾ ਕੈਨੇਡਾ ਦੇ ਵੇਖੋ। ਇਸੇ ਜੁਰਤ ਦੇ ਵਿੱਚ ਬਣਾ ਲਓ। ਮਿਹਣੇ ਮੈਂ ਬਹੁਤ ਮਾਰਦਾ ਤੁਹਾਨੂੰ ਪਰ ਤੁਸੀਂ ਪਤਾ ਨਹੀਂ ਕਿਉਂ ਨਹੀਂ ਬਣਾਉਂਦੇ। ਖੈਰ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਵਾਣਾ ਨੂੰ ਹੁਣ ਇੱਥੇ ਦਿਓ ਆ ਗਿਆ। ਤੇ ਕੋਈ ਸਾਂਝ ਸੁਨੇਹਾ ਪਾਉਣਾ ਤਾਂ ਆਪਣਾ ਮੇਰਾ ਸੰਪਰਕ ਨੰਬਰ ਹੈ 9876309655 9876309655 ਤੇ ਪ੍ਰੋਗਰਾਮ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਖਬਰਾਂ ਜਲਦ ਤੁਹਾਨੂੰ ਭੇਜਦੇ ਹਾਂ। WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਕੇ ਮੰਗਵਾ ਸਕਦੇ ਹੋ ਤੁਸੀਂ ਵੀ ਖਬਰਾਂ। WhatsApp ਗਰੁੱਪ 'ਚ ਜ਼ਰੂਰ ਸ਼ਾਮਲ ਹੋਵੋ। YouTube ਦਾ ਭਰੋਸਾ ਕੋਈ ਨਹੀਂ ਕਦੋਂ ਬੰਦ ਕਰ ਦੇਣ ਹੁਕਮਰਾਨ। ਤੇ ਇਸ ਦੇ ਨਾਲ ਹੀ ਹੁਣ ਸ਼ਾਮੀ ਹੋਏਗੀ ਮੁਲਾਕਾਤ 7:30 ਤੋਂ 9:30 ਆਖਰੀ ਪ੍ਰੋਗਰਾਮ ਹਫ਼ਤੇ ਦਾ ਤੇ ਸ਼ਾਮੀ ਮਿਲਦੇ ਹਾਂ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਸ਼ਬਾ ਖੈਰ। ਸਤਿ ਸ੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।